और आप फायदा उठा सकते हैं हमारे 21 ऑनलाइन चर्चेस का। देखिए उनको, वो भारत की सब प्रमुख भाषाओं में उपलब्ध हैं। उड़िया, तेलुगु, तमिल, गुजराती, कन्नड़ा, तुलु, इंग्लिश, हिंदी, असमी, मराठी, पंजाबी, नेपाली, कोंकणी, मलयालम, सिंधी, भोजपुरी, बंगाली और मालवानी में। उसके अलावा 3 विशेष चर्च हैं। टीनेजर्स के लिए चर्च है, चिल्ड्रन चर्च भी है और गूंगे और बहरों के लिए भी है। थैंक यू, गॉड ब्लेस यू। हालेलुया। मेरी जिंदगी की हर खुशी तू ही है मसीह। अंधेरी रातों की रोशनी तू ही। मेरी जिंदगी की हर खुशी तू ही है ऐ मसीह। अंधेरी रातों की रोशनी तू ही है ऐ मसीह। मेरी जिंदगी की हर खुशी तू ही है ऐ मसीह। अंधेरी रातों की रोशनी तू ही है ऐ मसीह। तू मिल गया तो मिट गई है हर कमी। तू मिल गया तो मिल गई है जिंदगी। तू मिल गया तो मिट गई है हर कमी। अब मैं पूरा हूँ। तू मिल गया तो मिल गई है जिंदगी। मैं सदा यीशु मसीह की हूँ। जय हा। यीशु मसीह की हूँ। यीशु मसीह की हूँ। जय। तेरे ही नाम की जय गाए सदा। तू ही है, तू ही हमारा है प्रभु, हमारा खुदा। तेरे नाम की जय हम गाए सदा। तू ही हमारा है प्रभु, हमारा खुदा। तू मिल गया तो मिट गई है हर कमी। तू मिल गया तो मिल गई है जिंदगी। तू मिल गया तो मिट गई है हर कमी। अब कोई भी कमी नहीं है। हालेलुया। यीशु मसीह की हूँ। जय। 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 यीशु मसीह की, यीशु मसीह की जय। Praise the Lord. सत श्री अकाल सिद्धू। हाँ,
ਸਭ ਨੂੰ ਸਵਾਗਤ ਹੈ ਅੱਜ ਦੇ ਵਿਸ਼ੇਸ਼ ਐਤਵਾਰ ਸਭਾ ਵਿੱਚ। ਮੈਨੂੰ ਨਿਊ ਚਾਹ ਤੁਸੀਂ ਸਾਰੇ ਉਤਸ਼ਾਹਿਤ ਸੀ ਅੱਜ ਦੇ ਸੰਦੇਸ਼ ਦੇ ਲਈ। ਅਤੇ ਮੈਨੂੰ ਨਿਊ ਚਾਹ ਤੁਸੀਂ ਸਾਰੇ ਪੂਰੀ ਤਿਆਰੀ ਦੇ ਨਾਲ ਬੈਠੇ ਤੇ ਆਪਣੇ ਦੋਸਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅਤੇ ਸਮੂਹ ਪ੍ਰਾਰਥਨਾ ਦਾ ਤੁਸੀਂ ਜਿੱਤੇ ਕਿਤੇ ਖੜੇ ਹੁੰਦੇ। ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦਿੰਦੇ ਅੱਜ ਦੇ ਦਿਨ ਦੇ ਲਈ। ਧੰਨਵਾਦ ਦਿੰਦੇ ਪਰਮੇਸ਼ਵਰ ਨੂੰ ਇਸ ਫਰਵਰੀ ਦੇ ਮਹੀਨੇ ਦੇ ਲਈ, ਅਨੁਗ੍ਰਹ ਦੇ ਮਹੀਨੇ ਦੇ ਲਈ ਧੰਨਵਾਦ ਕਰਦੇ ਹਾਂ। ਅਤੇ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਦੀ ਔਰ ਉਠਾਉਂਦੇ। ਅਸੀਂ ਆਪਣੇ ਮੂੰਹ ਤੋਂ ਖੋਲ ਕੇ ਪਰਿਆ ਭਾਸ਼ਾ ਵਿੱਚ ਬੋਲਦੇ ਹਾਂ, ਆਪਣੀ ਰੂਹ ਨੂੰ ਤਿਆਰ ਕਰਦੇ ਅੱਜ ਦੇ ਆਇਤ ਦੇ ਲਈ। ਵੀ ਸਾਕਟਾਨ ਕਰੇ ਉਹ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਰੀ ਸਾਕਟਾਨ ਕਰੇ ਸ਼ਲਮਾਂਗ ਰਬਾਨ ਡੂਸ laba ho sakula ko pressure ga sak tan re shlamang raban dus laba ho sakula ko pressure ga sak tan re o re ba ba ho ke barabasa le ga barabasa na ga sa ni de bo na bali ga sak tan re o shlamang raban dus laba ho sakula ko pressure ga sak tan re shlamang raban dus laba ho sakula ko pressure o brada ba badi kar ga sak tan re shlamang raban dus laba ho sakula ko pressure ga sak tan re o re ba ba ho ke barabasa ਸਾਲੇਗਾ ਬਰਬਸਾ ਨਗਸਾਨੇ ਦੇ ਬੋਲ ਨਮਲੀਗਾ ਸਾਕ ਟਾਨ ਕਰੇ ਧੰਨਵਾਦ ਕਰ ਪਰਮੇਸ਼ਰ ਤੁਹਾਡੇ ਵਰਗਾ ਕੋਈ ਨਹੀਂ ਸੀ। ਪਰਮੇਸ਼ਰ ਤੁਸੀਂ ਮਹਾਨ ਸਰਵਸ਼ਕਤੀਮਾਨ ਪਰਮੇਸ਼ਰ ਸੀ। ਤੁਸੀਂ ਆਦਿ ਅਤੇ ਅੰਤ ਹੋਲੀਗਾ ਸਾਕ ਟਾਨ ਕਰੇ ਉਹ ਸ਼ਲਮਾਂਗ ਰਵਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਲੀਗਾ ਸਾਕ ਟਾਨ ਕਰੇ ਧੰਨਵਾਦ ਕਰੇ ਤਾਂ ਪਰਮੇਸ਼ਰ ਪਵਿੱਤਰ ਆਤਮਾ ਦੇ ਉਪਹਾਰ ਦੇ ਲਈ ਤੁਹਾਡੇ ਲੱਖ ਤੱਕ ਧੰਨਵਾਦ ਕਰਦੇ ਦੀਗਾ ਸਾਕ ਟਾਨ ਕਰੇ ਉਹ ਸ਼ਲਮਾਂਗ ਰਵਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਲੀਗਾ ਸਾਕ ਟਾਨ ਕਰੇ ਸ਼ਲਮਾਂਗ ਰਵਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਲੀਗਾ ਸਾਕ ਟਾਨ ਕਰੇ ਉਹ ਰੇ ਬਾਬਾ ਹੋ ਕੇ ਬਰਬਸਾ ਲੇਗਾ ਬਰਬਸਾ ਨਗਸਾਨੇ ਦੇ ਬੋਲ ਨਵਲੀਗਾ ਸਾਕ ਟਾਨ ਕਰੇ ਧੰਨਵਾਦ ਦੇ ਤੇ ਪਰਮੇਸ਼ਵਰ ਤੁਹਾਡਾ ਲੱਖ ਲੱਖ ਧੰਨਵਾਦ ਦੇ ਤੇ ਪਰਮੇਸ਼ਵਰ ਤੁਹਾਡੇ ਅਨੰਤ ਪ੍ਰੇਮ ਦੇ ਲਈ, ਤੁਹਾਡੀ ਕਿਰਪਾ ਦੇ ਲਈ, ਤੁਹਾਡੀ ਭਲਾਈ ਦੇ ਲਈ। ਹਾਂ ਤਾਂ ਪਰਮੇਸ਼ਵਰ ਧੰਨਵਾਦ ਕਰਦੇ ਪਰਮੇਸ਼ਵਰ ਧੰਨਵਾਦ ਕਰਦੇ ਹਾਲੇਲੂਇਆ ਪ੍ਰੇਜ਼ ਦ ਲਾਰਡ। ਤੇ ਅੱਜ ਦੀ ਪਹਿਲੀ ਪ੍ਰਾਰਥਨਾ ਵੀਡੀਓ ਸੇ ਪ੍ਰਾਰਥਨਾ ਕਰਦੀ ਹਾਂ ਬਾਈਬਲ ਦੇ ਅਧਿਆਇ ਪਹਿਲਾ ਤਿਮੋਥੀਉਸ ਦੂਸਰਾ ਅਧਿਆਇ ਅਤੇ 1 से 2 ਆਇਤ ਕਹਿੰਦਾ ਹਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਹਾਂ ਕਿ ਬੇਨਤੀਆਂ ਪ੍ਰਾਰਥਨਾਵਾਂ ਮੱਧਿਸਥ ਤੇ ਧੰਨਵਾਦ ਕਰਦਿਆਂ ਸਾਰੇ ਮਨੁੱਖਾਂ ਲਈ ਪ੍ਰਾਰਥਨਾ ਕੀਤੀ ਜਾਵੇ, ਰਾਜਿਆਂ ਅਤੇ ਉਹਨਾਂ ਸਾਰਿਆਂ ਲਈ ਜਿਹੜੇ ਅਧਿਕਾਰ ਵਿੱਚ ਹਨ, ਤਾਂ ਕਿ ਅਸੀਂ ਸਾਰੇ ਵਿਸ਼ਰਾਮ ਸ਼ਾਂਤੀ ਦੇ ਸਾਥ ਸਾਡੀ ਭਗਤੀ ਇਮਾਨਦਾਰੀ ਅਤੇ ਸ਼ਾਂਤੀਪੂਰਨ ਜ਼ਿੰਦਗੀ ਜੀ ਸਕੀਏ। ਹਾਲੇਲੂਇਆ। ਅਤੇ ਦੂਸਰਾ ਬਾਈਬਲ ਅਧਿਐਨ ਹਨ 2 ਕੁਰਿੰਥੀਆਂ ਚੌਥਾ ਅਧਿਐਨ ਅਤੇ 3 से 4 ਆਇਤ ਕਹਿੰਦਾ ਹਾਂ ਪਰ ਜੇ ਸਾਡੀ ਖੁਸ਼ਖਬਰੀ ਨੂੰ ਲੁਕਾਇਆ ਜਾਂਦਾ ਹਾਂ ਤਾਂ ਇਹ ਉਹਨਾਂ ਲੋਕਾਂ ਲਈ ਲੁਕਾਇਆ ਜਾਂਦਾ ਹਾਂ ਜਿਹੜੇ ਗੁਆਚੇ ਗਏ ਹਨ, ਜਿਨ੍ਹਾਂ ਵਿੱਚ ਇਸ ਦੁਨੀਆ ਦੇ ਦੇਵਤੇ ਨੇ ਉਹਨਾਂ ਲੋਕਾਂ ਦੇ ਮਨਾਂ ਨੂੰ ਅੰਨਾ ਕਰ ਦਿੱਤਾ ਹੈ ਜਿਹੜੇ ਨਿਹਚਾ ਨਹੀਂ ਕਰਦੇ, ਨਹੀਂ ਤਾਂ ਜੋ ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਦੀ ਰੋਸ਼ਨੀ ਜੋ ਕਿ ਖੁਸ਼ਖਬਰੀ ਦਾ ਸਰੂਪ ਹੈ ਉਹਨਾਂ ਲਈ ਚਮਕ ਸਕੇ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਰੂਹ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਮਨੁੱਖਾਂ ਦੀਆਂ ਸਾਰੀਆਂ ਕੌਮਾਂ ਲਈ ਕਿ ਉਹਨਾਂ ਦੇ ਦਿਲ ਲਾ ਇਸ ਸਮੇਂ ਖੁਸ਼ਖਬਰੀ ਪ੍ਰਾਪਤ ਕਰਨ ਲਈ ਖੁੱਲੇ ਜਾਂਦੇ ਹਨ ਅਤੇ ਪ੍ਰਾਰਥਨਾ ਕਰ ਰਹੇ ਹਾਂ ਕਿ ਮਹਿਮਾਮਈ ਖੁਸ਼ਖਬਰੀ ਦਾ ਪ੍ਰਕਾਸ਼ ਉਹਨਾਂ ਦੇ ਦਿਲਾਂ ਵਿੱਚ ਚਮਕੇ ਅਤੇ ਉਹ ਸੱਚਾਈ ਦੇ ਗਿਆਨ ਵਿੱਚ ਆਉ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਦੇ ਹਾਂ ਨਿਗਾ ਸਾਕ ਟਾਨ ਰੇ ਉਹ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਲੀ ਗਾ ਸਾਕ ਟਾਨ ਰੇ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਟਾ ਉਹ ਬਰਗੜਾ ਬਦੋ ਪੜੀ ਕਲੀ ਗਾ ਸਾਕ ਟਾਨ ਰੇ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਟਾ। ਅਸੀਂ ਆਪਣੇ ਮੂੰਹ ਤੋਂ ਖੋਲ ਕੇ ਪਰਿਆ ਭਾਸ਼ਾ ਵਿੱਚ ਬੋਲਦੇ ਹਾਂ, ਅਸੀਂ ਆਪਣੀ ਰੂਹ ਵਿੱਚ ਪ੍ਰਾਰਥਨਾ ਕਰਦੇ ਹਾਂ ਨਿਗਾ ਸਾਕ ਟਾਨ ਰੇ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਟਾ ਉਹ ਲਿਗਾ ਸਾਕ ਟਾਨ ਰੇ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਲੀ ਗਾ ਸਾਕ ਟਾਨ ਰੇ ਉਹ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਲੀ ਗਾ ਸਾਕ ਟਾਨ ਰੇ ਸ਼ਲਮਾਂਗ ਰਬਾਨ ਡੂਸ ਲਬਾ ਹੋ ਸਕੋਲਾ ਕੋ ਪ੍ਰੇਸ਼ਟਾ ਆਕਰੜੀ ਕਰਾ ਲੇਗਾ ਬਾ ਹੋਂਗੇ ਬਰਬਸਾ ਲੇਗਾ ਬਰਬਸਾ ਨਾ ਕਸਾਨੇ ਨੇ ਲਗੋ ਨਾ ਬਲੀਗਾ ਸਾਕ ਟਾਨ ਰੇ ਧੰਨਵਾਦ ਕਰੇ ਤਾਂ ਪਰਮੇਸ਼ਵਰ। ਅਸੀਂ ਪ੍ਰਾਰਥਨਾ ਕਰੇ ਤਾਂ ਪਰਮੇਸ਼ਵਰ ਸਾਰੇ ਮਨੁੱਖਾਂ ਦੀਆਂ ਉਹ ਬਾਦ
ਹਾਂ ਤਾਂ ਪਰਮੇਸ਼ਵਰ ਉਹਨਾਂ ਦੇ ਹਿਰਦੇ ਖੁੱਲੇ ਹਨ, ਤਾਂ ਪਰਮੇਸ਼ਵਰ ਯਿਸੂ ਮਸੀਹ ਦੇ ਖੁਸ਼ਖਬਰੀ ਨੂੰ ਗ੍ਰਹਿਣ ਕਰਦੇ ਵਿੱਚ ਲਿਗਾ ਸਾਕਟਾ ਟ੍ਰੇਸ਼ ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕਟਾ ਟ੍ਰੇ ਓਸ਼ ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕਟਾ ਟ੍ਰੇ ਆਕਰਡੀ ਕਰਾ ਲੇਗਾ ਬਾ ਹੋਮ ਕੇ ਬਰਬਸਾ ਨਗਸਾ ਨੇ ਨਿਰਭੋ ਨਾ ਬਲਿਗਾ ਸਾਕਟਾ ਟ੍ਰੇ ਓਸ਼ ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕਟਾ ਟ੍ਰੇ ਧੰਨਵਾਦ ਕਰ ਪਰਮੇਸ਼ਵਰ ਹਨੇਰੇ ਦੇ ਗਿਆਨ ਤੇ ਨਿਕਲਤੇ ਤੁਹਾਡੇ ਪ੍ਰਕਾਸ਼ ਵਿੱਚ ਆਉਂਦੇ ਨਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਓ ਰੇ ਬਾਬਾ ਹੋਮ ਕੇ ਬਰਬਸਾ ਨਗਸਾ ਨੇ ਨਿਰਭੋ ਨਵਲਿਗਾ ਸਾਕ ਟਾਂਟੜੇ ਧੰਨਵਾਦ ਕਰ ਪਰਮੇਸ਼ਵਰ ਖੁਸ਼ਖਬਰੀ ਦਾ ਮਹਿਮਾ ਦਾ ਪ੍ਰਕਾਸ਼ ਉਹਨਾਂ ਦਾ ਹਿਰਦੇ ਵਿੱਚ ਚਮਕ ਰਹੇ ਨੇ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਆਕਰਡੀ ਕਰਾ ਲਿਗਾ ਬਾ ਹੋਮ ਕੇ ਬਰਬਸਾ ਨਗਸਾ ਨੇ ਨਿਰਭੋ ਨਵਲਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਧੰਨਵਾਦ ਕਰ ਪਰਮੇਸ਼ਵਰ ਤੁਹਾਡੀ ਸਤਿਨਿਸ਼ਠਾ ਪ੍ਰਬਲ ਹੁੰਦੀ ਵਿਸ਼ਵ ਦੇ ਕੋਮਾ ਵਿੱਚ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਂਟੜੇ ਲੋਕਾਂ ਦੇ ਹਿਰਦੇ ਵਿੱਚ ਸਥਾਪਿਤ ਹੋਣੇ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਸ਼ਲਮਾਂਗ ਰਬਾਨ ਡੂਸ ਲਬਾਓ ਸਾਪੋਲਾ ਕੋ ਪ੍ਰੇਸ਼ ਧੰਨਵਾਦ ਕਰ ਪਰਮੇਸ਼ਵਰ ਧੰਨਵਾਦ ਕਰ ਪਰਮੇਸ਼ਵਰ ਹਰ ਰੂਹ ਤੁਹਾਡੇ ਰਾਜ ਵਿੱਚ ਆਉਂਦੇ ਹਾਂ ਤਾਂ ਪਰਮੇਸ਼ਵਰ ਕਿਸੇ ਰੂਹ ਦਾ ਨਾਸ਼ ਨਹੀਂ ਹੁੰਦੇ ਯਿਸੂ ਮਸੀਹ ਦੇ ਨਾਮ ਹਰ ਰੂਹ ਤੁਹਾਡੇ प्रिय पुत्र दे प्रकाश विच आंदे लिगा साक टांटड़े ओ शलबांग रबान रिडुस लबा होसा कोला को प्रेश लिगा साक टांटड़े शलबांग रबान रिडुस लबा होसा कोला को प्रेश लिगा साक टांटड़े ओ शलबांग रबान रिडुस लबा होसा कोला को प्रेश लिगा साक टांटड़े धन्यवाद कर परमेश्वर धन्यवाद करें सारी प्रार्थना यीशु मसीह दे नाम विच मांगते हैं आमेन हालेलुया प्रेज द लॉर्ड ਅਤੇ ਅੱਜ ਦੀ ਦੂਜੀ ਪ੍ਰਾਰਥਨਾ ਬਿੰਦੂ ਸੀ ਅਸੀਂ ਪ੍ਰਾਰਥਨਾ ਕਰਦੇ ਹਾਂ ਬਾਈਬਲ ਦੇ ਅਧਿਆਇ ਯਾਕੂਬ ਚੌਥਾ ਅਧਿਆਇ ਤੇ ਛਠਾ ਆਇਤ ਕਹਿੰਦਾ ਹਾਂ ਪਰ ਉਹ ਔਰ ਕਿਰਪਾ ਦਿੰਦਾ ਹਾਂ ਇਸ ਲਈ ਉਹ ਆਖਦਾ ਹਾਂ ਪਰਮੇਸ਼ਵਰ ਅਹੰਕਾਰੀ ਲੋਕਾਂ ਦਾ ਵਿਰੋਧ ਕਰਦਾ ਹਾਂ ਪਰ ਨਿਮਹ ਲੋਕਾਂ ਉੱਤੇ ਮਿਹਰ ਕਰਦਾ ਹਾਂ ਹਾਲੇਲੂਇਆ ਅਤੇ ਦੂਸਰਾ ਬਾਈਬਲ ਅਧਿਐਨ ਹਨ ਯਸ਼ਾਹ 60 ਅਧਿਆਇ ਅਤੇ 22 KJV ਆਇਤ ਕਹਿੰਦਾ ਹਾਂ ਸਭ ਤੋਂ ਛੋਟਾ ਹਜ਼ਾਰ ਬਣ ਜਾਵੇਗਾ ਅਤੇ ਸਭ ਤੋਂ ਕਮਜ਼ੋਰ ਇੱਕ ਸ਼ਕਤੀਸ਼ਾਲੀ ਕੌਮ ਬਣ ਜਾਣਗੇ ਮੈਂ ਯਹੋਵਾ ਹਾਂ ਮੈਂ ਇਹ ਸਭ ਤੇਜ਼ੀ ਨਾਲ ਸਹੀ ਸਮੇਂ ਤੇ ਪੂਰਾ ਕਰਾਂਗਾ ਹਾਲੇਲੂਇਆ ਅਤੇ ਤੀਸਰਾ ਬਾਈਬਲ ਦੇ ਅਧਿਐਨ ਹਨ ਜ਼ਬੂਰ 110 ਆਇਤ ਅਤੇ 30 ਤੀਸਰਾ ਆਇਤ 110 ਅਧਿਐਨ ਅਤੇ 30 ਆਇਤ KJV ਵਿੱਚ ਲਿਆ ਗਿਆ ਹਨ ऐसे परमेश्वर दे लोग परमेश्वर दी शक्ति दे दिन तैयार होंगे हालेलुया ਅਸੀਂ ਪ੍ਰਾਰਥਨਾ ਕਰਦੇ ਹਨ ਅਸੀਂ ਸਾਡੀ ਆਉਣ ਵਾਲੀ 7 ਦਿਨਾਂ ਦੀ ਪ੍ਰਾਰਥਨਾ ਵਰ ਅਤੇ ਉਸਤਤੀ ਪ੍ਰੋਗਰਾਮ ਅਤੇ ਸਾਡੇ 14 ਦਿਨਾਂ ਦੇ ਰੂਹ ਜਿੱਤਣ ਦੇ ਜਸ਼ਨ ਲਈ ਪ੍ਰਾਰਥਨਾ ਕਰ ਰਹੇ ਹਾਂ ਹਾਲੇਲੂਇਆ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਸਾਡੇ ਸਾਰੇ ਭਰਾਵੇਂ ਅਤੇ ਬਹਿਨਾਂ ਦੇ ਲਈ ਅਤੇ ਪੂਰੇ ਦਿਲ ਦੇ ਨਾਲ ਇਸ ਵਿੱਚ ਹਿੱਸਾ ਲੈ ਰਹੇ ਹਨ ਅਤੇ ਅਸੀਂ ਇਸ ਵਾਢੀ ਦੇ ਫਲ ਪਾਵਾਂਗੇ ਅਤੇ ਉਹਨਾਂ ਨੂੰ ਖੁਸ਼ਖਬਰੀ ਐਨੇ ਉਹਨਾਂ ਨੂੰ ਬਰਕਰਾਰ ਰੱਖਾਂਗਾ ਯਿਸੂ ਮਸੀਹ ਦੇ ਨਾਮ ਤੇ ਆਮੇਨ ਅਸੀਂ ਉਹ ਸਾਰੇ ਇਸ ਮਹੀਨੇ ਵਿੱਚ ਉਪਲਬਧ ਵਿਸ਼ੇਸ਼ ਕਿਰਪਾ ਦੀ ਵਰਤੋਂ ਕਰਾਂਗੇ ਅਸੀਂ 30,000 ਰੂਹਾਂ ਨੂੰ बरकरार रखेंगे हालेलुया यीशु मसीह दे नाम ते आमेन हालेलुया प्रेज द लॉर्ड ਅਸੀਂ ਰੂਹ ਵਿੱਚ ਪ੍ਰਾਰਥਨਾ ਕਰਦੇ ਲਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੁਸ ਲਬਾ ਹੋ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਓ ਸ਼ਲਮਾਂਗ ਰਬਾਨ ਡੁਸ ਲਬਾ ਹੋ ਸਾਪੋਲਾ ਕੋ ਪ੍ਰੇਸ਼ ਲਿਗਾ ਸਾਕ ਟਾਂਟੜੇ ਸ਼ਲਮਾਂਗ ਰਬਾਨ ਡੁਸ
Labao Sakolako Brace, Liga Sakta, Traditional Among Rabadus, Labao Sakolako Bracesta, Akradi, Crakradi, Crakradi, Lega Om Kebarabasa, Lega Barabasana, Sani, the bone, O Liga Sakta, Traditional Among Rabadus, Labao Sakolako Brace, Liga Sakta, Dhanavat करे परमेश्वर तुम्हारे इस अनुग्रह दे महीने दिले तो लख लख धन्यवाद करे लिगा साक टान रडे शलमांग रबार दुसलबा हो सकोला को प्रेश लिगा साक टान रडे ओ शलमांग रबार दुसलबा हो सकोला को प्रेश लिगा साक टान रडे ओ रे 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 बाबा हो के बरबसा लिगा बरबस लिगा साक टान रडे ओ शलमांग रबार दुसलबा हो सकोला को प्रेश लिगा साक टान रडे आप रडी क्राक करा लेगा बा हो के बरबसा लेगा बरबसा नगसा ओ धन्यवाद करे तो परमेश्वर हाँ तो परमेश्वर से प्रार्थना करे तो परमेश्वर प्रार्थना दे वर एट उस स्थिति दा प्रोग्राम दिली धन्यवाद करे परमेश्वर हर धन्यवाद करे परमेश्वर हर एक व्यक्ति हाँ तो परमेश्वर इस प्रोग्राम विच उत्साहित है यीशु मसीह के नाम में धन्यवाद करे तो परमेश्वर का सांग टाटड़े ओ शलबांग रबान दुसलबा ओ साकोला को प्रेशर का सांग टाटड़े ओ शलबांग रबान दुसलबा ओ साकोला को प्रेशर का सांग टाटड़े शलबांग रबान दुस लबा ओ साकोला को प्रेशर का सांग टाटड़े ओ शलबांग रबान दुस लबा ओ साकोला को प्रेशर का सांग टाटड़े शलबांग रबान दुस लबा ओ साकोला को प्रेशर का सांग टाटड़े शलबांग रबान दुस लबा ओ साकोला को प्रेशर आक्रडी क्रा लेगा बा होम के बरबसा लेगा बरबसा नगसा ने बो ना बलिगा सांग टान रे ओ शलमांग रबान दुसलबा ओ साकोला को प्रेशर का सांग टान रे ओ शलमांग रबान दुसलबा ओ साकोला को प्रेशर का सांग टान रे शलमांग रबान दुसलबा ओ साकोला को प्रेशर धन्यवाद कर परमेश्वर से प्रार्थना करते हैं हाँ तो परमेश्वर 14 दिन दे रूह जीते दी जशन दिले हाँ तो परमेश्वर हर बेन एट बरावा हाँ तो परमेश्वर अपने हृदय देना सहभागिता करें धन्यवाद करें तो परमेश्वर का सांग टाट रे अपने पूरे दिला विच हाँ तो परमेश्वर सहभागिता करें यीशु मसीह के नाम में लिखा सांग टाट रे शलभांग रबान दुसलबा ओ साकोला को प्रेश लिखा सांग टाट रे धन्यवाद करें तो परमेश्वर रूह दिमान फसल कहते यीशु मसीह के नाम में लिखा सांग टाट रे शलभांग रबान दुसलबा ओ साकोला को प्रेश लिखा सांग टाट रे शलभांग रबान दुसलबा ओ साकोला को प्रेश लिखा सांग टाट रे शलभांग रबान दुसलबा ओ साकोला को प्रेष्टा आक्रडी करा लेगा बा होम के बरबसा नगसा ने निर्बो नवलिका सांग टाट रे धन्यवाद कर परमेश्वर हर रूह नु हाँ तो परमेश्वर बरकरार रखेंगे यीशु मसीह के नाम में लिखा सांग टाट रे ओ शलमांग रबान दुसलबा ओ साकोला को प्रेष्टा लिखा सांग टाट रे शलमांग रबान दुसलबा ओ साकोला को प्रेष्टा धन्यवाद कर परमेश्वर उन्नादी आत्मिक वृद्धि और यीशु मसीह के नाम में लिखा सांग टाट रे शलमांग रबान दुसलबा ओ साकोला को प्रेष्टा लिखा सांग टाट रे ओ शलमांग रबान दुसलबा ओ साकोला को प्रेष्टा लिखा सांग टाट रे ओ शलमांग रबान दुसलबा ओ साकोला को प्रेष्टा धन्यवाद कर परमेश्वर उन्नादा नियचा मजबूत होते यीशु मसीह के नाम में एट वचन विच आयत विच वर्ड रिया यीशु मसीह के नाम में लिखा सांग टाट रे ओ शलमांग रबान दुसलबा ओ साकोला को प्रेष्टा लिखा सांग टाट रे ओ रे 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 बाबा हो के बरबसा लेगा बरबसा नगसा ने बो लिखा सांग टाट रे ओ शलमांग रबान दुसलबा ओ साकोला को प्रेष्टा लिखा सांग टाट रे ओ धन्यवाद करे परमेश्वर तुम्हारा लख लख धन्यवाद करे तो परमेश्वर इस महीने दिले धन्यवाद करे तो परमेश्वर से सारी प्रार्थना प्रभु यीशु मसीह के नाम ते मांगते हैं आमेन हालेलुया प्रेज द लॉर्ड एट द समर हर वर्शिप टीम में स्वागत करते हैं हालेलुया प्रेज द लॉर्ड और जीवन तू ही मार्ग है तू ही सत्य है तू ही जीवन है मेरे प्रभु
है, तू ही सत्य है, तू ही जीवन है मेरे प्रभु। तेरा सजदा करूं, सजदा करूं, सजदा करूं। यीशुआ तेरा सजदा करूं, सजदा करूं, सजदा करूं। ज्योति है, जीवन की रोटी है, मेरा हमरा ही मेरा प्रभु। तू ही ज्योति, तू ही ज्योति है, जीवन की रोटी, मेरा हमरा ही मेरा प्रभु। सजदा करूं, उसका सजदा कीजिए, सजदा करूं, पूरे दिल के साथ सजदा करूं, सजदा करूं, सजदा करूं, सजदा करूं। मेरी चाहत तू, मेरी आरज़ू, मेरा हौसला मेरा प्रभु। ओ यीशु, मेरी चाहत तू, मेरी आरज़ू, मेरा हौसला मेरा प्रभु। सजदा करूं, सजदा करूं, सजदा करूं। मैं तेरा सजदा करूं, सजदा करूं, सजदा करूं। सजदा करूं, सजदा करूं, सजदा करूं। यीशु तेरा मैं सजदा करूं, सजदा करूं, सजदा करूं। सजदा करूं, सजदा करूं, सजदा करूं। यीशु तू ही है, तेरे सिवा कोई नहीं। 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 मैं सजदा करूं, सजदा करूं, सजदा करूं। सजदा करूं, सजदा करूं, सजदा करूं। मैं तेरा सजदा करूं, तेरा सजदा करूं, तेरा सजदा करूं। ओ यीशुआ, क्योंकि तू महान है, महान है, महान है।
ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪਿਆਰੀ ਵਾਸਤਵਿਕਤਾ ਸੰਗ੍ਰਹਿ ਦੇ ਵਿੱਚ ਔਰ ਸਾਡੀ ਪਿਆਰੀ ਭਾਸ਼ਾ ਪੰਜਾਬੀ ਦੇ ਵਿੱਚ। ਅੱਜ ਦਿਨ ਐਤਵਾਰ 14 ਫਰਵਰੀ 2021 ਔਰ ਸਾਡੇ ਅੱਜ ਦੇ ਵਚਨ ਦਾ ਸ਼ੀਰਸ਼ਕ ਹੈ ਇਹ ਉਸ ਦੀ ਮਹਿਮਾ ਲਈ ਕਰੋ। ਹਾਲੇਲੂਇਆ। ਅੱਜ ਦਾ ਵਚਨ ਲਿਆ ਗਿਆ ਹੈ ਫਿਲਿੱਪੀਆਂ ਦੀ ਪੁਸਤਕ 2 ਅਧਿਆਇ ਦੀ 3 ਆਇਤ। ਲਿਖਿਆ, ਧੜੇਬਾਜ਼ੀਆਂ ਅਥਵਾ ਫੋਕੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣੋ। ਹਾਲੇਲੂਇਆ। ਪਾਸਟਰ ਕ੍ਰਿਸ ਸੋਇਆ ਖਿਲੋਮੇ ਸਾਨੂੰ ਦੱਸ ਰਹੇ ਨੇ। ਐਂਪਲੀਫਾਈਡ ਕਲਾਸਿਕ ਅਨੁਵਾਦ ਸਾਡੀ ਵਿਸ਼ਾ ਆਇਤ ਨੂੰ ਇੱਕ ਸਪਸ਼ਟ ਦ੍ਰਿਸ਼ਟੀਕੋਣ ਵਿੱਚ ਰੱਖਦਾ ਹੈ। ਇਹ ਕਹਿੰਦਾ ਹੈ ਧੜੇਬਾਜ਼ੀਆਂ ਦੇ ਇਰਾਦਿਆਂ, ਝਗੜੇ, ਕਲੇਸ਼, ਸਵਾਰਥ ਜਾਂ ਅਯੋਗ ਕੰਮਾਂ ਲਈ ਜਾਂ ਹੰਕਾਰੀ ਅਤੇ ਖਾਲੀ ਹੰਕਾਰ ਦੁਆਰਾ ਕੁਝ ਨਾ ਕਰੋ। ਇਹ ਮਨ ਵਿੱਚ ਨਬੀ ਏਲੀਆ ਅਤੇ ਬਾਲ ਦੇ ਝੂਠੇ ਨਬੀਆਂ ਦੇ ਆਮਣੇ ਸਾਹਮਣੇ ਨੂੰ ਯਾਦ ਦਿਵਾਉਂਦਾ ਹੈ। ਪਹਿਲਾ ਰਾਜਾ 18 ਅਧਿਆਇ ਤੁਸੀਂ ਪੜ੍ਹ ਸਕਦੇ ਹੋ। ਪ੍ਰੇਜ਼ ਦਾ ਲਾਰਡ। ਕੁਝ ਏਕ ਨੇ ਇਹ ਹਿੱਸਾ ਅਧਿਐਨ ਕੀਤਾ ਅਤੇ ਇਸ ਵਿਚਾਰ ਨੂੰ ਮੰਨਦੇ ਹਨ ਕਿ ਨਬੀ ਏਲੀਆ ਨੇ ਜੋ ਕੀਤਾ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਤਾਰੀਫ ਹਾਸਲ ਕਰਨ ਦੇ ਲਈ ਪੇਸ਼ ਕੀਤਾ ਸੀ, ਪਰ ਇਹ ਸੱਚ ਨਹੀਂ ਹੈ। ਨਬੀ ਨੇ ਰਾਜਾ ਅਹਾਬ ਨੂੰ ਚੁਣੌਤੀ ਦਿੱਤੀ ਕਿ ਇਜ਼ਰਾਈਲੀਆਂ ਨੂੰ ਅਤੇ ਝੂਠੇ ਦੇਵਤਿਆਂ ਦੇ ਨਬੀਆਂ ਨੂੰ ਇਕੱਠਾ ਕਰੋ। 450 ਬਾਲ ਦੇ ਨਬੀ ਅਤੇ ਅਸ਼ੇਰਾ ਦੇ 400 ਨਬੀ ਕਰਮਲ ਦੇ ਪਹਾੜ ਉੱਤੇ ਉਹਨਾਂ ਨੇ ਇੱਕ ਬਲੀ ਤਿਆਰ ਕਰਨੀ ਸੀ ਅਤੇ ਬਲੀ ਨੂੰ ਭਸਮ ਕਰਨ ਦੇ ਲਈ ਸਵਰਗ ਤੋਂ ਅੱਗ ਬੁਲਾਉਣੀ ਸੀ। ਜਿਹੜਾ ਸਫਲ ਹੋਇਆ ਉਹ ਸੱਚੇ ਨਬੀ ਵਜੋਂ ਪ੍ਰਗਟ ਹੋਵੇਗਾ। ਪ੍ਰੇਜ਼ ਦਾ ਲਾਰਡ। ਹਰੇਕ ਸਮੂਹ ਨੇ ਇੱਕ ਵੇਦੀ ਉੱਤੇ ਇੱਕ ਬਲਦ ਤਿਆਰ ਕੀਤਾ ਅਤੇ ਆਪਣੇ ਪਰਮੇਸ਼ਵਰ ਨੂੰ ਸਵਰਗ ਤੋਂ ਅੱਗ ਭੇਜਣ ਲਈ ਕਿਹਾ। ਬਾਲ ਦੇ ਨਬੀਆਂ ਨੇ ਪੁਕਾਰਿਆ ਅਤੇ ਚੀਕਿਆ ਅਤੇ ਆਪਣੇ ਆਪ ਨੂੰ ਕੱਟ ਲਿਆ, ਪਰ ਉਹਨਾਂ ਦੇ ਦੇਵਤੇ ਵੱਲੋਂ ਕੋਈ ਜਵਾਬ ਨਹੀਂ ਆਇਆ। ਜਦ ਏਲੀਆ ਦੀ ਬਾਰੀ ਆਈ, ਉਸ ਨੇ ਪਾਣੀ ਨਾਲ ਕੁਰਬਾਨੀ ਨੂੰ ਗਿੱਲਾ ਕਰਵਾ ਦਿੱਤਾ। ਤਦ ਏਲੀਆ ਨੇ ਪਰਮੇਸ਼ਵਰ ਨੂੰ ਬੁਲਾਇਆ ਅਤੇ ਪਰਮੇਸ਼ਵਰ ਨੇ ਸਵਰਗ ਤੋਂ ਅੱਗ ਭੇਜੀ। ਅੱਗ ਨੇ ਬਲੀ ਨੂੰ ਖਤਮ ਕੀਤਾ। ਹਾਲੇਲੂਇਆ। ਏਲੀਆ ਦੇ ਪਹਿਲਾ ਰਾਜਾ 18:36 ਵਿੱਚ ਸ਼ਬਦ ਪੜ੍ਹੋ। ਅਬਰਾਹਮ, ਇਸਹਾਕ ਅਤੇ ਇਜ਼ਰਾਈਲ ਦੇ ਯਹੋਵਾ ਪਰਮੇਸ਼ਵਰ ਇਸ ਦਿਨ ਇਹ ਜਾਣ ਲੈਣ ਕਿ ਤੂੰ ਹੀ ਇਜ਼ਰਾਈਲ ਵਿੱਚ ਪਰਮੇਸ਼ਵਰ ਹੈ ਅਤੇ ਮੈਂ ਤੁਹਾਡਾ ਸੇਵਕ ਹਾਂ ਅਤੇ ਮੈਂ ਇਹ ਸਭ ਕੁਝ ਤੇਰੇ ਵਚਨ ਅਨੁਸਾਰ ਕੀਤਾ ਹੈ। ਪ੍ਰੇਜ਼ ਦਾ ਲਾਰਡ। ਉਹ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਵਿੱਚ ਚੱਲ ਰਿਹਾ ਸੀ। ਉਹ ਟਕਰਾਅ, ਉਸ ਦੀ ਭਾਵਨਾ ਜਾਂ ਸਵੈ ਮਹੱਤਤਾ ਦਾ ਪ੍ਰਦਰਸ਼ਨ ਨਹੀਂ ਸੀ। ਇਹ ਕੇਵਲ ਪ੍ਰਭੂ ਦੀ ਅਗਵਾਈ ਤੇ ਆਧਾਰਿਤ ਸੀ। ਪ੍ਰੇਜ਼ ਦਾ ਲਾਰਡ। ਨਤੀਜਾ ਵੇਖੋ, ਇਜ਼ਰਾਈਲੀਆਂ ਨੇ ਅਹਾਬ ਉੱਤੇ ਵਿਸ਼ਵਾਸ ਹਟਾ ਲਿਆ ਅਤੇ ਏਲੀਆ ਦੀ ਅਗਵਾਈ ਅਨੁਸਾਰ ਚੱਲੇ ਅਤੇ ਪਰਮੇਸ਼ਵਰ ਦੀ ਹਕੂਮਤ ਉੱਤੇ ਭਰੋਸਾ ਰੱਖਣ ਨੂੰ ਮਾਨਤਾ ਦਿੱਤੀ। ਜੋ ਕੁਝ ਏਲੀਆ ਨੇ ਕੀਤਾ, ਲੋਕਾਂ ਸਾਹਮਣੇ ਇਜ਼ਰਾਈਲ ਦੇ ਪਰਮੇਸ਼ਵਰ ਨੂੰ ਮਹਿਮਾ ਮਿਲੀ। ਇੱਥੇ ਹੀ ਕੁੰਜੀ ਹੈ। ਤੁਸੀਂ ਜੋ ਵੀ ਪ੍ਰਭੂ ਲਈ ਕਰਦੇ ਹੋ ਉਹ ਸਵਾਰਥੀ ਅਭਿਲਾਸ਼ਾ ਜਾਂ ਹੰਕਾਰ ਤੋਂ ਨਹੀਂ ਹੋਣਾ ਚਾਹੀਦਾ। ਇਹ ਇਸ ਦੀ ਮਹਿਮਾ ਲਈ ਹੋਣਾ ਚਾਹੀਦਾ ਹੈ। ਪ੍ਰੇਜ਼ ਦਾ ਲਾਰਡ। ਤੁਹਾਨੂੰ ਵਚਨ ਵਿੱਚ ਆਤਮਾ ਦੀ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ। ਵਚਨ ਦੁਆਰਾ ਅਤੇ ਕੇਵਲ ਵਚਨ ਰਾਹੀਂ ਏਲੀਆ ਨੇ ਜਿਸ ਤਰ੍ਹਾਂ ਕੀਤਾ ਅਤੇ ਤੁਹਾਡੇ ਕੰਮ ਅਤੇ ਤੁਹਾਡੇ ਤਰੀਕੇ ਪ੍ਰਭੂ ਨੂੰ ਮਹਿਮਾ ਦੇਣਗੇ। ਪ੍ਰੇਜ਼ ਦਾ ਲਾਰਡ। ਥੈਂਕ ਯੂ ਜੀਸਸ। ਇਸ ਸਮਾਂ ਪ੍ਰਾਰਥਨਾ ਦਾ ਆਈਏ ਆਪਾਂ ਸਭ ਜਨ ਮਿਲ ਕੇ ਪ੍ਰਾਰਥਨਾ ਕਰਾਂਗੇ। ਤੁਸੀਂ ਮੇਰੇ ਨਾਲ ਪ੍ਰਾਰਥਨਾ ਕਰ ਸਕਦੇ ਹੋ। ਪਿਆਰੇ ਪਿਤਾ ਜੀ, ਤੁਹਾਡਾ ਵਚਨ ਉਹ ਚਾਨਣ ਹੈ ਜੋ ਮੇਰੇ ਵਿਚਾਰਾਂ, ਯੋਜਨਾਵਾਂ, ਫੈਸਲਿਆਂ ਦੀ ਅਗਵਾਈ ਕਰਦਾ ਹੈ ਅਤੇ ਮੈਨੂੰ ਸ਼ਾਨੋ ਸ਼ੌਕਤ ਨਾਲ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰਦਾ ਹੈ। ਮੈਂ ਸਿਰਫ ਤੁਹਾਡੀ ਅਗਵਾਈ ਦਾ ਪਾਲਨ ਕਰਦਾ ਹਾਂ ਅਤੇ ਮੇਰਾ ਦਿਲ ਹੰਕਾਰ ਤੋਂ ਰਹਿਤ ਹੈ। ਤੁਹਾਡੇ ਵਚਨ ਦੇ ਜ਼ਰੀਏ ਰਾਜ ਦੇ ਭੇਤਾਂ ਅਤੇ ਸੱਚਾਈਆਂ ਬਾਰੇ ਹਮੇਸ਼ਾ ਦਿਸ਼ਾ, ਪ੍ਰਕਾਸ਼ ਅਤੇ ਅੰਦਰੂਨੀ ਸਮਝ ਪ੍ਰਾਪਤ ਕਰਦਾ ਹਾਂ। ਆਮੇਨ। ਅੱਗੇ ਆਉਣ ਵਾਲਾ ਅਧਿਐਨ ਤੁਸੀਂ ਪੜ੍ਹ ਸਕਦੇ ਹੋ
ਜਬੂਰ 119 ਦਾ 9 ਔਰ ਕਹਾਇਤਾਂ 25 ਦਾ 6 ਤੋਂ 7 ਤੁਸੀਂ ਪੜ੍ਹ ਸਕਦੇ ਹੋ। ਤੁਸੀਂ ਸਾਡੇ YouTube ਚੈਨਲ ਤੇ ਵੀ ਜਾ ਸਕਦੇ ਹੋ, ਜਿਹੜਾ ਕਿ ਪੰਜਾਬੀ ਭਾਸ਼ਾ ਤੋਂ ਇਲਾਵਾ 21 ਹੋਰਨਾਂ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਸਾਡੇ ਚੈਨਲ ਦਾ ਨਾਮ ਹੈ ਕ੍ਰਾਈਸਟ ਐਮਬੈਸੀ ਇੰਡੀਆ ਔਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਸਕਦੇ ਹੋ। ਸਾਡੇ ਫੇਸਬੁੱਕ ਪੇਜ ਦਾ ਨਾਮ ਹੈ ਕ੍ਰਾਈਸਟ ਐਮਬੈਸੀ ਇੰਡੀਆ ਵਰਚੁਅਲ ਚਰਚ। ਹੋਰ ਜਾਣਕਾਰੀ ਵਾਸਤੇ ਤੁਸੀਂ ਭਾਰਤ ਵਿੱਚ ਨੀਚੇ ਦਿੱਤੇ ਹੋਏ ਨੰਬਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਨੰਬਰ ਹੈ 7208005778 ਔਰ 9029068008। ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਖੁਦਾਵੰਦ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। God bless you all. Thank you. प्रेज द लॉर्ड। मैं सबसे पहले परमेश्वर का धन्यवाद देती हूँ इस महान गवाही के लिए, और जो हमारा हीलिंग कुशेट हुआ था उसके लिए परमेश्वर का धन्यवाद देती हूँ। और वैसे हमारा गुरुवार को सेल होता है चारकोप गांव में, वहाँ पे जिनके घर पे हमारा सेल होता है उनकी पोती 6 दिन से बहुत बीमार थी, उनको बुखार आ रहा था और गले में कोई परेशानी थी। उसकी वजह से वो खा नहीं रही थी, पी नहीं रही थी और अपनी मम्मी का दूध भी नहीं पी रही थी। तो उनकी बहू ने कहा कि ठीक है मम्मी, हम इसे कहीं दिखा लेते हैं और इनके ऊपर से कुछ उतार के फेंकते हैं। तो उनके सास ने कहा नहीं, हम सिस्टर को फ़ोन करते हैं, वो आएगी और प्रार्थना करेगी, बच्ची ठीक हो जाएगी। तो वैसे ही हमारा जब सेल हुआ, हमने हीलिंग कुशेट की वीडियो दिखाई और जब पास्टर ने प्रार्थना की और वैसे उनके साथ में विश्वास किया और अपनी बच्ची के ऊपर हाथ रखा, तो वहाँ पे परमेश्वर का अभिषेक था और बच्ची चंगी हो गई। उन्होंने मुझे बताया कि जब हमने पास्टर ने प्रार्थना की, मेरी पोती अच्छे से पूरी तरह से चंगी हो गई। इसमें परमेश्वर को धन्यवाद देती हूँ और धन्यवाद देती हूँ पास्टर आइजैक का। थैंक यू पास्टर सर, लव यू पास्टर सर। मत सोचिएगा कि आपने कोई गलती कर दी या आपने कुछ इतना बड़ा काम कर दिया कि परमेश्वर का प्रेम आपके लिए खत्म हो गया, और कभी मत होने दीजिएगा कि आप अपने आप को बेकार समझें। जब आप 24 घंटे प्रेम में चल रहे हो तो आप 24 घंटे किस में चल रहे हो? परमेश्वर की भरपूरी में। प्रेज द लॉर्ड, हालेलुया। अगर आपको उद्धार में चलना है तो आपको प्रेम करना पड़ेगा। प्रेज द लॉर्ड। तो प्रेम केवल मुंह का नहीं, प्रेम में आप एक कदम उठाते हो। जैसे परमेश्वर ने जब हमसे प्रेम किया तो उसने कुछ किया। जो सम्मान परमेश्वर ने यीशु मसीह को दिया, जो मौका परमेश्वर ने यीशु मसीह को दिया, वही मौका उसने मुझे और आपको दिया। हालेलुया। उसने हमें उसके पास बुला लिया। हालेलुया। उसने हमारा उसके बीच का जो संबंध टूट गया था उसको क्या कर दिया? जोड़ दिया। ग्लोरी। किसकी वजह से? प्रेम की वजह से। हालेलुया। मैं आदेश देता हूं बीमारी को उनके शरीरों से जाने का यीशु मसीह के नाम। मैं उन अशुद्ध आत्माओं को, उन दुर्बलता की आत्माओं को, उन बीमारी फैलाने वाली आत्माओं को आदेश देता हूं उनके शरीरों से जाने का और वापस नहीं आने का यीशु मसीह के नाम। ओ धन्यवाद परमेश्वर, तू कितना भला है। तू हर समय मेरे भलाई के लिए सोचता है और तूने हर वक्त मेरा भला किया है। तू कितना भला है, तू कितना भला है। यीशु तू है, तू कितना भला है। हाँ, तू कितना भला है। तूने मेरा भला किया, तूने मेरा भला किया। तूने मेरा भला किया। तू सब कुछ भला करता। तू कितना भला है, तू भला है, तू कितना भला है। यीशु तू है, तू कितना भला है। ओ धन्यवाद, तू कितना भला है।
यीशु से मुझे बचा, तूने मेरा भला किया, हर बुराई से, हर परेशानी से मुझे बचा कर मेरा भला किया, तूने मेरा भला किया। और तू सब कुछ भला करता है, तू सब कुछ भला करता है, तू कितना भला है, ओ प्यारे यीशु, तू कितना भला है, तू कितना भला है, तू कितना भला है, तूने मेरा भला किया, मेरा भला किया, तूने मेरा भला किया, ओ यीशुआ, तूने मेरा भला किया, तू सब कुछ भला करता, तूने मेरा भला किया, तूने मेरा भला किया, तेरा धन्यवाद मैं करूं, तूने मेरा भला किया, उसका धन्यवाद दीजिएगा, ये तूने मेरा भला किया, तूने मेरा भला किया, तू सब कुछ भला करता, सब कुछ भला करता, ओ यीशु, हालेलुया, प्रेज द लॉर्ड, वो भला परमेश्वर है। Intralaraba mundraba sikama hori kendrebe malarako mashikama sokorobo kundrobo liga mandaraba Indriya laraba mundaraba shikama sekerebe kenderebe Rababa rako masekerebe kendriya baliga mundaraba logo masekerebe kendriya liga ho sheke maserebe अन्य भाषा बोलते हुए गैर भाषा बोलते हुए अपने दिलों को तैयार करते हुए रीखा मा सोरब खुंद्रब लीग्रा मंदरबा लोगो मा ज़ेरेबे के सेंदरेबे ये तैयारी का साल है और हुण भी आप उत्सव के महीने दे विच अपने हत्थां नूं उठाते हुए री मामा साकरबा खुंद्रब लीग्रा मंदरबा रिसल दा महूरबा हसरबा अपने पवित्र हत्थां नूं उठाते हुए अपने पवित्र हत्थां नूं उठाते हुए रीगला रबा मुंदरबा सेकरबा तुहाड़ा धन्नवाद करते हैं तुहाड़ी दया वास्ते तुहाड़ी करुणा वास्ते और तुहाड़ा धन्नवाद करते हैं साडा प्रभु होने वास्ते। धन्नवाद प्रभु अपने आत्मा के द्वारा सानू बुलाउण वास्ते। धन्नवाद प्रभु साड़ी आत्मावां नूं खोलण वास्ते कि असीं तुहाडी सच्चाई नूं समझ सकीए। तुहाड़ा धन्नवाद करते हैं तुहाड़ा धन्नवाद करते हैं साडे हिरदे नूं खोलण वास्ते। धन्नवाद करते हैं इस समय वास्ते जो तुसीं सानू दिता। असीं कहने हैं प्रभु साड़ी आत्मावां साडे मस्तिष्क खुले आ तुहाडे वचन नूं सुनण वास्ते और ग्रहण करने वास्ते। तुहाड़ा धन्नवाद करते हैं साडे को सुनने वाले कान देखने वालियां अखां और समझण वाला मन है। पवित्र आत्मा जी तुहाड़ा धन्नवाद करते हैं तुहाडी महान उपस्थिति वास्ते जो इत्थे इस जगह ते है। तुहाड़ा धन्नवाद करते हैं धन्नवाद करते हैं और इस प्रार्थना यीशु मसीह के नाम दे विच मंगते हैं आमीन। प्रेज द लॉर्ड। तुसीं बैठ सकते हो और जोर नाल ताली बजा सकते हो यीशु मसीह वास्ते। पड़ोसी का स्वागत करांगे और बोलांगे स्वागत है तुहाडा। प्रेज द लॉर्ड। और साडा संदेश चल रहा प्रार्थना दियां आशीषां। प्रेज द लॉर्ड। ये बहुत ही इंपॉर्टेंट टॉपिक है बट टॉपिक कहना गलत होएगा। ये कहना चाहिए कि बहुत ज़्यादा इंपॉर्टेंट एक्सरसाइज है अभ्यास है। कुछ चीज़ां हुंदियां जिहड़ियां थ्योरी विच तुहानूं घट समझाइयां जा सकदियां पर प्रैक्टिकल विच ज़्यादा समझाइयां जा सकदियां। अगर थ्योरी विच तुहानूं समोसे का संवाद समझाया जाए तो 15 दिन लग सकते हैं और अगर मैं समोसा तुहाडे मूँह विच पा देवां तो मैनूं समझाउण दी लोड़ नहीं है।
ਔਰ ਇਸੇ ਤਰ੍ਹਾਂ ਪ੍ਰਾਰਥਨਾ ਹੀ ਆ। ਅਗਰ ਤਾਂ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਪ੍ਰਾਰਥਨਾ ਕਿੰਨੀ ਜ਼ਰੂਰੀ ਆ ਔਰ ਪ੍ਰਾਰਥਨਾ ਕਿੰਨੀ ਜ਼ਰੂਰੀ ਹੈ, ਇਹ ਤੁਹਾਨੂੰ ਉਨੀ ਦੇਰ ਤੱਕ ਸਮਝ ਨਹੀਂ ਆਏਗਾ ਜਿੰਨੀ ਦੇਰ ਤੱਕ ਤੁਸੀਂ ਖੁਦ ਪ੍ਰਾਰਥਨਾ ਨਹੀਂ ਕਰਦੇ। ਸੋ ਇੰਪੋਰਟੈਂਟ, ਸੋ ਇੰਪੋਰਟੈਂਟ। ਬਹੁਤਿਆਂ ਨੂੰ ਪਤਾ ਹੈ ਕਿ ਅਗਰ ਉਹ ਪ੍ਰਾਰਥਨਾ ਕਰਨਗੇ ਤਾਂ ਚੀਜ਼ਾਂ ਬਦਲ ਜਾਣਗੀਆਂ, ਉਹ ਫਿਰ ਵੀ ਉਹ ਨਹੀਂ ਕਰਦੇ। ਔਰ ਕਿਤੇ ਨਾ ਕਿਤੇ ਉਹਨਾਂ ਦੀ ਧਾਰਮਿਕ ਮਾਨਸਿਕਤਾ ਉਹਨਾਂ ਨੂੰ ਰੋਕਦੀ ਆ, ਕਿਉਂਕਿ ਉਹ ਚਰਚ ਵਿੱਚ ਸੁਣਦੇ ਆ ਕਿ ਪ੍ਰਾਰਥਨਾ ਕਰੋ ਉਹ ਚੀਜ਼ਾਂ ਬਦਲ ਜਾਣਗੀਆਂ। ਲੇਕਿਨ ਜਦੋਂ ਉਹ ਧਰਮ ਵਿੱਚ ਸੀਗੇ ਔਰ ਉਹਨਾਂ ਨੇ ਪ੍ਰਾਰਥਨਾਵਾਂ ਕੀਤੀਆਂ ਤਾਂ ਚੀਜ਼ਾਂ ਨਹੀਂ ਬਦਲੀਆਂ। ਇਹ ਇਸ ਤਰ੍ਹਾਂ ਨਾਲ ਹੈ ਕਿ ਅਗਰ ਤੁਸੀਂ ਹਾਥੀ ਦੇ ਛੋਟੇ ਬੱਚੇ ਨੂੰ ਲਵੋ ਔਰ ਬੱਚੇ ਨੂੰ ਤੁਸੀਂ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਦੇ ਆ, ਲੇਕਿਨ ਜਦੋਂ ਉਹ ਪੂਰਾ ਹਾਥੀ ਬਣ ਜਾਏਗਾ, ਇੱਕ ਵੱਡਾ ਹਾਥੀ ਬਣ ਜਾਏਗਾ ਔਰ ਤੁਸੀਂ ਉਹਨੂੰ ਕਿਸੇ ਵੀ ਚੀਜ਼ ਨਾਲ ਬੰਨ੍ਹ ਕੇ ਨਹੀਂ ਰੱਖ ਸਕਦੇ। ਪ੍ਰੇਜ਼ ਦ ਲਾਰਡ। ਲੇਕਿਨ ਫਿਰ ਤੁਸੀਂ ਉਸ ਸਾਥੀ ਨੂੰ ਇੱਕ ਰੱਸੀ ਨਾਲ ਬੰਨ੍ਹ ਦਿੰਦੇ ਹੋ। ਇੱਦਾਂ ਹੀ ਹੁੰਦਾ ਵਾ ਕਿ ਅਗਰ ਤੁਸੀਂ ਬਹੁਤ ਸਾਲ ਧਰਮ ਵਿੱਚ ਬਿਤਾਏ ਆ, ਪਰ ਇੱਥੇ ਜਦੋਂ ਅਸੀਂ ਤੁਹਾਨੂੰ ਕੁਝ ਸੱਚਾਈਆਂ ਦੱਸਣੀਆਂ ਸ਼ੁਰੂ ਕਰਦੇ ਹਾਂ, ਸ਼ਾਇਦ ਉਹਦਾ ਥੋੜ੍ਹਾ ਜਿਹਾ ਸਵਰੂਪ ਤੁਹਾਨੂੰ ਧਰਮ ਦੇ ਵਿੱਚ ਪਤਾ ਹੋਵੇ, ਪਰ ਕਿਉਂਕਿ ਉਹ ਮਾਨਸਿਕਤਾ ਪੂਰੀ ਤਰ੍ਹਾਂ ਬਦਲੀ ਹੋਈ ਨਹੀਂ ਹੁੰਦੀ, ਇਸ ਕਰਕੇ ਜੋ परिणाम ਆਉਣੇ ਚਾਹੀਦੇ ਆ ਉਹ ਨਹੀਂ ਆਉਂਦੇ। ਪ੍ਰੇਜ਼ ਦ ਲਾਰਡ। ਐਗਜ਼ਾਮਪਲ ਲਵਾਂਗੇ ਕਿ ਸਾਰੇ ਲੋਕ ਪ੍ਰਾਰਥਨਾ ਕਰਦੇ ਆ, ਸਵੇਰੇ ਉੱਠ ਕੇ ਸਾਰੇ ਪ੍ਰਾਰਥਨਾ ਕਰਦੇ ਆ ਔਰ ਉਹ ਕੋਈ ਆਸ਼ਾ ਨਹੀਂ ਕਰਦੇ ਕਿ ਜੋ ਉਹਨੇ ਸਵੇਰੇ ਪ੍ਰਾਰਥਨਾ ਕੀਤੀ ਆ ਉਹਨਾਂ ਨਾਲ ਉਹਨਾਂ ਦਾ ਦਿਨ ਜੁੜਿਆ ਹੋਇਆ। ਉਹ ਸਵੇਰੇ ਪ੍ਰਾਰਥਨਾ ਕਰਦੇ ਆ, ਲੇਕਿਨ ਉਹਨਾਂ ਨੂੰ ਕੋਈ ਵੀ ਆਸ਼ਾ ਨਹੀਂ ਹੈ ਕਿ ਉਹ ਆਪਣੇ ਦਿਨ ਦੀ ਕੋਈ ਵੀ ਘਟਨਾ ਬਦਲ ਪਾਉਗੇ ਉਸ ਪ੍ਰਾਰਥਨਾ ਦੇ ਨਾਲ ਜਿਹੜੀ ਉਹਨਾਂ ਨੇ ਸੁਬਾਹ ਕੀਤੀ ਸੀ। ਤੇ ਜਦੋਂ ਲੋਕ ਮਸੀਹਤ ਵਿੱਚ ਆਉਂਦੇ ਆ, ਉਹਨਾਂ ਦੀ ਉਹੀ ਮਾਨਸਿਕਤਾ ਰਹਿੰਦੀ ਆ। ਉਹ ਕਹਿੰਦੇ ਆ ਛੱਡੋ, ਕੁਛ ਬਦਲਣ ਵਾਲਾ ਤਾਂ ਹੈ ਹੀ ਨਹੀਂ ਆ। ਇਹੀ ਕਾਰਨ ਹੈ ਕਿ ਉਹ ਘੱਟ ਪ੍ਰਾਰਥਨਾ ਕਰਦੇ ਆ। ਪਰ ਤੁਹਾਨੂੰ ਇੱਕ ਚੀਜ਼ ਸਮਝਣੀ ਪਏਗੀ ਕਿ ਜਿੰਨੀ ਦੇਰ ਤੱਕ ਤੁਸੀਂ ਮਸੀਹ ਵਿੱਚ ਨਹੀਂ ਸੀ, ਕਿ ਤੁਸੀਂ ਜਿਹਨੂੰ ਪ੍ਰਾਰਥਨਾ ਕਿਹਾ ਉਹ ਪ੍ਰਾਰਥਨਾ ਵੀ ਨਹੀਂ ਸੀ। ਪ੍ਰੇਜ਼ ਦ ਲਾਰਡ। ਤੁਸੀਂ ਬੋਲ ਸਕਦੇ ਹੋ ਕਿ ਜਿੰਨੀ ਦੇਰ ਤੱਕ ਤੁਸੀਂ ਮਸੀਹ ਵਿੱਚ ਨਹੀਂ ਸੀਗੇ ਔਰ ਜਿਹਨੂੰ ਤੁਸੀਂ ਪ੍ਰਾਰਥਨਾ ਕਿਹਾ ਉਹ ਪ੍ਰਾਰਥਨਾ ਵੀ ਨਹੀਂ ਸੀ, ਕਿਉਂਕਿ ਪ੍ਰਾਰਥਨਾ ਤੁਸੀਂ ਇੱਕ ਚੰਗੇ ਵਿਅਕਤੀ ਨਾਲ ਕਰਦੇ ਹੋ ਔਰ ਪ੍ਰਾਰਥਨਾ ਤੁਸੀਂ ਉਹਦੇ ਕੋਲ ਕਰਦੇ ਹੋ ਜਿਹੜਾ ਤੁਹਾਡੇ ਤੋਂ ਉਹਦੇ ਤੋਂ ਵੱਡਾ ਹੈ, ਔਰ ਪ੍ਰਾਰਥਨਾ ਤੁਸੀਂ ਉਹ ਤੋਂ ਕਰਦੇ ਹੋ ਜਿਹੜਾ ਤੁਹਾਡਾ ਭਲਾ ਚਾਹੁੰਦਾ, ਔਰ ਪ੍ਰਾਰਥਨਾ ਤੁਸੀਂ ਉਹ ਤੋਂ ਕਰਦੇ ਹੋ ਕਿ ਜਿਹੜਾ ਤੁਹਾਨੂੰ ਪ੍ਰੇਮ ਕਰਦਾ। ਪ੍ਰਾਰਥਨਾ ਤੁਸੀਂ ਉਹ ਤੋਂ ਕਰਦੇ ਆ ਕਿ ਜਿਹਦੇ ਹੱਥ ਵਿੱਚ ਤੁਹਾਨੂੰ ਲੱਗਦਾ ਕਿ ਉਹਨੂੰ ਤੁਹਾਡੇ ਜੀਵਨ ਨੂੰ ਬਦਲਣ ਦੀ ਤਾਕਤ ਹੈ। ਪ੍ਰੇਜ਼ ਦ ਲਾਰਡ। ਕਿੰਨੇ ਜਨ ਮੇਰੀ ਗੱਲ ਸਮਝ ਰਹੇ ਆ? ਹੈਲੋ, ਕੀ ਤੁਸੀਂ ਸੁਣ ਰਹੇ ਹੋ? ਇਹ ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਪਰਮੇਸ਼ਰ ਬਾਰੇ ਪਤਾ ਹੀ ਨਹੀਂ। ਤਾਂ ਮੇਰਾ ਸਵਾਲ ਇਹ ਆ ਕਿ ਜਦੋਂ ਤੁਸੀਂ ਪ੍ਰਾਰਥਨਾ ਕੀਤੀ, ਕੀ ਤੁਸੀਂ ਸਮਝਦੇ ਹੋ ਕਿ ਪਰਮੇਸ਼ਰ ਤੁਹਾਡੇ ਵਾਸਤੇ ਭਲਾ ਸੀ? ਕੀ ਤੁਹਾਨੂੰ ਪਤਾ ਸੀ ਕਿ ਪਰਮੇਸ਼ਰ ਤੁਹਾਡੇ ਨਾਲ ਪ੍ਰੇਮ ਕਰਦਾ? ਨਹੀਂ ਪਤਾ। ਕੀ ਤੁਹਾਨੂੰ ਪਤਾ ਸੀਗਾ ਕਿ ਪਰਮੇਸ਼ਰ ਕੁਝ ਬਦਲ ਸਕਦਾ? ਔਰ ਜਿਹਨੂੰ ਤੁਸੀਂ ਪ੍ਰਾਰਥਨਾ ਕਿਹਾ ਉਹ ਵਾਸਤਵ ਵਿੱਚ ਪ੍ਰਾਰਥਨਾ ਸੀ ਨਹੀਂ, ਉਹ ਐਕਚੁਅਲ ਵਿੱਚ ਸ਼ੈਤਾਨ ਸੀ ਜਿਨ੍ਹਾਂ ਨੂੰ ਤੁਸੀਂ ਪ੍ਰਾਰਥਨਾ ਕੀਤੀ ਆ। ਔਰ ਸ਼ੈਤਾਨ ਦੇ ਕੋਲੋਂ ਕੁਝ ਵੀ ਚੰਗਾ ਨਹੀਂ ਹੈ। ਇਹੀ ਕਾਰਨ ਹੈ ਕਿ ਲੋਕ ਪ੍ਰਾਰਥਨਾ ਕਰਦੇ ਆ ਔਰ ਕਹਿੰਦੇ ਆ ਕਿ ਮੈਂ ਪ੍ਰਾਰਥਨਾ ਕੀਤੀ ਆ ਔਰ ਹੋਰ ਬੁਰਾ ਹੋ ਗਿਆ। ਕਿਉਂ? ਕਿਉਂਕਿ ਜੇ ਤੋਂ ਪ੍ਰਾਰਥਨਾ ਕਰਦੇ ਆ ਉਹ ਪਰਮੇਸ਼ਰ ਨਹੀਂ ਹੈ, ਉਹ ਕੀ ਆ? ਸ਼ੈਤਾਨ। ਇਸੇ ਕਰਕੇ ਜਦੋਂ ਅਸੀਂ ਉਹਨੂੰ ਚਰਚ ਵਿੱਚ ਪ੍ਰਾਰਥਨਾ ਕਰਨ ਵਾਸਤੇ ਕਹਿੰਦੇ ਆ ਔਰ ਉਹਨਾਂ ਦੇ ਦਿਮਾਗ ਵਿੱਚ ਉਹੀ ਗੱਲ ਹੈ, ਨਹੀਂ ਪ੍ਰਾਰਥਨਾ ਨਹੀਂ ਕਰਨੀ, ਪਿਛਲੀ ਵਾਰ ਕੀਤੀ ਸੀਗੀ ਤਾਂ ਹੋਰ ਵਿਗੜ ਗਿਆ ਸੀ ਕੰਮ। ਲੇਕਿਨ ਪਿਛਲੀ ਵਾਰ ਵਿੱਚ ਔਰ ਇਸ ਵਾਰ ਵਿੱਚ ਬਹੁਤ ਜ਼ਿਆਦਾ ਅੰਤਰ ਹੈ, ਕਿਉਂਕਿ ਪਿਛਲੀ ਵਾਰ ਤੁਸੀਂ ਪ੍ਰਾਰਥਨਾ ਕਿਹਨੂੰ ਕੀਤੀ ਸੀ? ਸ਼ੈਤਾਨ ਨੂੰ। ਲੇਕਿਨ ਹੁਣ ਕਿਹਨੂੰ ਕਰਦੇ ਆ? ਪ੍ਰੇਮੀ ਪਰਮੇਸ਼ਰ ਨੂੰ, ਜਿਹੜਾ ਤੁਹਾਡੇ ਵਾਸਤੇ ਮਰ ਚੁੱਕਾ। ਹਾਲੇਲੂਇਆ। That's what makes prayer exciting. ਇੱਥੇ ਪ੍ਰਾਰਥਨਾ ਐਕਸਾਈਟਡ ਬਣ ਜਾਂਦੀ ਆ। ਮੈਨੂੰ ਪ੍ਰਾਰਥਨਾ ਕਰਨਾ ਪਸੰਦ ਹੈ ਕਿਉਂਕਿ ਮੈਨੂੰ ਪਤਾ ਹੈ ਜੋ ਉੱਪਰ ਬੈਠਾ ਮੇਰੇ ਨਾਲ ਪ੍ਰੇਮ ਕਰਦਾ, ਔਰ ਮੈਨੂੰ ਪਤਾ ਕਿ ਉਹ ਮੈਨੂੰ ਪ੍ਰੇਮ ਕਰਦਾ ਔਰ ਮੇਰੀ ਪ੍ਰਾਰਥਨਾ ਦਾ ਉੱਤਰ ਦੇਗਾ। ਤਾਂ ਇਹ ਕਦੀ ਨਾ ਸੋਚੋ ਕਿ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ ਉਹ ਚੀਜ਼ਾਂ ਬਦਲ ਜਾਣਗੀਆਂ। ਕਦੀ ਨਾ ਸੋਚੋ। ਬਹੁਤ ਸਾਰੇ ਲੋਕ ਸੋਚਦੇ ਆ ਕਿ ਪ੍ਰਾਰਥਨਾ ਨਹੀਂ ਕਰਨਗੇ ਔਰ ਜ਼ਿੰਦਗੀ ਬਦਲ ਜਾਏਗੀ। ਇਹ ਚਮਤਕਾਰ ਨਹੀਂ ਹੋਣ ਵਾਲਾ। ਬਿਨਾਂ ਪ੍ਰਾਰਥਨਾ ਕੀਤੇ ਤੁਹਾਡੀ ਜ਼ਿੰਦਗੀ ਨਹੀਂ ਬਦਲੇਗੀ। ਪ੍ਰੇਜ਼ ਦ ਲਾਰਡ। ਪੜੋਸੀ ਨੂੰ ਬੋਲੋ, ਇਹ ਬਿਨਾਂ ਪ੍ਰਾਰਥਨਾ ਕੀਤੇ ਤੁਹਾਡੀ ਜ਼ਿੰਦਗੀ ਨਹੀਂ ਬਦਲੇਗੀ। ਅਗਰ ਤੁਸੀਂ ਮੋਟੇ ਹੋ, ਤੁਸੀਂ ਨੌਕਰ ਨੂੰ ਹਾਇਰ ਕਰਕੇ ਨਹੀਂ ਬੋਲ ਸਕਦੇ 10 ਕਿਲੋਮੀਟਰ ਦੌੜ ਕਿ ਮੇਰਾ ਵਜ਼ਨ ਘੱਟ ਕਰਨਾ ਹੈ। ਕੁਝ ਲੋਕ ਪ੍ਰਾਰਥਨਾ ਦੇ ਨਾਲ ਇੱਦਾਂ ਹੀ ਕਰਦੇ ਆ, ਉਹ ਭਾਈ ਮੇਰੇ ਵਾਸਤੇ ਪ੍ਰਾਰਥਨਾ ਕਰ ਦਿਓ। ਉਹ ਮੋਟੇ ਤੁਸੀਂ ਹੋ, ਤੁਸੀਂ ਦੌੜੋ। ਪ੍ਰਾਰਥਨਾ ਦਾ ਅਸਲੀ ਮਜ਼ਾ ਉਦੋਂ ਆਉਂਦਾ ਜਦੋਂ ਤੁਸੀਂ ਖੁਦ ਕਰੋ, ਕਿਉਂਕਿ ਪ੍ਰਾਰਥਨਾ ਵਿੱਚ ਕੇਵਲ ਉੱਤਰ ਨਹੀਂ ਹੈ, ਪ੍ਰਾਰਥਨਾ ਵਿੱਚ ਅਣਗਿਣਤ ਆਸ਼ੀਸ਼ਾਂ ਹੈ। ਪ੍ਰੇਜ਼ ਦ ਲਾਰਡ। ਕੀ ਆ? ਅਣਗਿਣਤ ਆਸ਼ੀਸ਼ਾਂ। ਉੱਤਰ ਦਾ ਪ੍ਰਾਰਥਨਾ ਦਾ ਇੱਕ ਛੋਟਾ ਜਿਹਾ ਭਾਗ ਹੈ।
ਔਰ ਹੁਣ ਵੀ ਜਦੋਂ ਤੁਸੀਂ ਪ੍ਰਾਰਥਨਾ ਉੱਤਰ ਵਾਸਤੇ ਕਰਦੇ ਹੋ, ਚੀਜ਼ਾਂ ਬਦਲਣ ਵਾਸਤੇ ਕਰਦੇ ਹੋ, ਉਹ ਵੀ ਛੋਟਾ ਜਿਹਾ ਭਾਗ ਹੈ। ਪ੍ਰਾਰਥਨਾ ਦੇ ਵਿੱਚ ਬਹੁਤ ਕੁਛ ਹੈ। ਓ ਬੋਏ, ਓ ਬੋਏ, ਓ ਬੋਏ, ਇਹਦੇ ਵਿੱਚ ਅਣਗਿਣਤ ਆਸ਼ੀਸ਼ਾਂ, ਜਿਹਨੂੰ ਅਸੀਂ ਸਵਰਗ ਤੱਕ ਵੀ ਤੁਹਾਨੂੰ ਸਿਖਾਵਾਂਗੇ ਤਾਂ ਬਹੁਤ ਜ਼ਿਆਦਾ ਅਸੀਂ ਤੁਹਾਨੂੰ ਸਮਝਾ ਨਹੀਂ ਪਾਵਾਂਗੇ। ਇਹ ਉਹ ਚੀਜ਼ ਹੈ ਕਿ ਅਗਰ ਮੈਂ ਤੁਹਾਨੂੰ ਸਮੋਸੇ ਦਾ ਸਵਾਦ ਸਮਝਾਵਾਂ ਤਾਂ ਬੁੱਧੀਮਾਨੀ ਇਹਦੇ ਵਿੱਚ ਹੀ ਆ। ਮੈਂ ਕਹੂੰਗਾ ਭਾਈ ਖਾ ਕੇ ਦੇਖ। ਔਰ ਇਸੇ ਤਰ੍ਹਾਂ ਅਗਰ ਜਦ ਤੁਸੀਂ ਪ੍ਰਾਰਥਨਾ ਸਮਝਣੀ ਹੈ ਤਾਂ ਪ੍ਰਾਰਥਨਾ ਕਰੋ। ਪ੍ਰਾਰਥਨਾ ਨੂੰ ਸਮਝਣ ਦਾ, ਸਿੱਖਣ ਦਾ ਇੱਕੋ ਹੀ ਤਰੀਕਾ ਹੈ ਕਿ ਪ੍ਰਾਰਥਨਾ ਕਰੋ। ਪ੍ਰੇਜ਼ ਦ ਲਾਰਡ। ਪੜੋਸੀ ਨੂੰ ਬੋਲੋ, ਕਰਵਾਓ ਮਤ, ਕਰੋ। बोलो, प्रार्थना करवाओ नहीं, करो। सुंगो नहीं, खाओ। सही है, देखियो ना, खाओ। और कुछ लोग प्रार्थना किदा करते हैं मन विच नहीं, प्रार्थना मूँह तो हुंदी आ। कई बोलते नहीं प्रभु सारे सब कुछ जानदा। तो भाई जे प्रभु जानदा तो प्रभु ने क्यों प्रार्थना मूँह नाल कीती? प्रभु जानदा और तुहाडे मूँहों सुनना चाहता। सानू किदा पता कि यीशु मसीह ने की बोलिया? नहीं लिखी यीशु मसीह की प्रार्थना, बाइबल च लिखी है ना यीशु मसीह की प्रार्थना। अगर यीशु मसीह ने मन में प्रार्थना की हुंदी तो सानू पता नहीं हुंदा। लेकिन यीशु मसीह प्रार्थना करते समय मूँह नाल बोल रहा सी, छोटी छोटी चीज़ां, पर वो चीज़ां जिन्हां दा लोकां दे जीवन दे विच बदलाव नहीं आंदा। वो खड़े हो जाणगे। मैं पूछूंगा की कर रहे हैं प्रार्थना? वो इदा क्यों करते हैं? क्योंकि उन्होंने देखा यही मुद्रा का पोज जो उन्होंने टीवी च देखा, कोई गया और खड़ा हो गया। और मैं पूछा भाई की कर रहे हैं? प्रार्थना कर रहे हैं। और भाई मैं क्या प्रार्थना नहीं कर रहे हैं, तो अपना टाइम खराब कर रहे हैं। अगर यीशु मसीह ने बोल के प्रार्थना की थी तो तुसी मुंह बंद करके किद्दां कर सकते हैं? प्रेज द लॉर्ड। बोलो, यीशु मसीह ने मुंह खोल के प्रार्थना की थी, अपना मुंह खोल के नहीं की। तो तुसी ये ना सोचो कि तुसी दिल तो मन तो प्रार्थना करोगे। नहीं, प्रार्थना मन तो नहीं हुंदी, प्रार्थना मूँह तो हुंदी आ। बोलो, प्रार्थना मूँह नाल हुंदी आ, मन तो विश्वास हुंदा। तुसी पढ़ सकते हो रोमियो की पुस्तक 9 अध्याय 10वां वचन। 10वां वचन की लिखा, क्योंकि सत्यनिष्ठा वास्ते मन तो विश्वास किया जाता। मन तो की हुंदा? विश्वास। की हुंदा? विश्वास या प्रार्थना। क्योंकि सत्यनिष्ठा वास्ते मन तो की हुंदा? विश्वास। तो इन्हें कहो कि प्रार्थना तो मन नाल हुंदी आ। भाई साहब सुधर जाओ, धर्म तो बाहर निकलो। प्रेज द लॉर्ड। साडे इत्थे प्रार्थना मन तो नहीं हुंदी, कित्थों हुंदी आ? मूँह तो। प्रार्थना मूँह तो हुंदी आ। समझ गए? मन तो नहीं करेंगे, क्योंकि मन की प्रार्थना तो मन भी नहीं बदलेगा। प्रेज द लॉर्ड। प्रार्थना किद्दां करनी? मूँह नाल। किद्दां करनी? मूँह नाल। याद रहूगा ना, भुलूगा तो नहीं। प्रेज द लॉर्ड। इट्स वेरी इंपॉर्टेंट। लेकिन दूजी जगह की हुंदा वा, की कहंदे आ, वो एक आदमी की कर सकदा भाई? भाई एक आदमी दुनिया किद्दां बदल सकदा? भाई दुनिया बदलने वास्ते बहुत बंदे चाहिए आ। फिर झूठ बोलिया गया तैनूं। अगर तुसी बाइबल पढ़ोगे तो पता लगेगा कि एक आदमी की कर सकदा। अब पढ़ांगे यहेजकेल 22वां अध्याय वचन। बोलो, प्रार्थना करो, मुँह खोल के करो। अच्छा, हाथ उठाओ, बोलो, परमेश्वर तुहाडा धन्नवाद, मैं तुहाडे नाल प्रेम करदा। ये सारी चंगियां आदतां जिहड़े तुसीं जीवन विच लागू करनियां। प्रेज द लॉर्ड। अच्छा, पड़ोसी नूं बोलो कि मुँह खोल के प्रार्थना करनी है। बोलो, मुँह खोल के प्रार्थना करनी है। मैं तुहाडी प्रैक्टिस करा रहा ताकि तुसीं घर जाके भी मुँह खोल के प्रार्थना करो। यहेजकेल 22वां अध्याय 29वां वचन लिखिया, देश दे साधारण लोग भी अंधेर करदे आ और पराया धन छीनदे आ। और दीन दरिद्र नूं पीसदे और न्याय की चिंता छड्ड के और परदेसी ते भी अंधेर करदे आ। मैं तुहानूं दस्सिया पिछली बार कि लीडर क्यों बुरे मिलते हैं? क्योंकि देश के लोग ही बुरे होंगे। याद है? किन्ने नूं याद है? सिखाया सी ना, लिखिया। सब्जी वाला भी 900 ग्राम दे के तैयार है। अगर ध्यान इधर उधर हो जाए तो 2 गले सड़े टमाटर पा देगा वो। अगर ऑटो वाले नूं मौका मिले वो सीधी जांदी बजाए घुमा के लंबा ले जाएगा। और 20 रुपए का चावल 50 रुपए किलो बना के बेच दिया। सारे बेईमानी करने वास्ते तुले हुए। और फिर कहते लीडर बेईमान क्यों मिल गया? इसलिए मिले क्योंकि देश के आम लोग भी वो नहीं, जेडे प्रशासन च बैठे हैं, जेडे अधिकार च बैठे नहीं, आम आदमी भी की करन ते तुलिया होया? बेईमानी। प्रेज द लॉर्ड। हालेलुया। तो की लिखा कि देश के आम लोग भी नेर करदे, पराए धन नूं खोंदे, दीन दरिद्र नूं पीसदे और न्याय की चिंता नूं छड्ड के परदेसी उपर भी नेर करदे। नैक्सट इंपोर्टेंट
ਲਿਖਿਆ ਮੈਨੂੰ ਇਹ ਮਨੁੱਖ ਲੱਭਣਿਆ। ਕੌਣ ਗੱਲ ਕਰ ਰਿਹਾ? ਪਰਮੇਸ਼ਵਰ। ਮੈਂ ਇਹੋ ਜਿਹਾ ਮਨੁੱਖ ਖੋਜਿਆ ਚਾਹਿਆ ਜਿਹੜਾ ਬਾੜੇ ਨੂੰ ਸੁਧਾਰੇ ਔਰ ਦੇਸ਼ ਦੇ ਨਮਤ ਨਾਕੇ ਵਿੱਚ ਏਦਾਂ ਖੜਾ ਹੋਵੇ ਕਿ ਮੈਨੂੰ ਉਹਦਾ ਨਾਸ਼ ਨਾ ਕਰਨਾ ਪਵੇ, ਪਰ ਇਹੋ ਜਿਹਾ ਕੋਈ ਨਹੀਂ ਮਿਲਿਆ। ਪਰਮੇਸ਼ਵਰ ਕਿੰਨੇ ਲੋਕਾਂ ਨੂੰ ਲੱਭ ਰਿਹਾ ਸੀ? ਇੱਕ। ਤਾਂ ਕਿਸੇ ਨੂੰ ਇਹ ਨਾ ਦੱਸਣ ਦਿਓ ਕਿ ਤੁਸੀਂ ਅਕੇਲੇ ਕੁਝ ਨਹੀਂ ਕਰ ਸਕਦੇ। ਅਗਰ ਤੁਸੀਂ ਇਕੱਲੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝ ਲਓ, सोच के देखो कि पूरे देश वास्ते परमेश्वर ਨੂੰ ਇੱਕ ਇਨਸਾਨ ਚਾਹੀਦਾ। ਓ ਬੋਏ, सोच के देखो। यही कारण है कि ਅਸੀਂ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਆ। सोचो अगर मैं प्रार्थना करके चीज़ां बदल सकदा तो अगर ਅਸੀਂ ਸਾਰੇ ਇੱਕ ਮਨ ਹੋ ਕੇ ਪ੍ਰਾਰਥਨਾ ਕਰਾਂਗੇ ਅਸੀਂ ਕੀ ਨਹੀਂ ਬਦਲ ਸਕਦੇ। प्रेज द लॉर्ड, हालेलुया। ਕਿਸੇ ਵੀ ਖਾਨਦਾਨ ਦੇ ਵਿੱਚ ਗਲੀ ਵਿੱਚ ਕੁਝ ਖਰਾਬ ਨਹੀਂ ਹੋਏਗਾ ਕਿਉਂਕਿ ਹਰ ਜਗ੍ਹਾ ਮੈਂ ਔਰ ਤੁਸੀਂ ਹੋਵਾਂਗੇ ਜੋ ਉਸ ਗਲੀ ਦਾ ਵਿਧਾਨ ਬਦਲ ਰਹੇ ਹੋਣਗੇ। ਹਾਲੇਲੂਇਆ। ਜੋ ਉਸ ਖਾਨਦਾਨ ਦਾ ਵਿਧਾਨ ਬਦਲ ਰਹੇ ਹੋਣਗੇ। ਹਾਲੇਲੂਇਆ। ਤੁਸੀਂ ਸੁਣ ਰਹੇ ਹੋ? ਔਰ ਇਹ ਨਾ ਸੋਚੋ ਕਿ ਮੈਂ ਇਕੱਲਾ ਕੀ ਕਰ ਸਕਦਾ। ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਪਰਮੇਸ਼ਰ ਨੇ ਪੂਰੇ ਦੇਸ਼ ਵਾਸਤੇ ਕਿਹਨੂੰ ਲੱਭ ਰਿਹਾ? ਇੱਕ। ਇਸ ਲਈ ਕ੍ਰਾਈਸਟ ਮੈਸੇਜ ਵਿੱਚ ਅਸੀਂ ਪ੍ਰਾਰਥਨਾ ਕਰਦੇ ਨਹੀਂ ਆ, ਅਸੀਂ ਕਹਿੰਦੇ ਆ ਖੁਦ ਕਰਨਾ ਸਿੱਖੋ। ਤੁਹਾਨੂੰ ਨਹੀਂ ਪਤਾ ਅਗਰ ਤੁਸੀਂ ਪ੍ਰਾਰਥਨਾ ਕਰਨਾ ਸਿੱਖ ਲਿਆ ਤਾਂ ਪਰਮੇਸ਼ਰ ਕਿੰਨਾ ਖੁਸ਼ ਹੈ। ਤੁਸੀਂ ਕਿੰਨੀ ਹੈਲਪ ਕੀਤੀ ਆ ਪੂਰੀ ਦੁਨੀਆ ਦੀ। ਗॉड इज हैप्पी। ਸੋਚੋ ਕਿ ਪਰਮੇਸ਼ਰ ਲੱਭ ਰਿਹਾ ਇੱਕ ਨੂੰ ਔਰ ਉਹਨੂੰ ਇੱਕ ਵੀ ਨਹੀਂ ਮਿਲਿਆ। ਸੋਚ ਕੇ ਦੇਖੋ। ਔਰ ਇਹ ਬਹੁਤ ਵਾਰੀ ਹੁੰਦਾ। ਔਰ ਬਹੁਤ ਸਾਰੇ ਲੋਕ ਕਹਿੰਦੇ ਆ ਪਾਸਟਰ ਮੇਰੇ ਖਾਨਦਾਨ ਦੇ ਵਿੱਚ ਬਹੁਤ ਪਰੇਸ਼ਾਨੀ ਆ। ਮੈਂ ਕਹਿੰਦਾ ਕਿ ਤੁਸੀਂ ਉਹ ਇੱਕ ਇਨਸਾਨ ਕਿਉਂ ਨਹੀਂ ਬਣ ਸਕਦੇ ਜਿਹੜਾ ਪੂਰੇ ਖਾਨਦਾਨ ਦੀ ਪਰੇਸ਼ਾਨੀ ਨੂੰ ਹਟਾ ਸਕਦਾ? ਤੁਸੀਂ ਉਹ ਇੱਕ ਆਦਮੀ ਕਿਉਂ ਨਹੀਂ ਹੋ ਸਕਦੇ? ਤੁਸੀਂ ਕਹਿੰਦੇ ਆ ਉਹ ਸਾਡੀ ਗਲੀ ਵਿੱਚ ਸਾਰੇ ਲੋਕ ਦਾਰੂ ਪੀਂਦੇ ਆ। ਅਗਰ ਤੁਸੀਂ ਇੱਕ ਉਹ ਇਨਸਾਨ ਬਣ ਜਾਓ ਤਾਂ ਉਸ ਗਲੀ ਵਿੱਚ ਕੋਈ ਦਾਰੂ ਨਹੀਂ ਪੀਏਗਾ। ਤੁਸੀਂ ਕਹਿੰਦੇ ਹੋ ਪਾਸਟਰ ਸਾਡੀ ਗਲੀ ਵਿੱਚ ਸਾਰੇ ਬੱਚੇ ਗਾਲਾਂ ਕੱਢਦੇ ਆ, ਅਸੀਂ ਤਾਂ ਘਰ ਛੱਡ ਕੇ ਜਾ ਰਹੇ ਹਾਂ। ਪਰ ਮੈਂ ਉਸ ਜਗ੍ਹਾ ਤੇ ਹੁੰਦਾ ਤਾਂ ਮੈਂ ਘਰ ਛੱਡ ਕੇ ਨਹੀਂ ਜਾਣਾ। ਮੈਂ ਉਸ ਗਲੀ ਵਿੱਚ ਪ੍ਰਾਰਥਨਾ ਕਰਦਾ, ਆਪਣੇ ਘਰ ਵਿੱਚ ਪ੍ਰਾਰਥਨਾ ਕਰਦਾ ਔਰ ਉਹਨਾਂ ਦੀਆਂ ਗਾਲੀਆਂ ਨੂੰ ਛਡਾਉਣਾ। ਪ੍ਰੇਜ਼ ਦਾ ਲਾਰਡ। ਕਈ ਲੋਕ ਕਹਿੰਦੇ ਉਹ ਸਾਡੇ ਦਫ਼ਤਰ ਵਿੱਚ ਸਾਰੇ ਬੇਈਮਾਨ ਹੈ। ਮੈਂ ਕਹਿੰਦਾ ਅਗਰ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਉਹ ਬੇਈਮਾਨੀ ਕਰਨਾ ਛੱਡ ਦੋਗੇ। ਮੇਰੇ ਸਾਰੇ ਦੋਸਤ ਲੜਕੀਆਂ ਨਾਲ ਘੁੰਮਦੇ ਆ, ਇੱਧਰ ਉੱਧਰ ਘੁੰਮਦੇ ਆ, ਡਰੱਗਸ ਪੀਂਦੇ ਆ। ਅਗਰ ਮੈਂ ਉਹਦੀ ਜਗ੍ਹਾ ਉਸ ਉਮਰ 'ਚ ਹੁੰਨਾ ਤਾਂ ਮੈਂ ਉਹਨਾਂ ਦੀ ਡਰੱਗਸ ਛੁਡਵਾ ਦਿੱਤੀ ਹੁੰਦੀ। ਅਸੀਂ ਇਸ ਜਗ੍ਹਾ ਤੇ ਇਸੇ ਵਾਸਤੇ ਆ। ਸੋਚ ਕੇ ਦੇਖੋ ਕਿ ਦੇਸ਼ ਦੇ ਆਮ ਲੋਕ ਵੀ ਬੇਈਮਾਨੀ ਕਰਦੇ ਆ। ਸੋਚੋ ਬੇਈਮਾਨੀ ਦੀ ਗੱਲ ਕਰ ਰਹੇ ਆ। ਇਹੀ ਉਹ ਚੀਜ਼ ਹੈ ਜਿਹੜੀ ਅਸੀਂ ਪੜ੍ਹੀ ਆ ਪਹਿਲੇ ਤਿਮੋਥੇਉਸ 2 ਅਧਿਆਇ 1 ਤੋਂ 4 ਵਚਨ। ਲਿਖਿਆ ਸਭ ਤੋਂ ਪਹਿਲਾਂ ਮੈਂ ਇਹ ਆਗ੍ਰਹ ਕਰਦਾ ਕਿ ਵਿਨਤੀਆਂ, ਨਿਵੇਦਨ, ਪ੍ਰਾਰਥਨਾਵਾਂ ਸਾਰੇ ਮਨੁੱਖਾਂ ਵਾਸਤੇ ਕੀਤੀਆਂ ਜਾਣ। ਓਕੇ, ਰਾਜਿਆਂ ਵਾਸਤੇ ਔਰ ਸਭ ਉੱਚੇ ਪਦਾਂ ਵਾਲੇ ਵਾਸਤੇ, ਕਿਉਂਕਿ ਇਸ ਲਈ ਅਸੀਂ ਵਿਸ਼ਰਾਮ ਦੇ ਨਾਲ, ਚੈਨ ਦੇ ਨਾਲ, ਸਾਰੀ ਭਗਤੀ ਔਰ ਇਮਾਨਦਾਰੀ ਦਾ ਜੀਵਨ। ਕਿਹੜਾ ਜੀਵਨ? ਉਹੀ ਜਿਹੜਾ ਅਸੀਂ ਹਿਜਕਲ 'ਚ ਪੜ੍ਹਿਆ ਕਿ ਸਾਰੇ ਕਿੱਦਾਂ ਜੀ ਰਹੇ ਆ ਬੇਈਮਾਨੀ ਵਿੱਚ। ਔਰ ਪਰਮੇਸ਼ਰ ਨੇ ਕਿਹਾ ਕਿ ਅਗਰ ਮੈਨੂੰ ਇੱਕ ਇਨਸਾਨ ਮਿਲ ਜਾਏ ਤਾਂ ਮੈਂ ਇਹਨਾਂ ਨੂੰ ਬੇਈਮਾਨੀ ਵਿੱਚੋਂ ਬਦਲ ਕੇ ਇਮਾਨਦਾਰੀ ਵਿੱਚ ਲੈ ਆਵਾਂਗਾ। ਤਾਂ ਇਹ ਨਾ ਕਹੋ ਸਾਰੇ ਬੇਈਮਾਨ ਹੈ, ਬਿਲਡਰ ਬੇਈਮਾਨ ਹੈ, ਜੱਜ ਬੇਈਮਾਨ ਹੈ, ਅਫਸਰ ਬੇਈਮਾਨ ਹੈ। ਨਹੀਂ, ਕਿਹਨੇ ਕਿਹਾ ਤੁਹਾਨੂੰ? ਉਹ ਬੇਈਮਾਨ ਹੈ ਕਿਉਂਕਿ ਮੈਂ ਔਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ। ਅਗਰ ਮੈਂ ਔਰ ਤੁਸੀਂ ਪ੍ਰਾਰਥਨਾ ਸ਼ੁਰੂ ਕਰ ਦੋ ਜਿਸ ਤਰੀਕੇ ਨਾਲ ਪਰਮੇਸ਼ਰ ਚਾਹੁੰਦਾ। ਚਲੋ ਆਪਾਂ ਵਾਪਸ ਚਲਾਂਗੇ ਯਹੇਜ਼ਕੇਲ 22 ਅਧਿਆਇ 30 ਵਚਨ। ਮੈਂ ਇੱਕ ਇੱਦਾਂ ਦਾ ਮਨੁੱਖ ਲੱਭਣਾ ਚਾਹਿਆ ਜਿਹੜਾ ਬਾੜੇ ਨੂੰ ਸੁਧਾਰੇ ਦੇਸ਼ ਦੇ ਨਿਮਿਤ। ਓ ਬੋਏ, ਵਾਟ ਅ ਰਿਸਪੌਂਸਿਬਿਲਿਟੀ। ਜਦੋਂ ਮੈਂ ਪਹਿਲੀ ਵਾਰੀ ਵਚਨ ਪੜ੍ਹਿਆ ਤਾਂ ਮੈਂ ਆਪਣਾ ਮਨ ਬਣਾਇਆ ਸੀ ਕਿ ਜਿੰਨੀ ਦੇਰ ਤੱਕ ਮੈਂ ਭਾਰਤ ਵਿੱਚ ਵਾ ਭਾਰਤ ਮਸੀਹ ਰਹੇਗਾ। ਇਹੀ ਕਾਰਨ ਹੈ ਕਿ ਮੈਂ ਤੁਹਾਡੇ ਨਾਲ ਇਹੋ ਜਿਹੀਆਂ ਗੱਲਾਂ ਕਹਿ ਪਾਉਂਦਾ। ਇਹੀ ਉਹ ਚੀਜ਼ ਹੈ ਜਿਹਦੇ ਨਾਲ ਮੈਂ ਵੱਡਾ ਹੋਇਆ ਪਲਿਆ ਮਸੀਹ ਵਿੱਚ। ਮੈਂ ਪਰਮੇਸ਼ਰ ਨੂੰ ਬੋਲਿਆ ਕਿ ਪਾਸਟਰ ਆਈਜ਼ੈਕ ਇੰਡੀਆ ਵਿੱਚ ਹੈ, ਭਾਰਤ ਮਸੀਹ ਦਾ ਹੋਏਗਾ। ਮੈਂ ਇਕੱਲਾ ਹੀ ਬਹੁਤ ਹਾਂ। ਬੋਲੋ, ਮੈਂ ਇਕੱਲਾ ਹੀ ਬਹੁਤ ਹਾਂ। ਆਪਣੇ ਹੱਥਾਂ ਨੂੰ ਚੱਕੋ ਔਰ ਬੋਲੋ ਮੈਂ ਇਕੱਲਾ ਹੀ ਬਹੁਤ ਹਾਂ, ਮੈਂ ਇਕੱਲਾ ਹੀ ਬਹੁਤ ਹਾਂ। ਸੁਣਦੇ ਹੋ ਤੁਸੀਂ? ਕਈ ਭੈਣਾਂ ਕਹਿੰਦੀਆਂ ਉਹ ਮੇਰੇ ਪਤੀ ਦਾਰੂ ਨਹੀਂ ਛੱਡਦਾ। ਮੈਂ ਕਹਿੰਦਾ ਭੈਣ ਘਰ ਜਾ ਕੇ ਦੁਆ ਕਰ ਲਾ। ਭੈਣਾਂ ਕਹਿੰਦੀਆਂ ਮੇਰੇ ਬੱਚੇ ਸਾਡੀ ਨਹੀਂ ਸੁਣਦੇ। ਮੈਂ ਕਹਿੰਦਾ ਭੈਣ ਘਰ ਜਾ ਕੇ ਦੁਆ ਕਰ ਲਾ। ਤੁਹਾਡੀਆਂ ਪ੍ਰਾਰਥਨਾ ਦੇ ਨਾਲ ਬਹੁਤ ਕੁਝ ਹੋ ਸਕਦਾ। ਯਾਕੂਬ 5 ਅਧਿਆਇ 16 ਵਚਨ। ਕਿਆ ਤੁਸੀਂ ਇੱਕ ਦੂਸਰੇ ਦੇ ਸਾਹਮਣੇ ਆਪਣੇ ਪਾਪਾ ਨੂੰ ਮੰਨ ਲਓ ਔਰ ਇੱਕ ਦੂਸਰੇ ਵਾਸਤੇ ਪ੍ਰਾਰਥਨਾ ਕਰੋ ਕਿ ਚੰਗੇ ਹੋ ਜਾਓ। ਲਿਖਿਆ ਸਤਿਅਨਿਸ਼ਟ ਜਨ ਦੀ ਪ੍ਰਾਰਥਨਾ ਦੇ ਪ੍ਰਭਾਵ ਨਾਲ ਬਹੁਤ ਕੁਝ ਹੋ ਸਕਦਾ। ਸਤਿਅਨਿਸ਼ਟ ਕੌਣ? ਮੈਂ ਔਰ ਤੁਸੀਂ। ਇਹੀ ਕਾਰਨ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਯੀਸ਼ੂ ਮਸੀਹ ਨੂੰ ਨਹੀਂ ਜਾਣਦੇ ਤੁਸੀਂ ਪ੍ਰਾਰਥਨਾ ਦੇ ਨਾਲ ਕੁਝ ਵੀ ਬਦਲ ਨਹੀਂ ਸਕਦੇ ਕਿਉਂਕਿ ਤੁਸੀਂ ਸਤਿਅਨਿਸ਼ਟ ਨਹੀਂ ਹੋ। ਸਤਿਅਨਿਸ਼ਟ ਕੌਣ ਹੈ? ਜਿਹੜਾ ਨਵਾਂ ਜਨਮ ਹੋ ਚੁੱਕਾ, ਜਿਹਨੇ ਯੀਸ਼ੂ ਮਸੀਹ ਨੂੰ ਆਪਣੇ ਪ੍ਰਭੂ ਔਰ ਸਵਾਮੀ ਦੇ ਰੂਪ ਦੇ ਵਿੱਚ ਗ੍ਰਹਿਣ ਕਰ ਲਿਆ। ਤੁਹਾਨੂੰ ਨਹੀਂ ਪਤਾ ਕਿ ਜਦੋਂ ਅਸੀਂ ਕਿਹਾ ਕਿ ਯੀਸ਼ੂ ਮਸੀਹ ਨੂੰ ਗ੍ਰਹਿਣ ਕਰੋ ਔਰ ਤੁਸੀਂ ਕੀ ਬਣ ਗਏ? ਤੁਸੀਂ ਉਹ ਸਤਿਅਨਿਸ਼ਟ ਬਣ ਗਏ। ਤੁਸੀਂ ਉਹ ਇੱਕ ਆਦਮੀ ਬਣ ਗਏ ਜੋ ਪੂਰੀ ਦੁਨੀਆ ਨੂੰ ਬਦਲ ਸਕਦਾ ਅੱਛਾਈ ਵਾਸਤੇ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਤੁਸੀਂ ਇੱਕ ਆਦਮੀ ਹੋ ਜਿਹੜੀ ਪੂਰੀ ਦੁਨੀਆ ਨੂੰ ਸੁਧਾਰ ਰਹੇ ਹੋ। ਸੋਚ ਕੇ ਦੇਖੋ। ਪ੍ਰੇਜ਼ ਦਾ ਲਾਰਡ। ਤੁਹਾਡੇ ਇਲਾਕੇ ਵਿੱਚ ਬੋਲੋ, ਦੇਖੋ ਕਿ ਲੋਕ ਕਿੰਨੀਆਂ ਪਰੇਸ਼ਾਨੀ ਨਾਲ ਪਰੇਸ਼ਾਨ ਹੈ। ਤੁਹਾਨੂੰ ਪਤਾ ਕਈ ਵਾਰੀ ਸਾਡੀ ਪਰੇਸ਼ਾਨੀਆਂ ਸਾਡੀਆਂ ਨਹੀਂ ਹੁੰਦੀਆਂ, ਅਸੀਂ ਦੂਜੇ ਦੀ ਪਰੇਸ਼ਾਨੀਆਂ ਤੋਂ ਵੀ ਪਰੇਸ਼ਾਨ ਹੁੰਦੇ ਆ। ਮੈਂ ਗਲਤ ਨਹੀਂ ਕਰ ਰਿਹਾ ਕਿਉਂਕਿ ਅਗਰ ਤੁਸੀਂ ਚੰਗਾ ਜੀਣਾ ਚਾਹੋ ਦੂਜਾ ਤੁਹਾਨੂੰ ਜੀ ਨਹੀਂ ਦੇਗਾ ਔਰ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੁਝ ਕਰ ਨਹੀਂ ਸਕਦੇ। ਇਦਾਂ ਕਦੀ ਨਾ ਸੋਚੋ। ਪ੍ਰੇਜ਼ ਦਾ ਲਾਰਡ।
ਪਰਮੇਸ਼ਵਰ ਨੇ ਮੈਨੂੰ ਔਰ ਤੁਹਾਨੂੰ ਪ੍ਰਾਰਥਨਾ ਕਰਨ ਵਾਸਤੇ ਐਵੇਂ ਨਹੀਂ ਕਿਹਾ। ਪਰਮੇਸ਼ਵਰ ਨੂੰ ਪਤਾ ਮੈਂ ਔਰ ਤੁਸੀਂ ਕੀ ਕਰ ਸਕਦੇ ਹਾਂ। ਪ੍ਰੇਜ਼ ਦ ਲਾਰਡ। ਸੱਤਿਆਨਿਸ਼ਟ ਦੀ ਪ੍ਰਾਰਥਨਾ ਦੇ ਨਾਲ ਬਹੁਤ ਕੁਝ ਹੋ ਸਕਦਾ, ਬਹੁਤ ਕੁਝ। ਸਾਰੇ ਬੋਲਾਂਗੇ ਬਹੁਤ ਕੁਝ। ਸ਼ਬਦਾਂ ਨੂੰ ਸਹੀ ਢੰਗ ਨਾਲ ਪੜ੍ਹਨਾ ਹੁੰਦਾ। ਕੁਝ ਲੋਕ ਤਾਂ ਬੋਲਦੇ ਸੱਤਿਆਨਿਸ਼ਟ ਦੀ ਪ੍ਰਾਰਥਨਾ ਦੇ ਨਾਲ ਬਹੁਤ ਕੁਝ ਹੋ ਸਕਦਾ। ਔਰ ਕਈਆਂ ਨੂੰ 500 ਰੁਪਏ ਦਾ ਕਰਜ਼ਾ ਵੀ ਲੱਗਦਾ, ਉਹ ਬਹੁਤ ਵੱਡਾ ਕਰਜ਼ਾ। ਮੈਂ ਪੁੱਛਦਾ ਕਿੰਨਾ ਕਰਜ਼ਾ? 500 ਰੁਪਏ। ਮੈਂ ਕਹਿੰਦਾ ਬਹੁਤ ਵੱਡਾ ਕਰਜ਼ਾ ਭਾਈ ਤੁਹਾਡਾ। 500 ਰੁਪਏ ਦੇ ਕਰਜ਼ੇ ਵਾਸਤੇ ਇੰਨਾ ਰੌਲਾ ਪਾਓਗੇ ਜਿੱਦਾਂ ਪੂਰੇ ਦੇਸ਼ ਦਾ ਕਰਜ਼ਾ ਇਹਨਾਂ ਨੂੰ ਉਤਾਰਨ ਵਾਸਤੇ ਬੋਲਿਆ ਗਿਆ। ਔਰ ਕਈ ਲੋਕ ਕਹਿੰਦੇ ਬਹੁਤ ਪਰੇਸ਼ਾਨੀ ਆ। ਕੀ ਹੋਇਆ? ਪੈਰ 'ਚ ਦਰਦ ਹੋ ਰਿਹਾ, ਬਸ ਇਹੀ ਪਰੇਸ਼ਾਨੀ ਹੈ। ਕਿਸੇ ਦਾ ਪੈਰ ਹੀ ਨਹੀਂ ਹੈ ਔਰ ਇਹਨਾਂ ਨੂੰ ਪੈਰ ਤੇ ਦਰਦ ਤੋਂ ਪਰੇਸ਼ਾਨੀ ਹੈ। ਕੋਈ ਬਿਨਾਂ ਪੈਰ ਦੇ ਆ ਲੇਕਿਨ ਇਹ ਦਰਦ ਤੋਂ ਪਰੇਸ਼ਾਨ ਹੈ ਔਰ ਕਿਸੇ ਦਾ ਪੈਰ ਹੀ ਨਹੀਂ ਹੈ। ਪੜੋਸੀ ਨੂੰ ਬੋਲੋ ਪ੍ਰਾਰਥਨਾ ਕਰੋ। ਇਹ ਲਾਈਨ ਇੱਦਾਂ ਦੀ ਆ, ਅਗਰ ਤੁਸੀਂ ਕਰ ਲਓ ਤਾਂ। ਪ੍ਰੇਜ਼ ਦ ਲਾਰਡ। ਇਸੇ ਕਰਕੇ ਮੈਂ ਬੋਲਦਾ ਭਾਈ ਪ੍ਰਾਰਥਨਾ ਕਰੋ ਕਰੋ। ਪ੍ਰੇਜ਼ ਦ ਲਾਰਡ। ਬੋਲੋ ਸੱਤਿਆਨਿਸ਼ਟ ਜਨ ਦੀ ਪ੍ਰਾਰਥਨਾ ਦੇ ਪ੍ਰਭਾਵ ਨਾਲ, ਕਿਹਦੇ ਪ੍ਰਭਾਵ ਨਾਲ ਔਰ ਕਿੱਦਾਂ ਕੀਤੀ ਗਈ? ਬੋਲੋ ਮੂੰਹ ਨਾਲ ਪ੍ਰਾਰਥਨਾ ਕੀਤੀ ਗਈ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਚਲੋ ਵਾਪਸ ਚੱਲਦੇ ਹਾਂ। ਯਹੇਜ਼ਕੇਲ ਦੀ ਪੁਸਤਕ 22ਵਾਂ ਅਧਿਆਇ 30ਵਾਂ ਵਚਨ ਲਿਖਿਆ, ਮੈਂ ਉਹਨਾਂ ਵਿੱਚੋਂ ਇਹੋ ਜਿਹਾ ਮਨੁੱਖ ਲੱਭਣਾ ਚਾਹਿਆ। ਓ ਬੋਏ, ਸੋਚ ਕੇ ਦੇਖੋ ਕਿ ਮਾਨਵਤਾ ਦੇ ਇਤਿਹਾਸ ਵਿੱਚ ਉਹ ਕਾਲਾ ਦਿਨ ਸੀ, ਬਲੈਕ ਡੇ, ਕਿ ਇੱਕ ਵੀ ਆਦਮੀ ਨਹੀਂ ਮਿਲਿਆ। ਔਰ ਪਾਸਟਰ ਕ੍ਰਿਸਟਨ ਸਾਨੂੰ ਦੱਸਿਆ ਕਿ ਅੱਜ ਵੀ ਇੱਦਾਂ ਹੀ ਹੁੰਦਾ ਕਿ ਜਦੋਂ ਪਰਮੇਸ਼ਰ ਲੋਕਾਂ ਦੇ ਪਰਿਵਾਰ ਦੇ ਵਿੱਚ ਬਦਲਾਵ ਕਰਨਾ ਚਾਹੁੰਦਾ, ਉਹਨਾਂ ਦੇ ਪਰਿਵਾਰਾਂ ਵਿੱਚ ਇੱਕ ਵੀ ਨਹੀਂ ਮਿਲਦਾ ਜਿਹੜਾ ਪ੍ਰਾਰਥਨਾ ਕਰੇ। ਔਰ ਕਿੰਨੇ ਲੋਕ ਹੈ ਜੋ ਹਫ਼ਤੇ ਵਿੱਚ ਪ੍ਰਾਰਥਨਾ ਕਰਦੇ ਹੀ ਨਹੀਂ। ਔਰ ਕਈਆਂ ਨੂੰ 3 ਵਾਰ ਦੀ ਪ੍ਰਾਰਥਨਾ ਵੀ ਔਖੀ ਲੱਗਦੀ ਆ। ਲੇਕਿਨ ਮੈਂ ਉਹਨਾਂ ਦੇ ਦੋਸ਼ ਨਹੀਂ ਲਗਾਉਂਦਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਪ੍ਰਾਰਥਨਾ ਕੀ ਕਰ ਸਕਦੀ ਆ। ਪ੍ਰੇਜ਼ ਦ ਲਾਰਡ। ਤੁਸੀਂ ਮੇਰੇ ਕੋਲ ਜਿੰਨੀ ਮਰਜ਼ੀ ਘੰਟੇ ਪ੍ਰਾਰਥਨਾ ਕਰਾ ਸਕਦੇ ਹੋ, ਕਿਉਂਕਿ ਮੈਨੂੰ ਪਤਾ ਵਾ ਕਿ 1 ਘੰਟੇ ਦੀ ਪ੍ਰਾਰਥਨਾ ਕਰਕੇ ਮੈਂ ਬਹੁਤ ਕੁਝ ਬਦਲ ਸਕਦਾ। ਪ੍ਰੇਜ਼ ਦ ਲਾਰਡ। ਲਿਖਿਆ ਪਰਮੇਸ਼ਰ ਨੇ ਕਿਹਾ, ਮੈਂ ਇੱਦਾਂ ਦਾ ਮਨੁੱਖ ਲੱਭਣਾ ਚਾਹਿਆ ਜਿਹੜਾ ਬਾੜੇ ਨੂੰ ਸੁਧਾਰੇ ਔਰ ਦੇਸ਼ ਦੇ ਨਿਮਿਤ ਮੇਰੇ ਸਾਹਮਣੇ ਖੜਾ ਰਹਿ ਸਕੇ। ਪ੍ਰੇਜ਼ ਦ ਲਾਰਡ। ਬੋਲੋ ਇਸ ਤਰ੍ਹਾਂ ਖੜਾ ਹੋਵੇ। ਇਸ ਪੂਰੇ ਵਚਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੀ ਆ ਕਿ ਇੱਦਾਂ ਖੜਾ ਹੋਣਾ। ਤੁਸੀਂ ਇੱਦਾਂ ਹੀ ਪੜ੍ਹ ਕੇ ਕਦੋਂ ਆਮ ਇਹਦੇ ਵਿੱਚ ਕੀ ਆ? ਇਹਦੇ ਵਿੱਚ ਹੀ ਸਭ ਕੁਝ ਹੈ। ਇਸ ਵਚਨ ਦਾ ਖੰਭਾ ਇਹੀ ਸ਼ਬਦ ਹੈ। ਇਹ ਵਚਨ ਲਿਖਿਆ ਹੀ ਇਸ ਵਾਸਤੇ ਗਿਆ, ਯਾਨੀ ਕਿ ਹਰ ਤਰ੍ਹਾਂ ਦੀ ਪ੍ਰਾਰਥਨਾ ਦੀ ਉਹ ਗੱਲ ਨਹੀਂ ਕਰ ਰਿਹਾ। ਉਹ ਇੱਕ ਖਾਸ ਤਰ੍ਹਾਂ ਦੀ ਪ੍ਰਾਰਥਨਾ ਦੀ ਗੱਲ ਕਰ ਰਿਹਾ, ਇੱਕ ਖਾਸ ਤਰ੍ਹਾਂ ਦੀ ਪ੍ਰਾਰਥਨਾ। ਔਰ ਖੜਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਖੜਾ ਸੀਗਾ। ਸਮਝ ਰਹੇ ਤੁਸੀਂ? ਸ਼ਬਦ ਖੜੇ ਹੋਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਪ੍ਰਾਰਥਨਾ ਕਰੇ। ਕਿਤੇ ਮੇਰੀ ਗੱਲ ਸਮਝ ਰਿਹਾ? ਗੱਲ ਕਿਹਦੀ ਹੋ ਰਹੀ ਆ? ਪ੍ਰਾਰਥਨਾ ਦੀ। ਖੜੇ ਹੋਣ ਦੀ ਗੱਲ ਨਹੀਂ ਹੋ ਰਹੀ, ਪ੍ਰਾਰਥਨਾ ਦੀ ਗੱਲ ਹੋ ਰਹੀ ਆ। ਤਾਂ ਪਰਮੇਸ਼ਰ ਕੀ ਕਹਿ ਰਿਹਾ? ਪਰਮੇਸ਼ਰ ਕਹਿ ਰਿਹਾ, ਮੈਂ ਇੱਦਾਂ ਦਾ ਮਨੁੱਖ ਲੱਭਣਾ ਚਾਹਿਆ ਜਿਹੜਾ ਬਾੜੇ ਨੂੰ ਸੁਧਾਰੇ ਔਰ ਪ੍ਰਾਰਥਨਾ ਕਰੇ। ਕੀ ਕਰੇ? ਇਸ ਤਰ੍ਹਾਂ ਪ੍ਰਾਰਥਨਾ ਕਰੇ। ਕਿੱਦਾਂ? ਇਸ ਤਰ੍ਹਾਂ। ਇਹ ਉਹ ਪ੍ਰਾਰਥਨਾ ਨਹੀਂ ਹੈ ਕਿ ਜਿੱਦਾਂ ਕੋਈ ਬੋਲਦੇ ਆ, ਉਹ ਮੈਨੂੰ ਬੱਚਾ ਮਿਲ ਜਾਏ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹਨੂੰ ਅਸੀਂ ਕਹਿੰਦੇ ਆ ਵਿਸ਼ਵਾਸ ਦੀ ਪ੍ਰਾਰਥਨਾ, ਜਿਹੜਾ ਤੁਹਾਡੇ ਨਾਲ ਲੈਣਾ ਦੇਣਾ, ਜਿਹਦਾ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਿਰਫ ਤੁਸੀਂ ਔਰ ਪਰਮੇਸ਼ਵਰ। ਇਹਨੂੰ ਅਸੀਂ ਵਿਸ਼ਵਾਸ ਦੀ ਪ੍ਰਾਰਥਨਾ ਕਰਨੇ ਆ। ਇਹਦਾ ਉੱਤਰ ਬਹੁਤ ਜਲਦੀ ਆਉਂਦਾ। ਇਸੇ ਪ੍ਰਾਰਥਨਾ ਬਾਰੇ ਯਿਸੂ ਮਸੀਹ ਨੇ ਕਿਹਾ ਕਿ ਅਗਰ ਤੁਸੀਂ ਇਸ ਪਹਾੜ ਨੂੰ ਬੋਲੋ, ਉਹ ਪੂਰੀ ਦੁਨੀਆ ਦੇ ਪਹਾੜ ਦੀ ਗੱਲ ਨਹੀਂ ਕਰ ਰਿਹਾ ਸੀਗਾ, ਤੁਹਾਡਾ ਪਹਾੜ, ਜਿਹਦੀ ਜ਼ਿੰਦਗੀ ਵਿੱਚ ਤੁਹਾਡੀ ਪਰੇਸ਼ਾਨੀ ਆ, ਉਹਦੀ ਗੱਲ ਕਰ ਰਿਹਾ। ਔਰ ਯਿਸੂ ਨੇ ਕੀ ਕਿਹਾ? ਜਿਹੜਾ ਇਸ ਪਹਾੜ ਨੂੰ ਬੋਲੇ। ਇਹ ਵਿਸ਼ਵਾਸ ਦੀ ਪ੍ਰਾਰਥਨਾ, ਜਿਹਦਾ ਉੱਤਰ ਬਹੁਤ ਜਲਦੀ ਆਉਂਦਾ। ਜਿੱਥੇ ਤੁਸੀਂ ਆ ਦੂਜਾ ਕੋਈ ਨਹੀਂ ਹੈ। ਔਰ ਸੋਚੋ ਕਿ ਤੁਸੀਂ ਲੜਕੇ ਹੋ ਔਰ ਤੁਸੀਂ ਸ਼ਾਦੀ ਕਰਨੀ ਆ। ਉਹ ਪਰਮੇਸ਼ਰ ਨੇ ਬੋਲਿਆ, ਉਹ ਲੜਕੀ ਆ ਜਿਹੜੀ ਮੈਂ ਤੇਰੇ ਵਾਸਤੇ ਤਿਆਰ ਕੀਤੀ ਆ। ਔਰ ਤੁਸੀਂ ਬੋਲੋ ਹਾਂ ਹੁਣ ਤਾਂ ਹੋ ਜਾਏਗੀ। ਪਰ ਗੱਲ ਇਹ ਆ ਕਿ ਤੁਸੀਂ ਪਰਮੇਸ਼ਰ ਦਾ ਸੁਣਿਆ ਲੇਕਿਨ ਉਸ ਲੜਕੀ ਨੇ ਨਹੀਂ ਸੁਣਿਆ। ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਉਹ ਵੀ ਸੁਣੇਗੀ। ਪ੍ਰੇਜ਼ ਦ ਲਾਰਡ। ਤੁਸੀਂ ਪ੍ਰਾਰਥਨਾ ਕਰੋ। ਹਾਲੇਲੂਇਆ, ਹਾਲੇਲੂਇਆ। ਕਿਹਦੇ ਸੁਣਦੇ ਹੋ? ਬੋਲਿਆ ਐਸਾ ਏਦਾਂ ਪ੍ਰਾਰਥਨਾ ਕਰਨ ਵਾਲਾ, ਏਦਾਂ ਪ੍ਰਾਰਥਨਾ ਕਰਨ ਵਾਲਾ। ਕਿੱਦਾਂ ਪ੍ਰਾਰਥਨਾ ਕਰੇ? ਉਹ ਸਵਾਲ ਹੈ। ਪਹਿਲਾ ਤਿਮੋਥੀਉਸ 2 ਅਧਿਆਇ 1 ਵਚਨ ਲਿਖਿਆ, ਤਾਂ ਸਭ ਤੋਂ ਪਹਿਲਾਂ ਮੈਂ ਇਹ ਆਗ੍ਰਹਿ ਕਰਦਾ, ਵਿਨਤੀ, ਪ੍ਰਾਰਥਨਾ, ਨਿਵੇਦਨ। 3 ਨੰਬਰ ਤੇ ਲਿਖਿਆ ਸਪਲੀਕੇਸ਼ਨ, ਪ੍ਰੇਅਰ, ਇੰਟਰਸੈਸ਼ਨ। ਬਹੁਤ ਤਰ੍ਹਾਂ ਦੀਆਂ ਪ੍ਰਾਰਥਨਾਵਾਂ, ਲੇਕਿਨ ਅੱਜ ਜੋ ਆਪਾਂ ਫੋਕਸ ਕਰ ਰਹੇ ਹਾਂ ਇੱਕ ਤੇ ਕਰ ਰਹੇ ਹਾਂ, ਨੰਬਰ 3। ਇਸ ਨੰਬਰ 3 ਦੇ ਵਿੱਚ ਨੰਬਰ 1 ਵੀ ਆ ਸਕਦਾ, ਲੇਕਿਨ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਾ ਪਤਾ ਇਸ ਬਾਰੇ। ਅਗਰ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਤਾਂ ਪਾਸਟਰ ਕ੍ਰਿਸ ਦੀ ਇੱਕ ਬੁੱਕ ਹੈ, ਹਾਊ ਟੂ ਪ੍ਰੇ ਇਫੈਕਟਿਵਲੀ। ਉਹਦੇ ਵਿੱਚ ਪਾਸਟਰ ਨੇ ਹਰ ਤਰ੍ਹਾਂ ਦੀ ਪ੍ਰਾਰਥਨਾ ਬਾਰੇ ਦੱਸਿਆ। ਪ੍ਰੇਜ਼ ਦ ਲਾਰਡ। ਔਰ ਇੱਥੇ ਅਸੀਂ ਕਿਹੜੀ ਪ੍ਰਾਰਥਨਾ ਦੀ ਗੱਲ ਕਰ ਰਹੇ ਹਾਂ? ਮੱਧਿਅਸਤਾ ਦੀ ਪ੍ਰਾਰਥਨਾ ਦੀ, ਜੋ ਅਸੀਂ ਪੜ੍ਹਿਆ। ਵਾਪਸ ਜਾਵਾਂਗੇ ਯਹੇਜ਼ਕੇਲ 22ਵਾਂ ਅਧਿਆਇ 30ਵਾਂ ਵਚਨ।
ਮੈਂ ਇਦਾਂ ਦਾ ਮਨੁੱਖ ਲੱਭਿਆ ਜਿਹੜਾ ਬਾੜੇ ਨੂੰ ਸੁਧਾਰੇ ਔਰ ਦੇਸ਼ ਦੇ ਨਿਮਿਤ ਮੇਰੇ ਸਾਹਮਣੇ ਖੜਾ ਹੋਵੇ, ਇਦਾਂ ਖੜਾ ਹੋਵੇ, ਇਸ ਤਰ੍ਹਾਂ ਦੀ ਪ੍ਰਾਰਥਨਾ ਕਰੇ। ਕਿੱਦਾਂ ਪ੍ਰਾਰਥਨਾ ਕਰੇ? ਮਧਿਅਸਥਤਾ ਦੀ ਪ੍ਰਾਰਥਨਾ। ਪ੍ਰੇਜ਼ ਦਾ ਲਾਰਡ। ਕਾਹਦੀ ਪ੍ਰਾਰਥਨਾ? ਮਧਿਅਸਥਤਾ ਦੀ ਪ੍ਰਾਰਥਨਾ। ਯਾਕੂਬ 5:16 ਸਤਿਆਨਿਸ਼ਟ ਦੀ ਪ੍ਰਾਰਥਨਾ ਦੀ ਪ੍ਰਭਾਵ ਦੇ ਨਾਲ ਬਹੁਤ ਕੁਝ ਹੋ ਸਕਦਾ। ਪ੍ਰੇਜ਼ ਦਾ ਲਾਰਡ। ਬੋਲੋ, ਬਹੁਤ ਕੁਝ ਹੋ ਸਕਦਾ। ਕਿੰਨਿਆਂ ਦੀ? ਇੱਕ ਦੀ। ਉਹਨਾਂ ਨੇ ਨਹੀਂ ਬੋਲਿਆ ਕਿ ਸਤਿਆਨਿਸ਼ਟੋਂ ਦੀ, ਬਹੁਤ ਸਾਰਿਆਂ ਦੀ। ਇੱਥੇ ਬਹੁਵਚਨ ਹੈ ਕਿ ਇੱਕ ਵਚਨ ਹੈ? ਹੈਲੋ, ਕੀ ਲਿਖਿਆ? ਇੱਕ। ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਵਚਨ ਆਪਣੇ ਆਪ ਦਾ ਸਪੋਰਟ ਕਰਦੇ ਆ। ਔਰ ਅਗਰ ਤੁਹਾਨੂੰ ਕੋਈ ਡਾਕਟਰੀਨ ਸਿਖਾਏ ਤਾਂ ਤੁਸੀਂ ਬੋਲੋ ਭਾਈ ਇਹਦੇ ਨਾਲ ਦੇ ਰਲਦੇ ਮਿਲਦੇ 2-4 ਵਚਨ ਹੋਰ ਸਿਖਾ, ਤਾਂ ਕਿ ਤੁਹਾਨੂੰ ਕੋਈ ਪ੍ਰਭਾਵੇ ਨਾ। ਇਸ ਲਈ ਮੈਂ ਤੁਹਾਨੂੰ ਨਵੇਂ ਨਿਯਮ 'ਚੋਂ ਦੱਸ ਰਿਹਾ ਔਰ ਪੁਰਾਣੇ ਨਿਯਮ 'ਚ ਵੀ ਦੱਸ ਰਿਹਾ ਕਿ ਦੋਨੇ ਚੀਜ਼ਾਂ ਆਪਣੇ ਆਪ ਪੈਦਾ ਨਹੀਂ ਹੋਈਆਂ। ਇਹਦੇ ਬਾਰੇ ਕਿਤੇ ਨਾ ਕਿਤੇ ਜ਼ਰੂਰ ਲਿਖਿਆ ਹੋਇਆ। ਪ੍ਰੇਜ਼ ਦਾ ਲਾਰਡ। ਕੋਈ ਵੀ ਚੀਜ਼ ਜਿਹੜੀ ਵਚਨ ਵਿੱਚ 2 ਜਗ੍ਹਾ ਨਹੀਂ ਲਿਖੀ ਮੰਨਣ ਦੇ ਯੋਗ ਨਹੀਂ ਹੈ। ਔਰ ਅਗਰ ਉਸੇ ਤੁਸੀਂ ਧਿਆਨ ਨਾਲ ਬਾਈਬਲ ਪੜ੍ਹੋਗੇ ਤੁਹਾਨੂੰ 2 ਜਗ੍ਹਾ ਉਹਦਾ ਸਪੋਰਟ ਮਿਲੇਗਾ। ਪ੍ਰੇਜ਼ ਦਾ ਲੋਗ। ਔਰ ਜਿਹੜੇ ਲੋਕ ਕਹਿੰਦੇ ਆ ਨਾ ਕਿ ਬਾਈਬਲ ਦੇ ਵਿੱਚ ਵਿਰੋਧਾਭਾਸ ਹੈ, ਔਰ ਮੈਂ ਬੋਲੂੰਗਾ ਕਿ ਤੁਸੀਂ ਬਾਈਬਲ ਪੜ੍ਹੀ ਨਹੀਂ ਹੈ, ਸਾਨੂੰ ਨਾ ਦੱਸੋ ਕੀ ਵਿਰੋਧਾਭਾਸ ਹੈ। ਬੋਲੋ, ਸਤਿਆਨਿਸ਼ਟਤਾ ਦੀ ਪ੍ਰਾਰਥਨਾ ਦੇ ਨਾਲ ਬਹੁਤ ਕੁਝ ਹੋ ਸਕਦਾ। ਹੋ ਸਕਦਾ ਫਿਊਚਰ ਦੀ ਗੱਲ ਕਰ ਰਿਹਾ, ਸਹੀ ਹੈ ਨਾ? ਔਰ ਹੋਏਗਾ ਕਦੋਂ? ਜਦੋਂ ਉਹ ਪ੍ਰਾਰਥਨਾ ਕਰੇਗਾ। ਸਿੱਖਣ ਨਾਲ ਕੁਝ ਨਹੀਂ ਬਦਲੇਗਾ। ਬੋਲੋ, ਕਰਨ ਨਾਲ ਬਦਲੇਗਾ। ਪੜੋਸੀ ਨੂੰ ਬੋਲੋ, ਕਰਨ ਨਾਲ ਬਦਲੇਗਾ। ਸਿਰਫ ਸਿੱਖਣ ਨਾਲ ਨਹੀਂ ਬਦਲਣਾ, ਸਿੱਖਣ ਤੋਂ ਬਾਅਦ ਕਰੋ। ਬਾਬਾ ਜੀ ਵੀ ਕਹਿੰਦੇ ਆ ਨਾ ਕਰਨ ਨਾਲ ਹੁੰਦਾ। ਹਾਂ, ਇਹ ਵੀ ਕਰਨ ਨਾਲ ਹੁੰਦਾ। ਪ੍ਰੇਜ਼ ਦਾ ਲਾਰਡ। ਤਾਂ ਲਿਖਿਆ ਏਲੀਆ ਵੀ ਸਾਡੇ ਵਾਂਗ ਦੁੱਖ ਸੁੱਖ ਭੋਗੀ ਮਨੁੱਖ ਸੀ। ਇਹ ਦੇਖੋ ਨਾ ਬਾਈਬਲ ਵਿੱਚ ਲਿਖਿਆ ਦੁੱਖ ਵੀ ਆਂਦਾ ਸੁੱਖ ਵੀ ਆਂਦਾ। ਇਹ ਟਰਾਂਸਲੇਟਰ ਦੀ ਗਲਤੀ ਆ। ਪਰਮੇਸ਼ਰ ਨੇ ਇਦਾਂ ਦਾ ਕੁਝ ਨਹੀਂ ਲਿਖਿਆ। ਉਹ ਗੱਲ ਕਰ ਰਿਹਾ ਸਰੀਰ ਦੀ। ਇੱਥੇ ਯਾਕੂਬ ਗੱਲ ਕਰ ਰਿਹਾ। ਔਰ ਯਾਕੂਬ ਉਹ ਹੈ ਜਿਹੜਾ ਧਰਮ ਦੇ ਵਿੱਚ ਸੀਗਾ, ਜਿਹੜਾ ਨਿਯਮ ਦੇ ਵਿੱਚ ਸੀ। ਤਾਂ ਯਾਕੂਬ ਦੀ ਭਾਸ਼ਾ ਪੌਲਸ ਦੀ ਭਾਸ਼ਾ ਨਾਲੋਂ ਅਲੱਗ ਸੀ। ਪੌਲਸ ਉਸ ਆਤਮਿਕ ਭਾਸ਼ਾ ਦਾ ਇਸਤੇਮਾਲ ਕਰਦਾ ਸੀ ਕਿਉਂਕਿ ਉਹ ਅਨਿਆ ਜਾਤੀਆਂ ਦੇ ਨਾਲ ਅਨਿਆ ਜਾਤੀ ਵਿੱਚ ਪ੍ਰਚਾਰ ਕਰਦਾ ਸੀ। ਲੇਕਿਨ ਜੋ ਯਾਕੂਬ ਸੀ ਉਹ ਯਹੂਦੀਆਂ ਦਾ ਪਾਸਟਰ ਸੀ ਔਰ ਉਹਨੂੰ ਯਹੂਦੀਆਂ ਦੀ ਭਾਸ਼ਾ ਵਾਰ-ਵਾਰ ਇਸਤੇਮਾਲ ਕਰਨੀ ਪੈਂਦੀ ਸੀ, ਕਿਉਂਕਿ ਅਗਰ ਉਹ ਇਦਾਂ ਨਾ ਬੋਲਦਾ ਤਾਂ ਯਹੂਦੀਆਂ ਨੇ ਉਹਨਾਂ ਦੀ ਗੱਲ ਨੂੰ ਨਹੀਂ ਸਮਝਣਾ ਸੀਗਾ। ਹੁਣ ਮੈਂ ਤੁਹਾਡੇ ਨਾਲ ਕਿਹੜੀ ਭਾਸ਼ਾ ਨਾਲ ਗੱਲ ਕਰ ਰਿਹਾ? ਭਾਰਤੀਏ। ਹੁਣ ਜਿਹੜੀ ਮੈਂ ਕਹਾਵਤਾਂ ਤੁਹਾਡੇ ਨਾਲ ਬੋਲੀਆਂ ਕਿਹਦੀ ਬੋਲੀਆਂ? ਇੱਥੋਂ ਦੀਆਂ। ਹੁਣ ਇਹ ਥੋੜ੍ਹੀ ਆ ਮੈਂ ਨੇਪਾਲ ਵਿੱਚ ਜਾ ਕੇ ਭਾਰਤ ਦੀ ਕਹਾਵਤਾਂ ਬੋਲਾਂ ਕਿ 9 ਮਤ ਤੇਲ, ਔਰ ਨੇਪਾਲੀ ਬੋਲਣਗੇ ਇਹ ਆਦਮੀ ਕੀ ਬੋਲ ਰਿਹਾ, ਇਹ ਕਿਹੜੇ ਬਾਬੇ ਦੀ ਗੱਲ ਕਰ ਰਿਹਾ, ਇਹਨੂੰ ਨਹੀਂ ਪਤਾ। ਹੁਣ ਤੁਸੀਂ ਸਮਝ ਰਹੇ ਹੋ ਕਿ ਯਾਕੂਬ ਜਦੋਂ ਲਿਖਦਾ ਸੀਗਾ ਕਿਹਦੇ ਹਿਸਾਬ ਨਾਲ ਲਿਖਦਾ ਸੀ? ਯਹੂਦੀਆਂ ਦੇ ਹਿਸਾਬ ਨਾਲ, ਕਿਉਂਕਿ ਉਹ ਕਿਹਦੇ ਵਿੱਚ ਸੀਗੇ? ਨਿਯਮ ਦੇ ਵਿੱਚ। ਪ੍ਰੇਜ਼ ਦਾ ਲਾਰਡ। ਤਾਂ ਯਾਕੂਬ ਦੀ ਭਾਸ਼ਾ ਨੂੰ ਤੁਹਾਨੂੰ ਸਮਝਣਾ ਪਏਗਾ ਕਿਉਂਕਿ ਬਾਈਬਲ 'ਚ ਲਿਖਿਆ ਸੁੱਖ ਵੀ ਆਂਦਾ ਦੁੱਖ ਵੀ ਆਂਦਾ। ਆਪਾਂ ਇਸ ਗੱਲ ਨੂੰ ਸਮਝਣਾ ਵਾ। ਲਿਖਿਆ ਏਲੀਆ ਵੀ ਤਾਂ ਸਾਡੇ ਵਾਂਗ ਸਰੀਰ ਵਾਲਾ ਮਨੁੱਖ ਸੀ। ਬੋਲੋ, ਹੁਣ ਮੈਂ ਸਰੀਰਕ ਮਨੁੱਖ ਵੀ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਪੌਲਸ ਦੀ ਭਾਸ਼ਾ ਪਤਾ। ਪੌਲਸ ਇਹ ਭਾਸ਼ਾ ਕਦੀ ਯੂਜ਼ ਨਹੀਂ ਕਰਦਾ। ਹੁਣ ਯਾਕੂਬ ਨੂੰ ਨਹੀਂ ਪਤਾ ਸੀਗਾ, ਇਸ ਕਰਕੇ ਯਾਕੂਬ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਕਰਦਾ ਸੀ। ਪ੍ਰੇਜ਼ ਦਾ ਲਾਰਡ। ਅਸੀਂ ਜਾਣਦੇ ਹਾਂ ਕਿ ਪੌਲਸ ਬਹੁਤ ਪੜ੍ਹਾ ਲਿਖਿਆ ਸੀਗਾ ਔਰ ਉਹ ਹਰ ਗੱਲ ਨੂੰ ਸੋਚ ਸਮਝ ਕੇ ਲਿਖਦਾ ਸੀ, ਬੋਲਦਾ ਸੀ। ਅਗਰ ਮੈਂ ਵੀ ਪ੍ਰਚਾਰ ਕਰਾਂ ਔਰ ਇਹੀ ਵਚਨ ਤੁਸੀਂ ਵੀ ਪ੍ਰਚਾਰ ਕਰੋ ਤਾਂ ਜ਼ਮੀਨ ਆਸਮਾਨ ਦਾ ਫਰਕ ਹੋਏਗਾ, ਕਿਉਂਕਿ ਮੈਨੂੰ ਪਤਾ ਇੱਥੇ ਕੀ ਨਹੀਂ ਬੋਲਣਾ ਔਰ ਕੀ ਬੋਲਣਾ। ਮੈਂ ਧਿਆਨ ਦੇ ਸਕਦਾ, ਮੈਂ ਫੋਕਸ ਕਰ ਸਕਦਾ। ਪ੍ਰੇਜ਼ ਦਾ ਲਾਰਡ। ਉਸੇ ਲਾਈਨ ਨੂੰ ਮੈਂ ਉਸ ਤਰੀਕੇ ਨਾਲ ਬੋਲ ਸਕਦਾ ਕਿ ਸਾਹਮਣੇ ਵਾਲਾ ਖੁਸ਼ ਹੋ ਜਾਏ। ਉਸੇ ਲਾਈਨ ਨੂੰ ਤੁਸੀਂ ਬੋਲ ਸਕਦੇ ਆ ਕਿ ਸਾਹਮਣੇ ਵਾਲਾ ਤੁਹਾਡੇ ਨਾਲ ਲੜ ਕੇ ਚਲਾ ਜਾਏ। ਪ੍ਰੇਜ਼ ਦਾ ਲਾਰਡ। ਹਰੇਕ ਦੀ ਭਾਸ਼ਾ ਵਿੱਚ ਅੰਤਰ ਹੈ। ਪ੍ਰੇਜ਼ ਦਾ ਲਾਰਡ। ਹੁਣ ਤੁਸੀਂ ਸਮਝ ਰਹੇ ਹੋ ਕਿ ਏਲੀਆ ਵੀ ਸਾਡੇ ਵਾਂਗ ਸਰੀਰ ਵਾਲਾ ਮਨੁੱਖ ਸੀ। ਪ੍ਰੇਜ਼ ਦਾ ਲਾਰਡ। ਸਰੀਰਿਕ ਨਹੀਂ ਹੈ ਕਿਉਂਕਿ ਅਸੀਂ ਸਰੀਰਿਕ ਨਹੀਂ ਹੈ, ਅਸੀਂ ਆਤਮਿਕ ਹੈ। ਪ੍ਰੇਜ਼ ਦਾ ਲਾਰਡ। ਇਸ ਕਰਕੇ ਬੜੇ ਧਿਆਨ ਨਾਲ ਪੜ੍ਹਨਾ ਪੈਂਦਾ ਕਿ ਏਲੀਆ ਵੀ ਸਾਡੇ ਵਾਂਗ ਸਰੀਰ ਵਾਲਾ ਮਨੁੱਖ ਸੀ ਔਰ ਉਹਨੇ ਗਿੜਗਿੜਾ ਕੇ ਪ੍ਰਾਰਥਨਾ ਕੀਤੀ। ਪ੍ਰੇਜ਼ ਦਾ ਲਾਰਡ। ਇਹ ਉਹ ਪ੍ਰਾਰਥਨਾ ਹੈ ਕਿ ਪਰਮੇਸ਼ਰ ਚਾਹੁੰਦਾ ਕਿ ਇਸ ਤਰ੍ਹਾਂ ਖੜਾ ਹੋਵੇ। ਇਹ ਉਹ ਪ੍ਰਾਰਥਨਾ ਹੈ ਮਧਿਅਸਥਤਾ ਦੀ ਪ੍ਰਾਰਥਨਾ। ਇਹ ਆ ਕਿ ਉਹਨੇ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਕਿ ਪਾਣੀ ਨਾ ਬਰਸੇ ਔਰ 3.5 ਸਾਲ ਤੱਕ ਪਾਣੀ ਨਹੀਂ ਬਰਸਿਆ। ਅਗਲਾ ਵਚਨ, ਫਿਰ ਉਹਨੇ ਪ੍ਰਾਰਥਨਾ ਕੀਤੀ ਔਰ ਆਕਾਸ਼ ਤੋਂ ਬਾਰਿਸ਼ ਹੋਈ ਔਰ ਧਰਤੀ ਫਲਵੰਤ ਹੋਈ। ਤਾਂ ਇਦਾਂ ਨਹੀਂ ਆ ਕਿ ਏਲੀਆ ਭਾਈ ਸਾਹਿਬ ਆਏ ਔਰ ਉਹਨੇ ਬੋਲਿਆ ਮੈਂ ਸੌਣ ਜਾ ਰਿਹਾ ਭਾਈ ਔਰ 3.5 ਸਾਲ ਤੱਕ ਮੀਂਹ ਨਹੀਂ ਪਾਵੇਗਾ, ਬਾਏ ਬਾਏ, ਔਰ 3.5 ਸਾਲ ਬਾਰਿਸ਼ ਨਹੀਂ ਹੋਈ। ਇਦਾਂ ਨਹੀਂ ਹੋਇਆ। ਔਰ ਮੈਂ ਤੁਹਾਨੂੰ ਦੱਸੂਗਾ ਕਿ ਇਹ ਜੋ ਹੋਇਆ ਇਹ ਪੁਰਾਣੇ ਨਿਯਮ 'ਚ ਹੋਇਆ। ਮੈਂ ਤੁਹਾਨੂੰ ਕਹਾਣੀ ਦੱਸੂਗਾ। ਔਰ ਇਦਾਂ ਵੀ ਨਹੀਂ ਆ ਕਿ ਇੱਕ ਸੁਬਾਹ ਆਇਆ ਨਾਸ਼ਤਾ ਕਰਕੇ ਆਇਆ ਔਰ ਬੋਲਿਆ ਅੱਜ ਪਾਣੀ ਬਰਸੇਗਾ। ਇਦਾਂ ਨਹੀਂ ਹੋਇਆ। ਕੁਛ ਲੋਕ ਇੱਦਾਂ ਸੋਚਦੇ ਆ ਮੈਂ ਖੜਾ ਹੋਊਂਗਾ ਔਰ ਬੋਲੂੰਗਾ ਆ ਨੌਕਰੀ ਮੈਨੂੰ ਮਿਲ ਜਾਏ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬਾਕੀ ਵੀ ਤਾਂ ਹੈ ਜੋ ਇਸ ਨੌਕਰੀ ਦੇ ਪਿੱਛੇ ਲੜ ਰਹੇ ਆ।
ਤੁਸੀਂ ਕਹ ਰਹੇ ਹੋ ਬਾਰਿਸ਼ ਹੋਵੇ ਔਰ ਕੁਝ ਕਹਿੰਦੇ ਆ ਬਾਰਿਸ਼ ਨਾ ਹੋਵੇ, ਔਰ ਪਰਮੇਸ਼ਵਰ ਕਿਹਦੀ ਸੁਣੇ? ਇਹ ਸਹੀ ਹੈ ਨਾ? ਤੁਸੀਂ ਕਹ ਰਹੇ ਹੋ ਰੁਕ ਜਾਏ ਔਰ ਕੋਈ ਕਹਿੰਦੇ ਆ ਹੋ ਰਹੇ। ਤੁਸੀਂ ਆਪਣੀ ਬੋਲ ਰਹੇ ਹੋ ਔਰ ਆਪਣੀ ਬੋਲ ਰਹੇ ਆ, ਤਾਂ ਕਿਹਦੀ ਸੁਣੀ ਜਾਏਗੀ? ਤੁਸੀਂ ਆਪਣੀ ਬੋਲੀ, ਉਹਨਾਂ ਨੇ ਆਪਣੀ ਬੋਲੀ ਹੈ। ਤੁਸੀਂ ਬੋਲਿਆ ਆ ਘਰ ਮੈਨੂੰ ਮਿਲ ਜਾਏ, ਲੇਕਿਨ ਤੁਹਾਨੂੰ ਨਹੀਂ ਪਤਾ 4 ਲੋਕ ਹੋਰ ਇਹਦੇ ਪਿੱਛੇ ਲੱਗੇ ਹੋਏ ਆ। ਪ੍ਰਭੂ ਕਿਹਦੀ ਸੁਣੇ? ਅੱਛਾ, ਅਗਰ ਉਹ ਚਾਰੇ ਕ੍ਰਿਸਚਨ ਹੋਣ ਔਰ ਚਾਰੋਂ ਕਲਾਸ ਯੂਨੀਵਰਸਿਟੀ ਦੇ ਹੋਣ ਫਿਰ, ਔਰ ਮੰਨ ਲਓ ਇੱਕ ਗਰੁੱਪ ਦੇ ਹੋਣ ਫਿਰ, ਔਰ ਇਹਨਾਂ ਵਿੱਚ ਇੱਕ ਪਾਸਟਰ ਹੋਵੇ ਔਰ ਬਾਕੀ 3 ਕੋ ਛੱਡੋ ਯਾਰ, ਹੁਣ ਜਿਹਦੇ ਇਹਦੇ ਵਿੱਚ ਪਾਸਟਰ ਵੀ ਆ ਗਿਆ, ਤਾਂ ਪ੍ਰਾਰਥਨਾ ਦੇ ਵਿੱਚ ਬਹੁਤ ਸਾਰੇ ਐਂਗਲ ਹੈ, ਬਹੁਤ ਸਾਰੀ ਲੇਅਰ ਹੈ। ਆਪਾਂ ਦੇਖਾਂਗੇ। ਲਿਖਿਆ ਫਿਰ ਉਸਨੇ ਪ੍ਰਾਰਥਨਾ ਕੀਤੀ ਔਰ ਆਕਾਸ਼ ਤੋਂ ਬਹੁਤ ਸਾਰੀ ਬਾਰਿਸ਼ ਹੋਈ। ਦੇਖਾਂਗੇ ਪਹਿਲਾ ਰਾਜਾ 18ਵਾਂ ਅਧਿਆਇ। ਔਰ ਇੱਥੇ ਹੋਇਆ ਕੀ? ਇਹ 2 ਵਚਨ ਲੱਗ ਰਹੇ ਆ, ਲੇਕਿਨ ਇਹਨਾਂ ਵਿੱਚ ਬਹੁਤ ਵੱਡੀ ਚੀਜ਼ ਹੈ। ਇੱਥੇ ਬਹੁਤ ਸਾਰੀ ਮਿਹਨਤ ਸੀ, ਬਹੁਤ ਸਾਰੀ। ਪ੍ਰੇਜ਼ ਦ ਲਾਰਡ। ਪਹਿਲਾ ਰਾਜਾ 18ਵਾਂ ਅਧਿਆਇ 41ਵਾਂ ਵਚਨ। ਤੁਹਾਨੂੰ ਪਤਾ ਕੀ ਹੋਇਆ ਸੀਗਾ? ਤੁਸੀਂ ਪੂਰਾ ਅਧਿਆਇ ਪੜ੍ਹ ਸਕਦੇ ਆ। ਇੱਥੇ ਏਲੀਆ ਦੀ ਔਰ ਅਹਾਬ ਦੀ ਲੜਾਈ ਹੋ ਗਈ। ਅਹਾਬ ਨੇ ਬੋਲਿਆ ਤੂੰ ਭਵਿਸ਼ਕਤਾ ਨਹੀਂ ਹੈ, ਔਰ ਏਲੀਆ ਬੋਲਿਆ ਅੱਛਾ ਮੈਂ ਨਹੀਂ ਹੈ, ਚਲੋ ਮੈਂ ਤੈਨੂੰ ਦੱਸਦਾ। ਔਰ ਏਲੀਆ ਨੇ ਇੱਥੇ ਪਹਿਲੀ ਵਾਰ ਬੋਲਿਆ ਕਿ 3.5 ਸਾਲ ਪਾਣੀ ਨਹੀਂ ਬਰਸੇਗਾ, ਔਰ 3.5 ਪਾਣੀ ਨਹੀਂ ਬਰਸਿਆ। ਔਰ ਅਹਾਬ ਗੁੱਸੇ ਵਿੱਚ ਸੀ। ਉਹ ਕਹਿੰਦਾ ਇਹਨੇ ਆ ਕੀ ਬੋਲ ਦਿੱਤਾ ਕਿ 3.5 ਸਾਲ ਪਾਣੀ ਨਹੀਂ ਬਰਸੇਗਾ। ਉਸ ਤੋਂ ਬਾਅਦ ਕੀ ਹੋਇਆ? ਉਹ ਗੁੱਸੇ ਵਿੱਚ ਬਾਲ ਦੇ ਪੁਜਾਰੀਆਂ ਨੂੰ ਲੈ ਕੇ ਆ ਗਿਆ। ਔਰ ਤੁਸੀਂ ਦੇਖਿਆ ਇੱਥੇ ਬਾਲ ਦੇ ਪੁਜਾਰੀ ਆਏ ਔਰ ਏਲੀਆ ਨੇ ਬੋਲਿਆ ਸਾਰਿਆਂ ਨੂੰ ਬੁਲਾ ਲਓ, ਸਾਰਿਆਂ ਨੂੰ ਬੁਲਾ ਲਓ। ਤੁਸੀਂ ਪੜ੍ਹ ਸਕਦੇ ਹੋ ਕਿ 400-500 ਲੋਕ ਆਏ ਸੀ ਔਰ ਉਹਨਾਂ ਨੇ ਬੋਲਿਆ ਅੱਗ ਬੁਲਾਓ। ਔਰ ਤੁਸੀਂ ਪੜ੍ਹਿਆ ਕਿ ਏਲੀਆ ਨੇ ਬਲੀ ਵਿੱਚ ਪਾਣੀ ਪਾ ਦਿੱਤਾ ਔਰ ਉਹਨੇ ਪ੍ਰਾਰਥਨਾ ਕੀਤੀ ਔਰ ਅੱਗ ਆ ਗਈ। ਔਰ ਉਸ ਤੋਂ ਬਾਅਦ ਸਾਰਿਆਂ ਨੇ ਮੰਨ ਲਿਆ ਹਾਂ ਏਲੀਆ ਹੀ ਸੱਚਾ ਭਵਿਸ਼ਵਕਤਾ ਔਰ ਇਜ਼ਰਾइल ਦਾ ਪਰਮੇਸ਼ਰ ਹੀ ਸੱਚਾ ਪਰਮੇਸ਼ਰ ਹੈ। ਔਰ ਇਹ ਕਹਾਣੀ ਆ, ਇਹ ਉਹਦਾ ਬੈਕਗਰਾਉਂਡ ਹੈ। ਤੇ ਏਲੀਆ ਨੇ ਅਹਾਬ ਨੂੰ ਬੋਲਿਆ, ਅਹਾਬ ਉੱਥੇ ਰਾਜਾ ਸੀ। ਏਲੀਆ ਨੇ ਬੋਲਿਆ ਉੱਠ ਔਰ ਖਾ ਪੀ, ਕਿਉਂਕਿ ਭਾਰੀ ਬਾਰਿਸ਼ ਦੀ ਸਨਸਨਾਹਟ ਸੁਣ ਪੈਂਦੀ ਆ। ਔਰ ਕੀ ਹੋਇਆ ਕਿ 3.5 ਸਾਲ ਪਾਣੀ ਨਹੀਂ ਬਰਸਿਆ ਔਰ ਪੂਰੇ ਦੇਸ਼ ਨੇ ਆਪਣੇ ਪਾਪ ਮੰਨ ਲਏ ਔਰ ਉਹ ਕਿਹਦੇ ਵੱਲ ਮੁੜੇ? ਪਰਮੇਸ਼ਰ ਦੀ ਵੱਲ ਮੁੜੇ। ਕਿੰਨੇ ਸਾਰੇ ਕਾਰਨ ਹੈ, ਪਰ ਅੱਜ ਉਹ ਮੇਰੀ ਗੱਲ ਨਹੀਂ ਹੈ। ਤਾਂ ਲਿਖਿਆ ਭਾਰੀ ਬਾਰਿਸ਼ ਦੀ ਸਨਸਨਾਹਟ ਸੁਣਾਈ ਦਿੰਦੀ ਆ। ਕਿੱਥੇ ਸੁਣਾਈ ਦਿੰਦੀ ਆ? ਆਪਾਂ ਦੇਖਾਂਗੇ। ਤਦ ਅਹਾਬ ਖਾਣ ਪੀਣ ਵਾਸਤੇ ਚਲਾ ਗਿਆ ਔਰ ਏਲੀਆ ਕਰਮੇਲ ਦੀ ਚੋਟੀ ਤੇ ਜਾ ਕੇ ਅਮਰੂਦ ਤੋੜ ਕੇ ਖਾਣ ਲੱਗਾ। ਅਹਾਬ ਖਾਣ ਪੀਣ ਚਲਾ ਗਿਆ ਔਰ ਏਲੀਆ ਕਰਮੇਲ ਦੀ ਚੋਟੀ ਤੇ ਚਲਾ ਗਿਆ ਔਰ ਜ਼ਮੀਨ ਤੇ ਡਿੱਗ ਕੇ ਆਪਣਾ ਮੂੰਹ ਘੁੱਟਿਆਂ ਦੇ ਵਿੱਚ ਕੀਤਾ। ਔਰ ਇਹਨੇ ਸੋਚਿਆ ਕਿ ਤੁਸੀਂ ਬੋਲੋਗੇ ਬਾਰਿਸ਼ ਹੋ ਜਾਏ ਔਰ ਮੈਂ ਖਾਣਾ ਖਾ ਕੇ ਆਨਾ, ਇੱਕ ਬੂੰਦ ਵੀ ਨਹੀਂ ਟਪਕੇਗੀ। ਔਰ ਤੁਸੀਂ ਬੋਲਿਆ ਪਾਸਟਰ ਆਇਜ਼ਕ ਨੇ ਬੋਲਿਆ ਔਰ ਹੋ ਗਿਆ। ਨਹੀਂ, ਤੁਹਾਨੂੰ ਨਹੀਂ ਪਤਾ ਕਿ ਮੈਂ ਘਰ ਜਾ ਕੇ ਕੀ ਕੀਤਾ। ਬੋਲੋਗੇ ਨਹੀਂ ਪਾਸਟਰ ਨੇ ਬੋਲਿਆ ਸੀ, ਲੇਕਿਨ ਤੁਹਾਨੂੰ ਨਹੀਂ ਪਤਾ ਮੈਂ ਕਿੱਥੇ ਗਿਆ ਸੀ, ਮੈਂ ਕੀ ਕੀਤਾ। ਮੈਂ ਇੱਥੋਂ ਵਾਪਸ ਜਾ ਕੇ ਚਿਕਨ ਬਿਰਿਆਨੀ ਨਹੀਂ ਖਾ ਰਿਹਾ ਸੀ। ਜਦੋਂ ਮੈਂ ਭਵਿਸ਼ਵਾਣੀ ਕਰਦਾ, ਮੈਂ ਆਪਣੇ ਆਫਿਸ ਜਾ ਕੇ ਪ੍ਰਾਰਥਨਾ ਕਰਦਾ। ਇਹੀ ਕਾਰਨ ਹੈ ਕਿ ਮੈਂ ਸਿੱਧੇ ਕਿਸੇ ਨਾਲ ਮਿਲਦਾ ਨਹੀਂ ਹੈ। ਔਰ ਤੁਸੀਂ ਕਹਿੰਦੇ ਆ ਕਿ ਪਾਸਟਰ ਆਫਿਸ ਵਿੱਚ ਜਾ ਕੇ ਕੀ ਕਰਦੇ ਆ। ਮੈਨੂੰ ਪਤਾ ਮੈਂ ਆਫਿਸ ਜਾ ਕੇ ਕੀ ਕਰਨਾ। ਪ੍ਰੇਜ਼ ਦ ਲਾਰਡ। ਔਰ ਮੈਨੂੰ ਪਤਾ ਹੈ ਕਿ ਕੀ ਹੁੰਦਾ। ਔਰ ਅਹਾਬ ਖਾਣੇ ਪੀਣੇ ਚਲਾ ਗਿਆ ਔਰ ਏਲੀਆ ਕਰਮੇਲ ਪਰਬਤ ਦੀ ਚੋਟੀ ਤੇ ਜਾ ਕੇ ਆਪਣੇ ਘੁਟਨਿਆਂ ਵਿੱਚ ਮੂੰਹ ਦੇ ਕੇ ਪ੍ਰਾਰਥਨਾ ਕਰ ਰਿਹਾ। ਏਲੀਆ ਕੀ ਕਰ ਰਿਹਾ ਸੀ? ਪ੍ਰਾਰਥਨਾ। ਕੀ ਕਰ ਰਿਹਾ ਸੀ? ਪ੍ਰਾਰਥਨਾ। ਆਪਾਂ ਜਾਣਦੇ ਆ ਕਿ ਏਲੀਆ ਤਾਂ ਬੋਲ ਚੁੱਕਾ ਸੀ ਬਾਰਿਸ਼ ਹੋਣ ਵਾਲੀ ਆ, ਲੇਕਿਨ ਏਲੀਆ ਨੂੰ ਪਤਾ ਸੀਗਾ ਕਿ ਉਹਦੇ ਇੱਕ ਵਾਰੀ ਬੋਲਣ ਨਾਲ ਪੱਤਾ ਵੀ ਨਹੀਂ ਹਿਲਣ ਵਾਲਾ। ਔਰ ਏਲੀਆ ਨੂੰ ਪਤਾ ਸੀਗਾ ਕਿ ਅੱਜ ਬਾਰਿਸ਼ ਨਹੀਂ ਹੋਈ ਤਾਂ ਇਹਦਾ ਹੀ ਸਿਰ ਕੱਟਣ ਵਾਲਾ। ਪ੍ਰੇਜ਼ ਦ ਲਾਰਡ। ਕਿਉਂਕਿ ਗੁੱਸਾ ਵੱਧ ਚੁੱਕਾ ਸੀਗਾ, ਪੂਰੇ ਦੇਸ਼ ਦੇ ਵਿੱਚ ਗੁੱਸਾ ਵੱਧ ਚੁੱਕਾ ਸੀ, ਕਿਉਂਕਿ ਏਲੀਆ ਨੇ ਬਾਲ ਦੇ ਭਵਿਸ਼ਵਕਤਾ ਨੂੰ ਮਰਵਾ ਦਿੱਤਾ ਸੀ। ਔਰ ਪੂਰਾ ਦੇਸ਼ 3.5 ਸਾਲ ਵਿੱਚ ਅੰਤ ਦੇ ਵਿੱਚ, ਔਰ ਅਗਰ ਅੱਜ ਬਾਰਿਸ਼ ਨਹੀਂ ਹੋਈ ਤਾਂ ਅਗਲੀ ਬਲੀ ਏਲੀਆ ਦੀ ਸੀ। ਔਰ ਏਲੀਆ ਨੂੰ ਪਤਾ ਸੀ ਇਹ ਸਮਾਂ ਖਾਣ ਪੀਣ ਦਾ ਨਹੀਂ ਹੈ, ਜਾਨ ਬਚਾਉਣ ਦਾ। ਏਲੀਆ ਨੂੰ ਪਤਾ ਸੀ ਰਾਜਾ ਆਏਗਾ, ਖਾਏ ਪੀਏਗਾ, ਡਕਾਰ ਲਏਗਾ ਔਰ ਮੇਰਾ ਗਲਾ ਕਟਵਾ ਦੇਗਾ। ਕਿਉਂਕਿ ਜਦੋਂ ਤੁਸੀਂ ਮੱਧਿਅਸਥਤਾ ਦੀ ਪ੍ਰਾਰਥਨਾ ਕਰਦੇ ਆ, ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹੋ ਜਿਸ ਤਰ੍ਹਾਂ ਤੁਹਾਡੀ ਖੁਦ ਦੀ ਜਾਨ ਦਾਅ ਤੇ ਲੱਗੀ ਪਈ ਆ। ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਨਹੀਂ ਕਰਦੇ ਕਿ ਨਹੀਂ ਹੋਇਆ ਤਾਂ ਨਹੀਂ ਹੋਇਆ। ਨਹੀਂ, ਤੁਹਾਡੀ ਖੁਦ ਦੀ ਜਾਨ ਦਾਅ ਤੇ ਲੱਗੀ ਹੋਈ ਆ। ਭਲਾ ਤੁਸੀਂ ਦੂਸਰੇ ਵਾਸਤੇ ਪ੍ਰਾਰਥਨਾ ਕਰ ਰਹੇ ਹੋ, ਪਰ ਤੁਹਾਨੂੰ ਲੱਗੇਗਾ ਕਿ ਤੁਹਾਡੀ ਖੁਦ ਦੀ ਜਾਨ ਦਾਅ ਤੇ ਲੱਗੀ ਹੋਈ ਆ। ਇਸੇ ਕਰਕੇ ਮੈਂ ਤੁਹਾਨੂੰ ਇਹ ਕਹਾਣੀ ਦੱਸੀ ਆ ਕਿ ਏਲੀਆ ਕੀ ਸੋਚ ਰਿਹਾ ਸੀਗਾ। ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਆ ਕਿ ਬਦਲਿਆ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। ਤੁਹਾਡੀ ਜਾਨ ਦਾਅ ਤੇ ਲੱਗੀ ਹੋਈ ਆ। ਇਸ ਬਦਲਾਵ ਨੂੰ ਆਣਾ ਪਏਗਾ। ਪਤੀ ਨੂੰ ਦਾਂਦੂ ਛੱਡਣੀ ਪਏਗੀ, ਕਿਉਂਕਿ ਇਦਾਂ ਨਾ ਹੋਵੇ ਕਿ ਅਗਰ ਰਾਤ ਨੂੰ ਅਗਰ ਕਿਸੇ ਟਾਈਮ ਪਤੀ ਆ ਕੇ ਤੁਹਾਡੇ ਗਲਾ ਫੜ ਲਵੇ। ਇਸ ਬੱਚੇ ਨੂੰ ਸਹੀ ਰਸਤੇ ਤੇ ਆਣਾ ਪਏਗਾ, ਨਹੀਂ ਤਾਂ ਕੀ ਹੋਏਗਾ, ਕੱਲ ਨੂੰ ਇਹ ਤੁਹਾਡੇ ਤੱਕ ਪਾਪ ਲਿਆ ਸਕਦਾ ਔਰ ਹੋ ਸਕਦਾ ਤੁਹਾਨੂੰ ਜੇਲ੍ਹ ਵੀ ਭਜਵਾ ਦੇਵੇ। ਇਸ ਕਰਕੇ ਬੱਚਿਆਂ ਦੀ ਪ੍ਰਾਰਥਨਾ ਨਹੀਂ ਹੈ ਕਿ ਹੋਇਆ ਨਹੀਂ ਹੋਇਆ ਨਹੀਂ ਹੋਇਆ। ਹੁਣ ਗੱਲ ਪੁੱਛਣ ਦੀ ਨਹੀਂ ਆ, ਇਹ ਗੱਲ ਤੁਸੀਂ ਆਪਣੇ ਸਿਰ ਤੇ ਲੈ ਚੁੱਕੇ ਆ। ਇਹ ਇਸ ਤਰੀਕੇ ਨਾਲ ਹੈ ਕਿ ਤੁਸੀਂ ਦੂਸਰੇ ਦਾ ਕਰਜ਼ਾ ਆਪਣੇ ਸਿਰ ਤੇ ਲੈ ਲਿਆ ਔਰ ਹੁਣ ਤੁਹਾਨੂੰ ਖੁਦ ਇਸ ਕਰਜ਼ੇ ਨੂੰ ਉਤਾਰਨਾ ਪੈਣਾ। ਇਹ ਇਮੋਸ਼ਨ ਹੈ ਇੱਥੇ ਕਿ ਯਾਰ ਅਗਰ ਨਹੀਂ ਬਦਲਿਆ ਤਾਂ ਪਤਾ ਨਹੀਂ ਕੀ ਹੋ ਜਾਏਗਾ। ਬਹੁਤ ਵਾਰੀ ਜਦੋਂ ਮੈਂ ਪ੍ਰਾਰਥਨਾ ਕਰਦਾ ਕਿਸੇ ਦੇ ਹੱਥ ਦੇ ਦਰਦ ਵਾਸਤੇ ਤਾਂ ਮੇਰੇ ਹੱਥ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਉਹ ਆਦਮੀ ਚੰਗਾ ਹੋ ਗਿਆ, ਲੇਕਿਨ ਮੈਨੂੰ ਇਹ ਹੁੰਦਾ ਵਾ ਕਿ ਪਹਿਲੇ ਤੂੰ ਜਾ ਕੇ ਪਤਾ ਤਾਂ ਕਰ ਪਾਈ ਕਿ ਹੱਥ ਦਾ ਦਰਦ ਹੁੰਦਾ ਕੀ ਆ। ਇਸੇ ਕਰਕੇ ਮੈਂ ਕਹਿੰਦਾ ਪ੍ਰੇ ਤਾਂ ਕਿ ਮੈਂ ਜਦੋਂ ਉਸ ਇਨਸਾਨ ਨੂੰ ਮਿਲਾਂ, ਉਹਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਾਂ ਤਾਂ ਮੈਨੂੰ ਪਤਾ ਕਿ ਮੈਂ ਉਹਦੇ ਵਾਸਤੇ ਕੀ ਕਰ ਰਿਹਾ। ਮੈਨੂੰ ਉਸ ਦਰਦ ਨੂੰ ਸਮਝਣਾ ਪਏਗਾ। ਮੈਨੂੰ ਪਤਾ ਅਗਰ ਪੈਰ ਨਹੀਂ ਉੱਠਦਾ ਤਾਂ ਕੀ ਹੁੰਦਾ। ਇਹ ਮਜ਼ਾਕ ਨਹੀਂ ਚੱਲ ਰਿਹਾ ਕਿ ਤੁਸੀਂ ਆਏ ਬਸ ਪ੍ਰਾਰਥਨਾ ਕੀਤੀ ਔਰ ਚੀਜ਼ਾਂ ਬਦਲ ਗਈਆਂ। ਨਹੀਂ, ਤਾਂ ਏਲੀਆ ਨੂੰ ਇਹ ਪਤਾ ਸੀ ਕਿ ਅਗਰ ਅੱਜ ਚੀਜ਼ਾਂ ਨਹੀਂ ਬਦਲੀਆਂ ਤਾਂ ਉਹ ਮਰੇਗਾ।
ਇਸੇ ਤਰ੍ਹਾਂ ਜਦੋਂ ਤੁਸੀਂ ਮਧਿਅਸਥਤਾ ਦੀ ਪ੍ਰਾਰਥਨਾ ਵਿੱਚ ਜਾਂਦੇ ਹੋ ਕੀ ਹੁੰਦਾ? ਤੁਸੀਂ ਕਹਿੰਦੇ ਹੋ ਹਾਂ ਮੈਂ ਹੀ ਬਦਲੂੰਗਾ। प्रेज द लॉर्ड। कौन बदलेगा? मैं। ये एटीट्यूड है। और एलिया ने अपने सेवक ने बोलिया जा उस पर्वत पर चढ़ के देख, और वो सेवक ने लौट के आके क्या कि कुछ नहीं दिखता। तो एलिया ने की क्या 7 बार जा। तो इतने की होया कि अहाब खाण पीन चला गया। तो की होया 3.5 साल तो मीह नहीं पिया, भविष्यवक्ता मर चुके आ, और यदि एलिया की खुद ही जान दात लगी हुई है। और एलिया ने अपनी प्रार्थना करनी शुरू करती है, रा बाबा राखो मसे के बे। और उन्हें अपने सेवक को भेजिया कि भाई जा देख क्या कुछ हो रहा कि नहीं हो रहा। और नौकर ने क्या कुछ नहीं हो रहा। और उन्हें बोले अच्छा कुछ नहीं है, लेकिन कुछ तो होएगा, कुछ तो होना पड़ेगा। और फिर जोर ना पर अपनी प्रार्थना कर रहा। और फिर उन्हें अपने नौकर को भेजिया जा हुण देखिया कि कुछ होया कि नहीं होया। और नौकर ने आके बोलिया कि स्वामी अजे भी कुछ नहीं होया। लेकिन उन्हें हिम्मत नहीं हारी, वो लगातार करदा गया कितनी बारी 7 बारी। इत्थे एलिया लगातार प्रार्थना कर रहा, कितनी बारी भेजिया 7 बार। और जदों उन्हें प्रार्थना कर करके सामर्थ ਨੂੰ इकट्ठा कर लिया कि सत्यानिष्ठा की प्रार्थना की सामर्थ नाल बहुत कुछ हो सकता। और एलिया ਨੂੰ आत्मा ਵਿੱਚ ਕੀ ਲੱਗ ਰਿਹਾ ਸੀ कि मैं बदल ਨੂੰ ਬਣਾਉਣ ਦੀ सामर्थ पैदा कर चुका। और अपने नौकर ਨੂੰ ਭੇਜ ਰਿਹਾ ਸੀ भाई देख के आ। ਉਹਨੇ बोलिया कुछ नहीं आ। एलिया ਨੂੰ पता लगा कि ਮੈਨੂੰ ਹੋਰ सामर्थ पैदा ਕਰਨ ਦੀ ਲੋੜ है। एलिया प्रार्थना करके सामर्थ पैदा कर ਰਿਹਾ। और कितना समय लग रहा किसी ਨੂੰ नहीं पता कितना समय लग रहा। पर इन्ना जरूर है कि ਉੱਥੇ 1 मिनट की प्रार्थना नहीं है, 7 बार। लेकिन तुसी उस 7 बार नहीं देखना। इधर ना सोचियो कि कोई भी काम तुसी 7 बार करोगे तो हो जाएगा, नहीं, ये नियम नहीं है। भारत में जदे हुंदा। और कुछ लोग बोलते हैं 3 बार साल हो सही हो जाऊंगे, और कुछ लोग कहते हैं 3 बार साल हो सही हो जाऊंगे। लेकिन मैनू परमेश्वर ने क्या 3 बार साल लेने वास्ते की तुहानू बोलिया? ओ परमेश्वर की लीडिंग सी, नियम नहीं सी। प्रेज द लॉर्ड। और ये परमेश्वर की लीडिंग है, कोई नियम नहीं है। कि तुम समझ रहे हो? क्योंकि ਇਹਦਾ कोई सपोर्ट नहीं है, क्योंकि नियम तुसी एक ना नहीं बना सकते। इदा बाइबल च कदे नहीं लिखा कि उन्होंने बार 7 बार हर बार प्रार्थना की। नहीं, पूरी बाइबल जाके पढ़ लो, सिर्फ एक ही बार है एलिया के केस दे विच कि सानू दस्सिया गया ये गल। प्रेज द लॉर्ड, हालेलुया। कि तुम सुन रहे हो? और एलिया उत्थे प्रार्थना कर रहा, प्रार्थना बदलाव वास्ते प्रार्थना और सामर्थ पैदा कर रहा। और जो तुसी नौकरी की इंटरव्यू वास्ते जाने आ कितनी सामर्थ तुसी पैदा की है। और बोले नहीं सवेरे बोलिया सी प्रभु नौकरी दिला दो यीशु के नाम दे विच। मैं कहा वापस आना सुबह बताने वास्ते दसन वास्ते कि कुछ नहीं मिले। कि तुसी सामर्थ उपलब्ध किया? बोले मैं पास्टर ने दसिया, और मैं एक ईमानदार पास्टर है, मैं तेनों दसन लगा कि मैं सर्विस खत्म होने तो बाद खुद चिकन खाने वाला। ये ना सोचो कि मैं तुहाडी जगह जाके मेरी जान थोड़ी दाद लगी है। और तुहानू की लगदा कि मैं एलिया की तरह नहीं, कि एलिया सारी उम्र भुखा ही सी? नहीं, मेरा पेट हवा नाल ही भरिया, खा के भरिया वा, मैं भी खाना। तुहाडी जिंदगी है, तुसी अपने वास्ते प्रार्थना करो। तुसी मेरे तो आशा ना करो कि मैं सारे काम छड्ड के गुटे लगा के तुहाडे वास्ते प्रार्थना करा। बदलाव तुसी लैके आना। तुसी ये नहीं है कि तुहाडे बच्चे नूं खांसी आ रही है, तुसी उहनूं गोद विच लैके घूम रहे हो कि भाई थोड़ी प्रार्थना कर दो, तुसी थोड़ी प्रार्थना कर दो, कि भाई अपने वास्ते तुसी कर लो ना थोड़ी प्रार्थना। और मैं बोलिया तुसी कर लो प्रार्थना। बोले कोई नहीं मिल रहा। और मैं बोले हुण तुसी की कर रहे हो? सानू प्रार्थना करनी नहीं आती तो सीखो। कभी तुहानू कोई इदां दा आदमी मिलिया 20 साल का कि जिहड़ा बोले कि मैनू खाना नहीं आंदा? कि मिलिया तुहानू? कि मिलिया? पर तुहानू 20 साल के मसीह मिल जाएंगे और बोलणगे सानू प्रार्थना करनी नहीं आती। और मैं पूछा तुसीं कीता कि 20 साल? और मैनू समझ नहीं आती ये कर की रहे सीगे। उन्होंने लगता कि उन्होंने बहुत बड़ा मुकुट मिल गया ओलंपिक का। और बोलते हैं कि पास्टर असी सब कुछ सीख लिया लेकिन प्रार्थना नहीं सीखी। और बोलते हैं साडियां प्रार्थना का अज तक कभी उत्तर आया ही नहीं। और मैं सोच रहा यार मैं इस आदमी का करा की, और मैनू इन्होंने ऊपर कोई दया नहीं आ रही। की करा मैं? और अगर 20 साल का आदमी बोले कि मैनू मूँह नाल खाना नहीं आता, और मैं की बोलूँगा पा इहदे मूँह विच, और बोले खा इनू, ऐदा चबा दबेगा। और तुसी की करोगे? मुंह फड़ के बोलो खा। कि तुहानू दया आ रही है उस बंदे दे? और कुछ लोग चाहते हैं बस पास्टर मिल जाए और साढ़े ते दया कर दे। इस करके कई लोग मैनू कहते हैं कि पास्टर आइजक नू दया नहीं आती। जे मैं तुहाडे उपर दया करा तो की तुसी बदलण वाले हो? मैं की दया करा तुहाडे ते अगर तुहानू मूँह नाल खाना नहीं आंदा? और मैं की कहूँगा भाई मूँह विच लड्डू पाओ और दबा के दिखाओ और देखो चलदा है मूँह। की मैं इत्थे कोई रुदाली फिल्म दा सीन बनावां? ओ प्रभु देखो इस लड़के नू 20 साल तो खा नहीं सकदा प्रभु, और अज तू अपनी दया दृष्टि कर प्रभु, स्वर्ग दे झरोके खोल दे, आल तो जलाल तू दिखा दे प्रभु तेरा जलाल। की है 2 स्वर्गदूत मैनू मारनगे और बोलणगे चुपचाप मुझे लड्डू पा और दबा। हालेलुया। पड़ोसी ने बोलो प्रार्थना करो। ना करन दे डंडा लेके ना घूमो। सानू नहीं आंदी, सानू प्रार्थना नहीं आंदी तो सीखो। प्रेज द लॉर्ड। तुहानू पता दुनिया में परेशानी क्यों वा?
ਕਿਉਂਕਿ ਜੋ ਲੋਕ ਖੁਦ ਕਰ ਸਕਦੇ ਉਹ ਵੀ ਨਹੀਂ ਕਰਦੇ, ਉਹਨਾਂ ਦਾ ਬੋਝ ਵੀ ਕਿਸੇ ਦੂਸਰੇ ਨੇ ਉਠਾਉਣਾ। ਪ੍ਰੇਜ਼ ਦ ਲਾਰਡ। ਪਰ ਤੁਸੀਂ ਆਪਣੀ ਪ੍ਰਾਰਥਨਾ ਕਰਕੇ ਸੁਧਾਰ ਲਓ। ਸੋਚ ਕੇ ਦੇਖੋ ਕਿ ਤੁਸੀਂ ਇੱਕ ਮਸੀਹ ਹੋ ਔਰ ਜਦੋਂ ਤੁਸੀਂ ਚਰਚ ਵਿੱਚ ਆਏ ਗਰੀਬ ਸੀ, ਲੇਕਿਨ 5 ਸਾਲ ਬਾਅਦ ਜਦੋਂ ਤੁਸੀਂ ਅਮੀਰ ਹੋਵੋਗੇ ਤਾਂ ਤੁਹਾਨੂੰ ਕੀ ਲੱਗੇਗਾ ਕਿ ਤੁਹਾਡੀ ਪੂਰੀ ਗਲੀ ਤੁਹਾਨੂੰ ਸੁਣਨਾ ਨਹੀਂ ਚਾਹੇਗੀ। ਔਰ ਮੈਂ ਦੇਖੂੰਗਾ ਕਿ ਕਿਹੜਾ ਬੰਦਾ ਤੁਹਾਡੇ ਨਾਲ ਚਰਚ ਆਉਣਾ ਨਹੀਂ ਚਾਹੁੰਦਾ। ਲੋਕ ਤੁਹਾਨੂੰ ਪੁੱਛਣਗੇ ਭਾਈ ਕਿੱਥੇ ਜਾਂਦੇ ਹੋ, ਸਾਨੂੰ ਵੀ ਲੈ ਚੱਲੋ। ਮੇਰੇ ਸਾਰੇ ਦੋਸਤ ਯੀਸ਼ੂ ਮਸੀਹ ਨੂੰ ਜਾਣਨਾ ਚਾਹੁੰਦੇ ਆ, ਮੇਰਾ ਪੂਰਾ ਖਾਨਦਾਨ ਯੀਸ਼ੂ ਮਸੀਹ ਨੂੰ ਜਾਣਨਾ ਚਾਹੁੰਦਾ। ਉਹ ਮੇਰੇ ਵੱਲ ਦੇਖਦੇ ਆ, ਕਹਿੰਦੇ ਯਾਰ ਪਤਾ ਨਹੀਂ ਯਾਰ ਇਹ ਆਦਮੀ ਕੀ ਸੀ ਔਰ ਕੀ ਦਾ ਕੀ ਬਣ ਗਿਆ, ਕਿਉਂਕਿ ਮੈਂ ਆਪਣੇ ਪ੍ਰਭੂ ਯੀਸ਼ੂ ਮਸੀਹ ਨੂੰ ਮਹਿਮਾ ਦੇ ਰਿਹਾ। ਇਦਾਂ ਨਹੀਂ ਹੈ ਕਿ ਜਦੋਂ ਅਸੀਂ ਚਰਚ ਵਿੱਚ ਆਏ ਸੀ ਤਾਂ 200 ਸੀ ਔਰ ਅੱਜ 50 ਰੁਪਏ ਜੇਬ 'ਚ ਹੈ। ਔਰ ਤੁਸੀਂ ਕਿਹੜੇ ਚਰਚ ਵਿੱਚ ਆਏ ਆ, ਕੱਢ ਕਿੱਦਾਂ ਗਏ? ਬੋਲੋ, ਮਸੀਹ ਵਿੱਚ ਵਧਣਾ ਜ਼ਰੂਰੀ ਹੈ, ਮਸੀਹ ਵਿੱਚ ਵਧਣਾ ਜ਼ਰੂਰੀ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਤੁਸੀਂ ਸੋਚੋ, ਅਗਰ ਮੈਂ ਰੋਜ਼ ਇੱਕੋ ਹੀ ਕੱਪੜੇ ਪਾ ਕੇ ਆਵਾਂ, ਹਰ ਰੋਜ਼ ਇੱਕੋ ਹੀ ਕੱਪੜੇ ਪਾ ਕੇ ਆਵਾਂ, ਲੋਕ ਆਣਾ ਬੰਦ ਕਰ ਦੇਣਾ। ਉਹਨਾਂ ਨੇ ਕਿਹੜਾ ਪਾਸਟਰ ਕੋਲ ਲਾਉਂਦਾ ਇੱਕੋ ਜੋੜੀ ਕੱਪੜੇ ਆ। ਔਰ ਹੁਣ ਮੈਂ ਜਦੋਂ ਆਉਂਦਾ ਲੋਕ ਦੇਖਦੇ ਆ ਭਾਈ ਅੱਜ ਪਾਸਟਰ ਜੀ ਨੇ ਕੀ ਪਾ ਕੇ ਆਏ ਆ, ਮੈਨੂੰ ਪਤਾ। ਔਰ ਤੁਸੀਂ ਦੇਖਦੇ ਆ ਵਾਹ ਪਾਸਟਰ ਜੀ ਬਹੁਤ ਵਧੀਆ ਕੱਪੜੇ ਪਾ ਕੇ ਆਏ ਆ, ਦੇਖ ਕੇ ਦਿਲ ਖੁਸ਼ ਹੋ ਗਿਆ। ਇਸੇ ਕਰਕੇ ਮੈਂ ਸਵੇਰੇ ਉੱਠ ਕੇ ਆਪਣੀ ਦਾੜੀ ਬਣਾਉਣਾ ਔਰ ਵਧੀਆ ਕੱਪੜੇ ਪਾ ਕੇ ਆਉਣਾ। ਤਦੇ ਤੁਸੀਂ ਮੇਰੀ ਸੁਣ ਰਹੇ ਹੋ। ਪ੍ਰੇਜ਼ ਦ ਲਾਰਡ। ਤੁਹਾਨੂੰ ਪਤਾ ਚੰਗੇ ਕੱਪੜੇ ਪਾਉਣ ਤੋਂ ਬਾਅਦ ਕੀ ਹੁੰਦਾ? ਜਦੋਂ ਤੁਸੀਂ ਚੰਗੇ ਕੱਪੜੇ ਪਾਉਂਦੇ ਆ ਲੋਕ ਤੁਹਾਡੇ ਉੱਪਰ ਜ਼ਿਆਦਾ ਵਿਸ਼ਵਾਸ ਕਰਦੇ ਆ। ਸ਼ਾਇਦ ਲੱਗਦਾ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਆ। ਇੱਦਾਂ ਨਹੀਂ ਹੈ ਕਿ ਜਿੱਦਾਂ ਦੇ ਕੱਪੜੇ ਹੈ ਚਲੋ ਪਾ ਕੇ ਚੱਲ ਜਾਓ ਭਾਈ। ਔਰ ਕੋਈ ਸੈਲੀਟਰ ਆਇਆ ਚੱਪਲ ਪਾਈ ਔਰ ਚਲਾ ਗਿਆ। ਜਦੋਂ ਤੁਸੀਂ ਚੱਪਲ ਪਾ ਕੇ ਜਾਓਗੇ ਕੋਈ ਵੀ ਤੁਹਾਡੇ ਉੱਪਰ ਭਰੋਸਾ ਨਹੀਂ ਕਰੇਗਾ। ਪ੍ਰੇਜ਼ ਦ ਲਾਰਡ। ਕੀ ਤੁਸੀਂ ਸਮਝ ਰਹੇ ਹੋ ਕਿ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਅਗਰ ਇੱਕ ਇਨਸਾਨ ਟਾਈ ਲਗਾ ਕੇ ਆ ਜਾਏ ਔਰ ਤੁਸੀਂ ਕਹਿੰਦੇ ਵਾਹ ਜੀ ਵਾਹ ਕੀ ਬਾਤ ਹੈ, ਔਰ ਅਗਰ ਇੱਕ ਇਨਸਾਨ ਆਵੇ 2 ਬਟਨ ਖੋਲ ਕੇ ਔਰ ਬੋਲੋ ਭਾਈ ਸਾਬਣ ਲੈ ਲਓ ਭਾਈ, ਔਰ ਤੁਸੀਂ ਕੀ ਕਹੋਗੇ? ਭੱਜ ਪਾਈ ਇੱਥੋਂ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਆ ਕਿ ਉਹਨਾਂ ਨੂੰ ਕੱਪੜਿਆਂ ਵਾਸਤੇ ਕਿਉਂ ਇਦਾਂ ਕਿਹਾ ਜਾਂਦਾ। ਮੈਂ ਆਪਣੇ ਲੋਕਾਂ ਨੂੰ ਬੋਲਦਾ, ਲੜਕਿਆਂ ਨੂੰ ਬੋਲਦਾ ਭਾਈ ਟਾਈ ਲਗਾ ਕੇ ਆਓ ਚਰਚ ਵਿੱਚ। ਤੁਹਾਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਟਾਈ ਲਗਾ ਕੇ ਆਓਗੇ ਤੁਹਾਡੇ ਆਸ-ਪਾਸ ਵਾਲੇ ਲੋਕ ਦੇਖਣਗੇ ਔਰ ਸੋਚਣਗੇ ਯਾਰ ਇਹ ਜਾਂਦਾ ਕਿੱਥੇ ਆ ਟਾਈ ਲਗਾ ਕੇ। ਤੁਹਾਨੂੰ ਨਹੀਂ ਪਤਾ ਕਿ ਸੁਸਮਾਚਾਰ ਆਪਣੇ ਆਪ ਪ੍ਰਚਾਰ ਹੋ ਰਿਹਾ। ਇਸ ਲਈ ਮੈਂ ਤੁਹਾਨੂੰ ਕਹਿੰਦਾ ਭਾਈ ਟਾਈ ਲਗਾ ਕੇ ਆਓ, ਅੱਛੇ ਵਧੀਆ ਕੱਪੜੇ ਪਾ ਕੇ ਆਓ, ਅੱਛੇ ਸ਼ੂਜ਼ ਪਾ ਕੇ ਆਓ, ਕਿਉਂਕਿ ਤੁਹਾਨੂੰ ਨਹੀਂ ਪਤਾ ਉਹਦੇ ਨਾਲ ਕੀ ਹੋਏਗਾ। ਅਗਰ ਸਾਰੇ ਜਣੇ ਰੋਜ਼ ਟਾਈ ਪਾ ਕੇ, ਸ਼ੂਜ਼ ਪਾ ਕੇ, ਅੱਛੇ ਕੱਪੜੇ ਪਾ ਕੇ ਆਉਣਗੇ ਔਰ ਦੂਰ ਤੱਕ ਚਰਚਾ ਹੋਏਗੀ ਯਾਰ ਉੱਥੇ ਤਾਂ ਸਾਰੇ ਐਨ ਕੋਟ ਪੈਂਟ ਪਾ ਕੇ ਸੂਟ ਪਾ ਕੇ ਆਉਂਦੇ ਆ, ਔਰ ਲੋਕ ਪੁੱਛਣਗੇ ਉੱਥੇ ਹੁੰਦਾ ਕੀ ਆ, ਔਰ ਆਪਾਂ ਬੋਲ ਸਕਦੇ ਹਾਂ ਚਰਚ। ਪੜੋਸੀ ਨੂੰ ਬੋਲੋ ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ। ਜਦੋਂ ਹਰ ਰੋਜ਼ ਤੁਹਾਡੇ ਘਰੋਂ ਪ੍ਰਾਰਥਨਾ ਦੀ ਆਵਾਜ਼ ਆਏਗੀ, ਜਦੋਂ ਤੁਹਾਡੇ ਘਰੋਂ ਪ੍ਰਾਰਥਨਾ ਦੀ ਆਵਾਜ਼ ਆ ਰਹੀ ਆ ਔਰ ਪੂਰੀ ਗਲੀ ਸੁਣ ਰਹੀ ਆ, ਤਾਂ ਉਹਨਾਂ ਦਾ ਦਿਲ ਵਿੱਚ ਡਰ ਬੈਠੇਗਾ ਯਾਰ ਇਹਨਾਂ ਪੰਗਾ ਨਹੀਂ ਲੈਣਾ, ਕਿਉਂ ਇਹ ਪ੍ਰਾਰਥਨਾ ਕਰਦਾ ਰੋਜ਼। ਅਗਰ ਤੁਸੀਂ ਪਤਨੀ ਹੋ ਤੁਸੀਂ ਪ੍ਰਾਰਥਨਾ ਕਰੋ, ਤੁਹਾਡਾ ਪਤੀ ਤੁਹਾਨੂੰ ਨਹੀਂ ਮਾਰੇਗਾ, ਬੱਚੇ ਤੁਹਾਡੇ ਸੁਣਨਗੇ, ਕਿਉਂਕਿ ਉਹਨਾਂ ਨੇ ਆਪਣੀ ਮਾਂ ਨੂੰ ਕਦੀ ਪ੍ਰਾਰਥਨਾ ਕਰਦੇ ਦੇਖਿਆ ਹੀ ਨਹੀਂ। ਇਟਸ ਇੰਪੋਰਟੈਂਟ। ਮੇਨ ਗੱਲ ਕਿਹੜੀ ਆ? ਮਧਿਅਸਥਤਾ ਦੀ ਪ੍ਰਾਰਥਨਾ। ਬੋਲੋ ਮਧਿਅਸਥਤਾ ਦੀ ਪ੍ਰਾਰਥਨਾ, ਮਧਿਅਸਥਤਾ ਦੀ ਪ੍ਰਾਰਥਨਾ। ਸਮਝ ਆ ਗਿਆ? ਔਰ 1 ਮਿੰਟ ਦੀ ਪ੍ਰਾਰਥਨਾ ਨਹੀਂ ਆ। ਤੁਸੀਂ ਕੀ ਕਰ ਰਹੇ ਆ? ਪ੍ਰਾਰਥਨਾ। ਪ੍ਰਾਰਥਨਾ ਕੀ ਆ ਰਹੀ ਆ? ਸਾਮਰਥ। 7 ਬਾਰ ਜਾਓ, ਓ ਬॉय ਲਵਲੀ ਲਵਲੀ, ਅਗਲਾ ਅਗਲਾ, ਆਈ ਲਾਈਕ ਦੈਟ। ਔਰ 7ਵੀਂ ਵਾਰ ਉਹਨੇ ਕਿਹਾ, ਦੇਖ ਸਮੁੰਦਰ ਦੇ ਵਿੱਚ ਮਨੁੱਸ਼ਾ ਦੇ ਹੱਥ ਜਿੰਨਾ ਛੋਟਾ ਜਿਹਾ ਬੱਦਲ। ਆਪਣੇ ਹੱਥ ਨੂੰ ਇਦਾਂ ਕਰੋ, ਇਸ ਤਰ੍ਹਾਂ ਕਰੋ, ਹੱਥ ਲੈ ਕੇ ਨਾ ਦੇਖੋ ਨਾ, ਉਹ ਬਿਲਕੁਲ ਛੋਟਾ ਜਿਹਾ ਬੱਦਲ ਸੀ, ਲੇਕਿਨ ਏਲੀਆ ਨੂੰ ਪਤਾ ਸੀ ਚਮਤਕਾਰ ਹੋ ਚੁੱਕਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਔਰ ਅਗਰ ਤੁਸੀਂ ਛੋਟਾ ਜਿਹਾ ਬਦਲਾਵ ਦੇਖਦੇ ਆ ਔਰ ਬੋਲੋ ਵਾਓ ਚਮਤਕਾਰ ਹੋ ਗਿਆ, ਪ੍ਰੇਜ਼ ਦ ਲਾਰਡ, ਹਾਲੇਲੂਇਆ। ਕੀ ਤੁਹਾਨੂੰ ਸਮਝ ਆਇਆ? ਥੋੜਾ ਜਿਹਾ ਘੱਟ ਹੋਇਆ। ਛੋਟਾ ਜਿਹਾ ਹੱਥ ਦੇਖ ਕੇ ਉਹਨੇ ਚਲਾਣਾ ਸ਼ੁਰੂ ਕਰਤਾ, ਬੋਲਿਆ ਹੋ ਗਿਆ ਹੋ ਗਿਆ ਹੋ ਗਿਆ। ਔਰ ਕਈਆਂ ਦੇ ਕੀ ਹੁੰਦੇ ਕਿ 2 ਪੈਰ ਖਰਾਬ ਹੈ, ਅਗਰ ਇੱਕ ਸਹੀ ਹੋ ਗਿਆ ਤਾਂ ਬੋਲਦੇ ਆ ਇੱਕ ਜੇ ਬਾਕੀ ਆ। ਔਰ ਮੈਂ ਕਹਿੰਦਾ ਉਹ ਭਾਈ ਇੱਕ ਤਾਂ ਸਹੀ ਹੋ ਗਿਆ, ਉਹਦੇ ਵਿੱਚ ਤਾਂ ਖੁਸ਼ ਹੋਵੋ, ਔਰ ਉਹਦੇ ਵਿੱਚ ਵੀ ਖੁਸ਼ ਨਹੀਂ ਆ। ਏਦਾਂ ਕਿਉਂ ਹੈ ਕਿ ਚਮਤਕਾਰ ਤੁਹਾਡੇ ਜੀਵਨ 'ਚ ਹੋਇਆ ਔਰ ਤੁਸੀਂ ਪਰਮੇਸ਼ਰ ਨੂੰ ਮਹਿਮਾ ਦੇਣਾ ਨਹੀਂ ਚਾਹੁੰਦੇ? ਏਦਾਂ ਕਦੀ ਨਾ ਹੋਣ ਦਿਓ ਕਿ ਜਦੋਂ ਸ਼ੈਤਾਨ ਤੁਹਾਨੂੰ ਬੇਵਕੂਫ ਬਣਾਏ ਕਿ ਤੁਹਾਡੀ ਬਿਮਾਰੀ ਬਹੁਤ ਵੱਡੀ ਆ, ਔਰ ਅਗਰ ਲੋਕਾਂ ਨੂੰ ਪਤਾ ਲੱਗ ਜਾਏ। ਨਹੀਂ, ਪਰਮੇਸ਼ਰ ਦੀ ਮਹਿਮਾ ਕਰੋ। ਤੁਸੀਂ ਕਿੱਦਾਂ ਪਰਮੇਸ਼ਰ ਦੀ ਮਹਿਮਾ ਨੂੰ ਆਪਣੀ ਜੇਬ ਦੇ ਵਿੱਚ ਰੱਖ ਕੇ ਘੁੰਮ ਸਕਦੇ ਹੋ? ਕਿਹਨੇ ਤੁਹਾਨੂੰ ਅਧਿਕਾਰ ਦਿੱਤਾ? ਪਰਮੇਸ਼ਰ ਜਿਹਨੇ ਤੁਹਾਨੂੰ ਚੰਗਾ ਕੀਤਾ, ਔਰ ਤੁਸੀਂ ਦੂਸਰਿਆਂ ਨੂੰ ਦੱਸਣਾ ਵੀ ਨਹੀਂ ਚਾਹੁੰਦੇ ਕਿ ਪਰਮੇਸ਼ਰ ਨੇ ਤੁਹਾਨੂੰ ਚੰਗਾ ਕੀਤਾ। ਕਿਉਂ? ਤੁਸੀਂ ਕਿਸ ਤਰ੍ਹਾਂ ਏਦਾਂ ਕਰ ਸਕਦੇ ਹੋ? ਤੁਹਾਡੀ ਗਵਾਹੀ ਨਹੀਂ ਹੈ, ਇਹ ਪਰਮੇਸ਼ਰ ਦਾ ਕੰਮ ਸੀ। ਸ਼ੈਤਾਨ ਦੇ ਦੁਆਰਾ ਨਾ ਚੱਲੋ। ਇਹ ਸ਼ੈਤਾਨ ਹੈ ਜਿਹੜਾ ਤੁਹਾਨੂੰ ਭਰਮਾ ਰਿਹਾ, ਕਿਉਂਕਿ ਇਹ ਸ਼ੈਤਾਨ ਨਹੀਂ ਚਾਹੁੰਦਾ ਕਿ ਤੁਹਾਡੀ ਗਵਾਹੀ ਵੱਡੀ ਹੋਵੇ ਔਰ ਤੁਹਾਡੇ ਦੁਆਰਾ ਬਾਕੀ ਲੋਕ ਜੋ ਬਿਮਾਰ ਹੈ ਉਹ ਚੰਗੇ ਹੋਣ। ਔਰ ਤੁਸੀਂ ਕੀ ਚਾਹੁੰਦੇ ਆ ਕਿ ਮੈਂ ਵੀ ਤੁਹਾਡੇ ਤਰ੍ਹਾਂ ਬੇਵਕੂਫ ਬਣ ਜਾਵਾਂ? ਮੇਰੇ ਕੋਲ ਬੁੱਧੀ ਆ, ਔਰ ਜਦੋਂ ਮੈਂ ਤੁਹਾਡੀ ਗਵਾਹੀ ਦਊਂਗਾ ਤਾਂ ਹਜ਼ਾਰਾਂ ਲੋਕਾਂ ਦੇ ਅੰਦਰ ਵਿਸ਼ਵਾਸ ਪੈਦਾ ਹੋਏਗਾ ਕਿ ਅਗਰ ਇਹ ਚੰਗਾ ਹੋ ਸਕਦਾ ਤਾਂ ਮੈਂ ਵੀ ਚੰਗਾ ਹੋ ਸਕਦਾ। ਪ੍ਰੇਜ਼ ਦ ਲਾਰਡ। ਕੀ ਚੰਗਾ? ਕਿ ਲੋਕ ਤੁਹਾਡੇ ਨਾਲ ਨਫ਼ਰਤ ਕਰਨ ਜਾਂ ਤੁਹਾਡੀ ਗਵਾਹੀ ਸੁਣ ਕੇ ਚੰਗੇ ਹੋ ਜਾਣ। ਪ੍ਰੇਜ਼ ਦ ਲਾਰਡ। ਹੱਸ ਲਓ। ਮੈਨੂੰ ਕਦੀ ਲੋਕਾਂ ਦੀ ਬੇਵਕੂਫੀ ਦੇ ਉੱਪਰ ਦਇਆ ਆਉਂਦੀ ਆ, ਇੰਨੀਆਂ ਬੇਵਕੂਫੀਆਂ। ਅਗਰ ਸਾਨੂੰ ਪਤਾ ਲੱਗਦਾ ਕਿ ਅਬਰਾਹਮ ਨੇ 100 ਸਾਲ ਦੀ ਉਮਰ ਵਿੱਚ ਪਿਤਾ ਬਣਿਆ, ਸੋ ਗਵਾਹੀ ਨੂੰ ਨਾ ਛਪਾਓ। ਤੁਹਾਡੀ ਗਵਾਹੀ ਪਰਮੇਸ਼ਰ ਨੂੰ ਮਹਿਮਾ ਦਿੰਦੀ ਆ। ਬੋਲੋ ਗਵਾਹੀ ਪਰਮੇਸ਼ਰ ਨੂੰ ਮਹਿਮਾ ਦਿੰਦੀ ਆ। ਇਹ ਚੰਗੀ ਚੀਜ਼ ਹੈ ਜਾਂ ਬੁਰੀ ਚੀਜ਼ ਹੈ? ਕਿਸ ਤਰ੍ਹਾਂ ਚੰਗੀ ਚੀਜ਼ ਤੋਂ ਤੁਹਾਨੂੰ ਗੁੱਸਾ ਆ ਰਿਹਾ? ਯੂ ਮਸਟ ਬੀ ਕਿਡਿੰਗ। ਜਿਸ ਤੋਂ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਉੱਥੋਂ ਤੁਹਾਨੂੰ ਗੁੱਸਾ ਆ ਰਿਹਾ। ਪ੍ਰੇਜ਼ ਦ ਲਾਰਡ, ਹਾਲੇਲੂਇਆ।
ਸੁਣ ਰਹੇ ਹੋ ਤੁਸੀਂ? ਕਦੇ ਵੀ ਗਵਾਹੀ ਨੂੰ ਨਾ ਛਪਾਓ, ਜਿਸ ਗਵਾਹੀ ਦੇ ਨਾਲ ਪਰਮੇਸ਼ਰ ਨੂੰ ਮਹਿਮਾ ਮਿਲਦੀ ਆ। ਲੋਕਾਂ ਦੇ ਕਹਿਣ ਦੇ ਜਾਂ ਨਾ ਕਹਿਣ ਦੇ ਤੁਹਾਡੀ ਜ਼ਿੰਦਗੀ ਨਹੀਂ ਬਦਲਦੀ। ਲੋਕ ਤੁਹਾਡੇ ਬਾਰੇ ਕੀ ਸੋਚਦੇ ਆ, ਇੰਨਾ ਕੋਈ ਫਰਕ ਨਹੀਂ ਪੈਂਦਾ। ਜੇ ਪਰਮੇਸ਼ਰ ਨੇ ਤੁਹਾਡੇ ਜੀਵਨ 'ਚ ਕੰਮ ਕੀਤਾ ਤਾਂ ਗਵਾਹੀ ਦਿਓ ਪਰਮੇਸ਼ਰ ਦੀ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਚਾਹੇ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ, ਹਾਲੇਲੂਇਆ, ਗਲੋਰੀ। ਕੀ ਤੁਸੀਂ ਸੁਣ ਰਹੇ ਹੋ? ਤਾਂ ਜਦੋਂ ਏਲੀਆ ਦੇ ਸੇਵਕ ਨੇ ਬੋਲਿਆ ਕਿ ਦੇਖ ਸਮੁੰਦਰ ਦੇ ਉੱਪਰ ਮਨੁੱਸ਼ਾ ਦੇ ਹੱਥ ਦਾ ਛੋਟਾ ਜਿਹਾ ਬਾਦਲ ਘੁੰਮ ਰਿਹਾ, ਤਾਂ ਏਲੀਆ ਨੇ ਕੀ ਬੋਲਿਆ? ਉਹਨੇ ਕਿਹਾ ਅਹਾਬ ਨੂੰ ਜਾ ਕੇ ਕਹਿ ਕਿ ਰੱਥ ਦਾ ਇੰਤਜ਼ਾਮ ਕਰ ਔਰ ਇਦਾਂ ਨਾ ਹੋਵੇ ਕਿ ਤੂੰ ਬਾਰਿਸ਼ ਦੀ ਵਜ੍ਹਾ ਨਾਲ ਰੁਕ ਜਾਵੇਂ। ਪ੍ਰੇਜ਼ ਦਾ ਲਾਰਡ। ਕਿਉਂਕਿ ਏਲੀਆ ਨੂੰ ਪਤਾ ਸੀ ਉਹ ਛੋਟਾ ਜਿਹਾ ਬੱਦਲ ਬਾਰਿਸ਼ ਕਰਵਾਉਣ ਵਾਲਾ, ਇਹ ਛੋਟਾ ਬੱਦਲ ਕੀ ਹੋਣ ਵਾਲਾ? ਵੱਡਾ ਹੋਣ ਵਾਲਾ। ਉਹਨੇ ਬੱਦਲ ਦੇ ਵੱਡੇ ਹੋਣ ਦਾ ਇੰਤਜ਼ਾਰ ਨਹੀਂ ਕੀਤਾ, ਉਹਨੇ ਬੱਦਲ ਦੇ ਛੋਟੇ ਹੋਣ ਦੇ ਵਿੱਚ ਹੀ ਆਪਣੀ ਗਵਾਹੀ ਦੇ ਦਿੱਤੀ। ਉਹਨੇ ਜਦੋਂ ਛੋਟਾ ਬੱਦਲ ਸੀਗਾ ਉਦੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਵੱਡੇ ਬੱਦਲ ਵਾਸਤੇ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਤੇ ਜਦੋਂ ਤੁਹਾਡਾ ਇੱਕ ਪੈਰ ਸਹੀ ਹੁੰਦਾ, ਤੁਸੀਂ ਦੂਜੇ ਦੇ ਨਾਲ ਜੰਪ ਲਾਉਣ ਦੀ ਯੋਜਨਾ ਬਣਾ ਰਹੇ ਹੋ। ਹਾਲੇਲੂਇਆ। ਹੱਥ ਇੰਨਾ ਉੱਠ ਰਿਹਾ ਔਰ ਤੁਹਾਨੂੰ ਪਤਾ ਕਿ ਤੁਸੀਂ ਇਸ ਹੱਥ ਦੇ ਨਾਲ ਨੱਚ ਸਕਦੇ ਹੋ। ਪ੍ਰੇਜ਼ ਦਾ ਲਾਰਡ। ਕਿਉਂਕਿ ਤੁਹਾਨੂੰ ਆਤਮਾ ਵਿੱਚ ਪਤਾ ਲੱਗ ਜਾਂਦਾ ਕਿ ਬਦਲਾਵ ਹੋ ਚੁੱਕਿਆ, ਸਾਮਰਥ ਪੈਦਾ ਹੋ ਚੁੱਕੀ ਆ। ਆਪਣੇ ਹੱਥਾਂ ਨੂੰ ਉਠਾਓ ਔਰ ਗੈਰ ਭਾਸ਼ਾ ਵਿੱਚ ਪ੍ਰਾਰਥਨਾ ਕਰੋ। ਰਨ ਥਨੰਦਾ ਰਬਾ ਖੁੰਦੋ ਰਬੋ ਮਾਸਿਕ ਰਬਾ ਖੋਲ ਰੇ ਬੇਖੇਂਦਰ ਬੇਲੀ ਗ੍ਰਾਮੰਦਾ ਰਬਾ। ਹਾਲੇਲੂਇਆ। ਪ੍ਰੇਜ਼ ਦਾ ਲਾਰਡ, ਹਾਲੇਲੂਇਆ, glory, hallelujah, oh boy, I am full of God, praise the Lord। ਅਗਰ ਤੁਸੀਂ ਪਹਿਲੀ ਵਾਰੀ ਆਏ ਆ ਤਾਂ ਆਪਾਂ ਤੁਹਾਡੇ ਵਾਸਤੇ ਦੁਆ ਕਰਨੀ ਚਾਹੁੰਦੇ ਆ ਔਰ ਅਸੀਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ। ਤੁਸੀਂ ਖੜੇ ਹੋ ਸਕਦੇ ਹੋ ਔਰ ਜ਼ੋਰ ਨਾਲ ਤਾਲੀ ਵਜਾਵਾਂਗੇ ਇਹਨਾਂ ਨਵੇਂ ਲੋਕਾਂ ਵਾਸਤੇ। ਸਾਨੂੰ ਖੁਸ਼ੀ ਹੈ ਕਿ ਤੁਸੀਂ ਸਾਡੇ ਵਿੱਚ ਆਏ ਔਰ ਅਸੀਂ ਚਾਹੁੰਦੇ ਹਾਂ ਕਿ ਅਗਰ ਤੁਸੀਂ ਯੀਸ਼ੂ ਮਸੀਹ ਨੂੰ ਆਪਣੇ ਪ੍ਰਭੂ ਦੇ ਰੂਪ ਵਿੱਚ ਗ੍ਰਹਿਣ ਨਹੀਂ ਕੀਤਾ ਤਾਂ ਅੱਜ ਤੁਸੀਂ ਗ੍ਰਹਿਣ ਕਰਕੇ ਜਾਓ। ਜੋ ਯੀਸ਼ੂ ਨੂੰ ਆਪਣੇ ਪ੍ਰਭੂ ਦੇ ਰੂਪ ਵਿੱਚ ਗ੍ਰਹਿਣ ਕਰਨਾ ਚਾਹੁੰਦੇ ਆ ਉਹ ਇਹ ਪ੍ਰਾਰਥਨਾ ਕਰ ਸਕਦੇ ਆ ਮੇਰੇ ਪਿੱਛੇ ਔਰ ਆਪਣੇ ਮੂੰਹ ਨਾਲ ਬੋਲੋ, ਪਿਆਰੇ ਪਿਤਾ, ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਵਿੱਚ, ਜਿਉਂਦੇ ਪਰਮੇਸ਼ਰ ਦੇ ਪੁੱਤਰ ਵਿੱਚ। ਮੈਂ ਵਿਸ਼ਵਾਸ ਕਰਦਾ ਕਿ ਯੀਸ਼ੂ ਮਸੀਹ ਮੇਰੇ ਵਾਸਤੇ ਮਰਿਆ ਔਰ ਪਰਮੇਸ਼ਰ ਨੇ ਉਹਨੂੰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। ਜਦੋਂ ਉਹ ਜਿਉਂਦਾ ਹੋਇਆ ਤਾਂ ਮੈਂ ਜਿਉਂਦਾ ਹੋਇਆ। ਅੱਜ ਮੈਂ ਯੀਸ਼ੂ ਮਸੀਹ ਨੂੰ ਬੁਲਾਉਂਦਾ ਮੇਰੇ ਜੀਵਨ ਦੇ ਵਿੱਚ ਮੇਰਾ ਪ੍ਰਭੂ ਹੋਣ ਵਾਸਤੇ, ਮੇਰਾ ਸਵਾਮੀ ਹੋਣ ਵਾਸਤੇ। ਔਰ ਮੈਂ ਆਪਣੇ ਮੂੰਹ ਨਾਲ ਘੋਸ਼ਣਾ ਕਰਦਾ ਕਿ ਯੀਸ਼ੂ ਮਸੀਹ ਜੀਵਿਤ ਪਰਮੇਸ਼ਰ ਦਾ ਜੀਵਿਤ ਪੁੱਤਰ ਮੇਰਾ ਪ੍ਰਭੂ ਆ, ਮੇਰਾ ਸਵਾਮੀ ਆ। ਧੰਨਵਾਦ ਪ੍ਰਭੂ, ਮੈਂ ਬਚ ਗਿਆ ਔਰ ਮੇਰਾ ਉद्धार ਹੋ ਚੁੱਕਾ। ਅੱਜ ਤੋਂ ਮੇਰਾ ਨਵਾਂ ਜਨਮ ਹੋਇਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਔਰ ਅਗਰ ਤੁਸੀਂ ਹੁਣੇ ਪ੍ਰਾਰਥਨਾ ਕੀਤੀ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਨੇ ਤੁਹਾਡੀ ਦੁਆ ਸੁਣ ਲਈ ਆ ਔਰ ਤੁਸੀਂ ਅਸਲ ਵਿੱਚ ਬਚ ਗਏ ਹੋ। ਪ੍ਰੇਜ਼ ਦਾ ਲਾਰਡ। ਇਸ ਤੋਂ ਪਹਿਲਾਂ ਅੱਗੇ ਵਧੀਏ। ਚਲੋ ਮੈਂ ਪ੍ਰਾਰਥਨਾ ਕਰਦਾ। ਪਰਮੇਸ਼ਰ, ਮੈਂ ਧੰਨਵਾਦ ਕਰਦਾ ਹਰ ਉਸ ਵਿਅਕਤੀ ਵਾਸਤੇ ਜਿਹਨੇ ਅੱਜ ਯੀਸ਼ੂ ਮਸੀਹ ਨੂੰ ਗ੍ਰਹਿਣ ਕੀਤਾ ਔਰ ਮੈਂ ਪ੍ਰਾਰਥਨਾ ਕਰਦਾ ਕਿ ਯੀਸ਼ੂ ਮਸੀਹ ਦਾ ਨਾਮ ਸਦਾ ਉਹਨਾਂ ਦੇ ਜੀਵਨ ਵਿੱਚ ਬਣਿਆ ਰਹੇਗਾ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸ਼ੈਤਾਨ ਦਾ ਉਹਨਾਂ ਉੱਪਰ ਕੋਈ ਦਾਵਾ ਜਾਂ ਕਬਜ਼ਾ ਨਹੀਂ ਹੈ। ਧੰਨਵਾਦ ਕਰਦੇ ਹਾਂ ਪ੍ਰਭੂ, ਧੰਨਵਾਦ, ਧੰਨਵਾਦ, ਧੰਨਵਾਦ। ਉਹਨਾਂ ਨੂੰ ਆਸ਼ੀਸ਼ ਦਿੰਦੇ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਤੁਹਾਡੀ ਬੁੱਧੀ ਦੁਆਰਾ, ਤੁਹਾਡੀ ਸਮਝ ਦੁਆਰਾ, ਤੁਹਾਡੇ ਆਤਮਾ ਦੇ ਦੁਆਰਾ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਔਰ ਤੁਸੀਂ ਬੈਠ ਸਕਦੇ ਹੋ ਔਰ ਜ਼ੋਰ ਨਾਲ ਤਾਲੀ ਵਜਾ ਸਕਦੇ ਹੋ ਵਾਸਤੇ। ਥੈਂਕ ਯੂ। ਔਰ ਇਸ ਸਮੇਂ ਆ ਭੇਟ ਦੇਣ ਦਾ ਜੋ ਸੰਡੇ ਨੂੰ ਅਸੀਂ ਆਪਣੀ ਭੇਟ ਦਿੰਦੇ ਹਾਂ, ਦਸਵੰਧ, ਸੀਡ ਔਰ ਪਾਰਟਨਰਸ਼ਿਪ। ਥੈਂਕ ਯੂ, ਗॉड ब्लेस यू। और क्वायर साड़ी हेल्प करेगी जाके। ओ हालेलुया। स्वर्गों के ऊपर ओ प्रभु तू उठाया जाए और तेरी महिमा होने पाए सारी पृथ्वी पर। आहा हे 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 ला 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 गए। स्वर्गों के ऊपर प्रभु तू उठाया जाए, स्वर्गों के ऊपर प्रभु तू उठाया जाए। तेरी महिमा होने पाए सारे पृथ्वी पर, तेरी महिमा होने पाए सारे पृथ्वी पर। स्वर्गों के ऊपर प्रभु तू उठाया जाए, स्वर्गों के ऊपर प्रभु तू उठाया जाए। तेरी महिमा होने पाए सारे पृथ्वी पर, तेरी महिमा होने पाए सारे पृथ्वी पर।
प्रीत है, तेरी महिमा होने पाए सारे पृथ्वी पर। हालेलुया, प्रेज़ द लॉर्ड। ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅਨੁਗ੍ਰਹਿ ਨੂੰ, ਇਸ ਭੇਟ ਨੂੰ ਲਿਆਉਣ ਵਾਸਤੇ। ਔਰ ਇਹ ਭੇਂਟ ਤੁਹਾਡੇ ਆਤਮਾ ਦੁਆਰਾ ਪਵਿੱਤਰ ਹੋਵੇ। ਔਰ ਜਿਸ ਤਰ੍ਹਾਂ ਅਸੀਂ ਦਿੱਤਾ, ਇਹਦੀ ਵਧੀ ਹੋਈ ਫਸਲ ਤੇਜ਼ੀ ਨਾਲ ਆ ਰਹੀ ਆ। ਅਸੀਂ ਇਹਨਾਂ ਭੇਂਟ ਦੇ ਉੱਪਰ ਤੁਹਾਡੀ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ ਔਰ ਘੋਸ਼ਣਾ ਕਰਦੇ ਹਾਂ। ਮਲਟੀਪਲੀਕੇਸ਼ਨ ਦਾ ਨਿਯਮ ਇਹਦੇ 'ਤੇ ਲੱਗਿਆ ਹੋਇਆ ਔਰ ਇਹ ਤੁਹਾਡੇ ਰਾਜ ਦੇ ਵਿਸਤਾਰ ਵਿੱਚ ਇਸਤੇਮਾਲ ਹੋ ਰਹੀ ਹੈ। ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ। ਪ੍ਰੇਜ਼ ਦ ਲਾਰਡ। ਹੁਣ ਕੁਛ ਅਨਾਉਂਸਮੈਂਟ ਹੈ, ਅਨਾਉਂਸਮੈਂਟ ਟਾਈਮ, ਔਰ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਪਹਿਲਾ ਅਨਾਉਂਸਮੈਂਟ ਹੈ ਕਿ 15 ਤੋਂ 28 ਤੱਕ ਸਾਡਾ ਸੋਲ ਵਿਨਿੰਗ ਵੀਕ ਹੈ, ਸੋਲ ਵਿਨਿੰਗ ਫੈਸਟੀਵਲ ਹੈ 14 ਦਿਨ ਦਾ। ਔਰ ਹਰ ਸੈੱਲ ਘੱਟੋ ਘੱਟ 100 ਰੈਪਸੋਡੀ ਖਰੀਦ ਕੇ ਵੰਡ ਰਿਹਾ। ਔਰ ਇਹ ਧਿਆਨ ਦੇਵੋ ਕਿ ਤੁਹਾਡੇ ਸੈੱਲ ਵਿੱਚ ਹਰ ਆਦਮੀ ਕੁਛ ਨਾ ਕੁਛ ਦੇਵੇ, ਹਰ ਆਦਮੀ ਕੁਛ ਨਾ ਕੁਛ ਦੇਵੇ। ਔਰ ਇੱਦਾਂ ਨਾ ਹੋਣ ਦਿਓ ਕਿ ਕੁਛ ਇੱਕ ਨੇ ਸਾਰੇ ਦੀ ਕਮੀਆਂ ਦੂਰ ਕਰਤੀਆਂ। ਨਹੀਂ, ਹਰ ਇੱਕ ਕੰਟਰੀਬਿਊਟ ਕਰੇ, 5 ਦਾ 10 ਦਾ, ਕੋਈ ਵੀ। ਜਦੋਂ ਦੇਣਗੇ ਤਾਂ ਹੀ ਅੱਗੇ ਵਧਣਗੇ। ਹੋਰ ਕੋਈ ਨਿਯਮ ਨਹੀਂ ਆ। ਇਸ ਕਰਕੇ ਆਪਣੇ ਦਿਲ ਨੂੰ ਥੋੜਾ ਸਖਤ ਕਰ ਲਓ ਔਰ ਸਾਰਿਆਂ ਨੂੰ ਦੇਣ ਵਾਸਤੇ ਕਹੋ, ਪ੍ਰੇਜ਼ ਦ ਲਾਰਡ। ਔਰ ਅਗਰ ਅਸੀਂ ਢੰਗ ਨਾਲ ਪ੍ਰਾਰਥਨਾ ਕਰਾਂਗੇ ਤਾਂ ਦੇਣਾ ਮੁਸ਼ਕਲ ਨਹੀਂ ਹੋਏਗਾ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਆ ਕਿ ਦੇਣ ਤੋਂ ਬਾਅਦ ਕੀ ਕਰ ਸਕਦੇ ਆ। ਔਰ ਉੱਥੇ ਤੁਹਾਡੀ ਪ੍ਰਾਰਥਨਾ ਕੰਮ ਕਰੇਗੀ। ਤੁਸੀਂ ਆਪਣੇ ਸੈਲ ਲੀਡਰ ਨਾਲ ਪ੍ਰਾਰਥਨਾ ਕਰ ਸਕਦੇ ਹੋ ਤਾਂ ਕਿ ਲੋਕ ਦੇਣ। ਉਹਨਾਂ ਨੂੰ ਸਮਝ ਆਏਗਾ ਕਿ ਪ੍ਰਭੂ ਇਹਨਾਂ ਨੂੰ ਅੱਗੇ ਵਧਾਉਣਾ, ਇਹ ਨਿਵੇਦਨ ਹੈ। ਸਮਝ ਆ ਰਿਹਾ? ਪ੍ਰਭੂ ਇਹਨਾਂ ਨੂੰ ਅੱਗੇ ਵਧਾਉਣਾ। ਅਗਰ ਨਹੀਂ ਦੇਣਗੇ ਤਾਂ ਅੱਗੇ ਕਿੱਦਾਂ ਵਧਣਗੇ? ਇਹਨਾਂ ਦਾ ਦਿਲ ਖੋਲੋ ਤਾਂ ਕਿ ਉਹ ਦੇ ਪਾਣ। ਦੇਣਾ ਅਨੁਗ੍ਰਹਿ ਆ, ਔਰ ਅਗਰ ਤੁਸੀਂ ਦੇ ਰਹੇ ਹੋ, ਤੁਸੀਂ ਵੱਡਾ ਅਨੁਗ੍ਰਹਿ ਗ੍ਰਹਿਣ ਕਰ ਰਹੇ ਹੋ। ਤੁਸੀਂ ਸੁਣ ਰਹੇ ਹੋ? ਮੈਂ ਤੁਹਾਨੂੰ ਸਿਖਾ ਰਿਹਾ ਕਿ ਕਿਸ ਤਰ੍ਹਾਂ ਮੈਂ ਤੁਹਾਡੇ ਕੋਲ ਕਰਵਾਉਣਾ ਜਿਹੜਾ ਤੁਸੀਂ ਕਰਨਾ। ਮੈਂ ਆਪਣੀ ਪ੍ਰਾਰਥਨਾ 'ਚ ਬੋਲਦਾ, ਪ੍ਰਭੂ ਇਹਨਾਂ ਨੂੰ ਦੇਣਾ, ਕਿਉਂਕਿ ਅਗਰ ਨਹੀਂ ਦੇਣਗੇ ਤਾਂ ਵਧਣਗੇ ਕਿੱਦਾਂ? ਦੇਣਾ ਅਨੁਗ੍ਰਹਿ ਤੋਂ ਹੈ, ਕਿਉਂਕਿ ਇਹ ਅਨੁਗ੍ਰਹਿ ਦੀ ਸੰਤਾਨ ਹੈ। ਪ੍ਰਭੂ ਇਹ ਦੇ ਸਕਦੇ ਆ, ਕਿਉਂਕਿ ਤੁਸੀਂ ਬੋਲਿਆ ਦਵੋ ਤਾਂ ਤੁਹਾਨੂੰ ਦਿੱਤਾ ਜਾਏਗਾ। ਕਿ ਤੁਸੀਂ ਇਹਨਾਂ ਦਾ ਭਲਾ ਨਹੀਂ ਚਾਹੁੰਦੇ? ਮੈਂ ਗੱਲ ਕਰ ਰਿਹਾ ਪ੍ਰਭੂ ਦੇ ਨਾਲ ਔਰ ਮੈਂ ਤੁਹਾਡਾ ਦਿਲ ਖੁਲਵਾ ਰਿਹਾ ਪਵਿੱਤਰ ਆਤਮਾ ਤੋਂ, ਤਾਂ ਕਿ ਜਦੋਂ ਮੈਂ ਕਹਾਂ ਦੇਣਾ ਔਰ ਤੁਸੀਂ ਬੋਲੋ ਹਾਂ ਦੇਣਾ, ਤਾਂ ਕਿ ਜਦੋਂ ਮੈਂ ਕਹਾਂ ਦੇਣਾ ਔਰ ਤੁਸੀਂ ਬੋਲੋ ਹਾਂ ਦੇਣਾ। ਔਰ ਤੁਹਾਨੂੰ ਪਤਾ ਪਾਸਟਰ ਨੇ ਬੋਲਿਆ ਦੇਣਾ ਤਾਂ ਤੁਸੀਂ ਬੋਲੇ ਹਾਂ ਅਸੀਂ ਦੇਣਾ, ਅਸੀਂ ਦੇਤਾ। ਕਿ ਮੈਂ ਹਫ਼ਤੇ ਪਰ ਕੀ ਕਰ ਰਿਹਾ? ਇਨਫੈਕਟ ਜਦੋਂ ਮੈਂ ਦੇਣ ਦੀ ਗੱਲ ਕਰਦਾ ਤਾਂ ਉਹਦੇ ਵਾਸਤੇ ਮੈਂ ਘੱਟੋ ਘੱਟ 10 ਦਿਨ ਪ੍ਰਾਰਥਨਾ ਕਰਦਾ। ਇਸ ਤੋਂ ਪਹਿਲਾਂ ਕਿ ਮੈਂ ਇੱਥੇ ਆ ਕੇ ਕਹਾਂ ਕਿ ਅਸੀਂ ਇਹ ਕਰਨ ਵਾਲੇ ਹਾਂ। ਔਰ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਇੰਨੀ ਰੈਪਸੋਡੀ, ਔਰ ਮੈਂ ਮਹੀਨੇ ਤੋਂ ਪ੍ਰਾਰਥਨਾ ਕਰ ਰਿਹਾ, ਮੈਂ ਅਕਤੂਬਰ ਤੋਂ ਪ੍ਰਾਰਥਨਾ ਕਰ ਰਿਹਾ ਔਰ ਮੈਨੂੰ ਪਤਾ ਸੀ ਕੀ ਕਰਨ ਵਾਲੇ ਹਾਂ। ਹਾਲੇਲੂਇਆ। ਤਾਂ ਤਿਆਰ ਹੈ ਸਾਰੇ? ਕਿੰਨੇ ਜਨ ਤਿਆਰ ਹੈ? ਪੱਕਾ? ਤਾਂ ਇਹ ਨਾ ਹੋਣ ਦਿਓ ਕਿ ਤੁਹਾਡਾ ਪੈਸਾ ਇਹਦੇ ਵਿੱਚ ਨਹੀਂ ਲੱਗਾ। ਨਹੀਂ, ਬੀ ਇਨਵੋਲਵਡ। ਔਰ ਉਸਕੇ ਬਾਅਦ ਸਾਡਾ ਇੱਕ ਲਾਸਟ ਪ੍ਰੋਜੈਕਟ ਵਾ ਕਿ ਜੋ ਅੱਜ ਦਾ ਸੰਦੇਸ਼ ਮੈਂ ਦੇ ਰਿਹਾ ਕਿ 30 ਜੂਨ 2021 ਤੱਕ ਅਸੀਂ ਭਾਰਤ ਦੇ ਹਰ ਡਿਸਟ੍ਰਿਕਟ ਦੇ ਵਿੱਚ ਆਪਣਾ ਚਰਚ ਐਸਟੈਬਲਿਸ਼ ਕਰਨ ਜਾ ਰਹੇ ਹਾਂ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਸੋ ਉਹਦੇ ਵਾਸਤੇ ਅਸੀਂ 50 ਲੀਡਰ ਲੱਭ ਰਹੇ ਹਾਂ ਜਿਹੜੇ 15 ਜ਼ਿਲ੍ਹੇ ਤੱਕ ਜਾਣਗੇ। ਤੁਹਾਨੂੰ ਫਿਜ਼ੀਕਲੀ ਜਾਣਾ ਹੋਏਗਾ। ਆਪਣਾ ਮਨ ਬਣਾਓ, ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰੇਗਾ। ਔਰ ਇਹ ਨਾ ਬੋਲੋ ਕਿ ਮੈਂ ਨਹੀਂ ਹੋ ਸਕਦਾ ਤੁਸੀਂ ਉਹ ਆਦਮੀ ਹੋ। ਕਿਉਂਕਿ ਪਰਮੇਸ਼ਰ ਮੈਨੂੰ ਕਿੱਦਾਂ ਕਹਿ ਸਕਦਾ? ਕਿਉਂ? ਕਿਹਨੇ ਤੁਹਾਨੂੰ ਕਿਹਾ ਕਿ ਤੁਸੀਂ ਨਹੀਂ ਕਰ ਸਕਦੇ ਹੋ? ਅਗਰ ਪਰਮੇਸ਼ਰ ਤੁਹਾਨੂੰ ਕਹਿੰਦਾ ਤਾਂ ਤੁਸੀਂ ਕਰ ਸਕਦੇ ਹੋ। ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੁਹਾਡੇ ਦਿਲ ਵਿੱਚ ਆ ਰਿਹਾ ਹੋਏਗਾ ਕਿ ਮੈਂ ਉਹ ਇੱਕ ਹਾਂ। ਅਗਰ ਇਹ ਜਵਾਬ ਆਏ ਤਾਂ ਸਮਝ ਲੈਣਾ ਤੁਸੀਂ ਹੋ। ਜਿਸ ਤਰ੍ਹਾਂ ਚੋਰ ਦੀ ਦਾੜੀ ਵਿੱਚ ਤਿਨਕਾ, ਸਮਝ ਆਉਂਦਾ? ਔਰ ਜਿਸ ਤਰ੍ਹਾਂ ਮੈਂ ਬੋਲਿਆ 50 ਲੋਕ, ਤੁਹਾਡੇ ਮਨ ਵਿੱਚ ਆਇਆ ਕਿਤੇ ਮੈਂ ਤਾਂ ਨਹੀਂ? ਕਿ ਤੁਸੀਂ ਸਮਝ ਰਹੇ ਹੋ ਪਰਮੇਸ਼ਰ ਦਾ ਕੰਮ ਦੱਸਿਆ ਕਿੱਦਾਂ ਹੁੰਦਾ? ਕਿ ਮੈਂ ਤਾਂ ਨਹੀਂ ਹਾਂ, ਤੁਸੀਂ ਹੋ। ਕਿੰਨਿਆਂ ਨੇ ਗੱਲ ਹੋਈ ਪਰਮੇਸ਼ਰ ਦੀ? ਹਾਲੇਲੂਇਆ। ਤਾਂ ਅਸੀਂ ਲੱਭ ਰਹੇ ਹਾਂ 50 ਲੀਡਰ ਜੋ 15 ਡਿਸਟ੍ਰਿਕਟ ਨੂੰ ਅਡੋਪਟ ਕਰਨਗੇ ਔਰ ਅਸੀਂ ਤੁਹਾਨੂੰ ਟ੍ਰੇਨ ਕਰਾਂਗੇ ਕਿਸ ਤਰ੍ਹਾਂ ਜਾਣਾ। ਇਹ ਬਹੁਤ ਤੁਹਾਡਾ ਕੰਮ ਨਹੀਂ ਆ। ਅਗਰ ਤੁਸੀਂ 15 ਡਿਸਟ੍ਰਿਕਟ ਵਾਸਤੇ 3 ਦਿਨ ਦੀ ਵੀ ਛੁੱਟੀ ਲਓਗੇ ਤਾਂ ਤੁਸੀਂ ਕਰ ਸਕਦੇ ਹੋ। ਸਾਨੂੰ ਪਤਾ ਕਿਸ ਤਰ੍ਹਾਂ ਕਰਨਾ, ਸਾਡੇ ਕੋਲ ਆਲਰੇਡੀ ਟੀਮ ਹੈ। ਪਰ ਮੈਂ ਚਾਹੁੰਦਾ ਕਿ ਸਾਡੇ ਇਸ ਜਗ੍ਹਾ ਤੋਂ ਲੋਕ ਉੱਥੇ ਜਾਣ। ਮੈਂ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ। ਕੀ ਦੇਖਣਾ ਚਾਹੁੰਦਾ? ਮੈਂ ਹਰ ਜਗ੍ਹਾ ਨਹੀਂ ਜਾ ਸਕਦਾ, ਪਰ ਮੈਂ ਤੁਹਾਡੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ। ਉੱਥੇ ਜੋ ਲੋਕ ਹੈ ਉਹ ਕਰ ਰਹੇ ਆ, ਪਰ ਹੁਣ ਮੈਂ ਆਪਣੀ ਅੱਖਾਂ ਨਾਲ ਦੇਖਣਾ। ਔਰ ਮੇਰੀ ਅੱਖਾਂ ਤੁਸੀਂ ਹੋ। ਜਦੋਂ ਮੈਂ ਤੁਹਾਨੂੰ ਮੁੰਬਈ ਤੋਂ ਭੇਜਾਂ ਤਾਂ ਮੈਨੂੰ ਮੁੰਬਈ ਤੋਂ ਭੇਜਣਾ ਭਾਰਤ ਦੇ ਕੋਨੇ-ਕੋਨੇ ਵਿੱਚ। ਤੇ ਸਮਝ ਰਹੇ ਹਾਂ ਕਿ ਜਦੋਂ ਤੁਸੀਂ ਆ ਕੇ ਮੇਰੇ ਨਾਲ ਬੈਠੋਗੇ ਔਰ ਦੱਸੋਗੇ ਤਦ ਮੈਂ ਆਪਣੀ ਅੱਖਾਂ ਨਾਲ ਦੇਖਿਆ। ਸਹੀ ਹੈ? ਤਾਂ ਮੈਂ ਚਾਹੁੰਦਾ ਕਿ ਅਸੀਂ ਇੱਥੋਂ ਜਾਈਏ। ਔਰ ਇਹ ਨਹੀਂ ਕਿ ਸਿਰਫ ਗੋਰੇ ਦੀ ਚਰਚ ਵਿੱਚ, ਬਲਕਿ ਜਿੰਨੇ ਵੀ ਸਾਡੇ ਚਰਚਿਜ਼ ਹੈ। ਸੋ ਵੀ ਸ਼ੁੱਡ ਡੂ ਦੈਟ। ਪ੍ਰੇਜ਼ ਦ ਲਾਰਡ। ਔਰ ਖੜੇ ਹੋਵਾਂਗੇ, ਪਰਮੇਸ਼ਰ ਦਾ ਧੰਨਵਾਦ ਦੇਵਾਂਗੇ, ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਦੇਵਾਂਗੇ। ਧੰਨਵਾਦ ਕਰਾਂਗੇ ਉਹਦੇ ਆਪਣੇ ਹੱਥਾਂ ਨੂੰ ਉਠਾ ਕੇ। ਧੰਨਵਾਦ ਕਰੋ ਸਾਡੇ ਅਗਲੇ ਆਉਣ ਵਾਲੇ ਪ੍ਰੋਗਰਾਮ ਵਾਸਤੇ। ਧੰਨਵਾਦ ਕਰੋ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦਾ ਧੰਨਵਾਦ ਕਰੋ। ਔਰ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ।
परमपिता दा प्रेम, यीशु मसीह दा अनुग्रह और पवित्र आत्मा दी सहभागिता ਸਾਡੇ ਨਾਲ ਹਮੇਸ਼ਾ ਵਾਸਤੇ ਬਣੀ ਰਹੇਗੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ। ਨਿਸ਼ਚੈ ਹੀ ਭਲਾਈ ਔਰ ਕਰੁਣਾ ਸਦਾ ਮੇਰੇ ਜੀਵਨ 'ਚ ਨਿਵਾਸ ਕਰੇਗੀ ਔਰ ਮੈਂ ਹਮੇਸ਼ਾ ਵਾਸਤੇ ਪਰਮੇਸ਼ਰ ਦੇ ਘਰ ਵਿੱਚ ਨਿਵਾਸ ਕਰੂੰਗਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ। ਥੈਂਕ ਯੂ, ਗॉड ਬlesਸ ਯੂ। Subscribe to our channel, hit the bell icon, like, comment and share. Thank you and God bless you.